ਮੋਰਚਿਆਂ ਚੋਂ ਨਿਕਲਣ ਵਾਲੀ ਪੰਥਕ ਪਾਰਟੀ ਅਕਾਲੀ ਦਲ ਨੂੰ ਆਖਿਰਕਾਰ ਬਾਗੀ ਲੀਡਰਾਂ ਦੀ ਯਾਦ ਆ ਹੀ ਗਈ। ਹੁਣ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਫਰਿਆਦ ਕੀਤੀ ਆ ਉਹਨਾਂ ਲੀਡਰਾਂ ਨੂੰ ਜਿਹੜੇ ਪਾਰਟੀ ਤੋਂ ਬਾਗੀ ਹੋਏ ਸੀ। ਉਹਨਾਂ ਨੇ ਕਿਹਾ ਕਿ ਜਿਹੜੇ ਗੱਲਾਂ ਦੀ ਮੇਰੇ ਤੋਂ ਗਲਤੀ ਹੋਈ ਆ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ, ਪਰ ਤੁਸੀਂ ਇਸ ਪਾਰਟੀ ਦੇ ਵਿੱਚ ਜੋ ਸਾਡੀ ਮਾਂ ਪਾਰਟੀ ਆ ਉਸ ਦੇ ਵਿੱਚ ਵਾਪਸ ਆ ਜਾਓ, ਕਿਉਂਕਿ ਲਗਾਤਾਰ ਕਰਾਰੀ ਹਾਰ ਹੋ ਰਹੀ ਸੀ। ਪਹਿਲਾਂ ਅਕਾਲੀ ਦਲ 2017 ਦੀਆਂ ਚੋਣਾਂ ਹਾਰਿਆ, 22 ਦੀ ਚੋਣ ਹਾਰਿਆ, ਹੁਣ ਜਿਮਨੀ ਚੋਣ ਵੀ ਲਗਾਤਾਰ ਹਾਰਦਾ ਜਾ ਰਿਹਾ। ਇਸ ਲਈ ਹੁਣ ਸੁਖਬੀਰ ਬਾਦਲ ਨੂੰ ਵੀ ਡਰ ਸਤਾ ਰਿਹਾ ਕਿਤੇ ਨਾ ਕਿਤੇ, ਕਿਉਂਕਿ ਪਾਰਟੀ ਲਗਾਤਾਰ ਕਮਜ਼ੋਰ ਹੋ ਰਹੀ ਸੀ। ਇਸ ਕਰਕੇ ਹੁਣ ਬਾਗੀ ਲੀਡਰ ਸੁਖਬੀਰ ਬਾਦਲ ਨੂੰ ਫੇਰ ਯਾਦ ਆਏ ਨੇ। ਮਾਫੀ ਮੰਗਣ ਦੀ ਗੱਲ ਕਹੀ ਗਈ ਆ। ਅਸੀਂ ਇਸ ਤੇ ਚਰਚਾ ਕਰਾਂਗੇ। ਅੱਜ ਸਾਡੇ ਨਾਲ ਸੀਨੀਅਰ ਪੱਤਰਕਾਰ ਨਵਜੋਤ ਸਿੰਘ ਧਾਲੀਵਾਲ ਵੀ ਮੌਜੂਦ ਨੇ। ਉਹ ਡੈਸਕ ਤੇ ਸਾਡੇ ਨਾਲ ਜੁੜਨਗੇ ਲਾਈਵ, ਤੇ ਸਾਡੇ ਨਾਲ ਉਹ ਲੀਡਰ ਵੀ ਜੁੜਨਗੇ ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਪਹਿਲਾਂ ਸੁਖਬੀਰ ਬਾਦਲ ਦੇ ਬਿਆਨ ਹੁੰਦੇ ਸੀ ਕਿ ਇਹਨਾਂ ਲੀਡਰਾਂ ਦੇ ਜਾਣ ਦੇ ਨਾਲ ਪਾਰਟੀ ਨੂੰ ਬਿਲਕੁਲ ਕੋਈ ਫਰਕ ਨਹੀਂ ਪਵੇਗਾ। ਫਰਕ ਤਾਂ ਹੁਣ ਸਭ ਦੇ ਸਾਹਮਣੇ ਆ, ਪੰਜਾਬ ਦੇ ਲੋਕਾਂ ਦੇ ਸਾਹਮਣੇ ਆ। ਸੁਖਬੀਰ ਬਾਦਲ ਨੂੰ ਵੀ ਪਤਾ ਚੱਲ ਗਿਆ ਕਿ ਉਹ ਜਿਹੜੇ ਬਾਗੀ ਲੀਡਰ ਸੀ, ਟਕਸਾਲੀ ਲੀਡਰ ਸੀ, ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਸੀ, ਤੇ ਉਹਨਾਂ ਦੀ ਹੁਣ ਲੋੜ ਪੈ ਗਈ ਪਾਰਟੀ ਨੂੰ, ਤੇ ਹੁਣ ਮਾਫੀ ਮੰਗਣ ਦੀ ਗੱਲ ਕਹਿ ਰਹੇ ਨੇ। ਸਾਡੇ ਨਾਲ ਨਵਜੋਤ ਸਿੰਘ ਧਾਲੀਵਾਲ ਲਾਈਵ ਜੁੜੇ ਨੇ। ਧਾਲੀਵਾਲ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਬਿਆਨ ਨੂੰ? ਕਹਿ ਰਹੇ ਨੇ ਕਿ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ, ਵਾਪਸ ਆ ਜਾਓ। ਦੇਖੋ, ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਮੁਆਫੀ ਕਿਸ ਗੱਲ ਦੀ ਮੰਗਣੀ ਹੈ। ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇਸ ਗੱਲ ਦਾ ਇੰਕਸ਼ਾਫ ਕਰਨਾ ਹੋਏਗਾ ਜੀ। ਇਹ ਗੱਲ ਸਾਫ਼ ਕਰਨੀ ਹੋਏਗੀ ਕਿ ਮੁਆਫੀ ਮੰਗਣੀ ਹੈ ਤਾਂ ਮੰਗਣੀ ਕਿਸ ਗੱਲ ਦੀ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਦਫਾ ਮੁਆਫੀ ਦੀ ਗੱਲ ਹੋਈ ਹੈ। ਪਾਰਟੀ ਦੇ ਅੰਦਰੋਂ ਵੀ ਮੁਆਫੀ ਦੀ ਗੱਲ ਤੁਰੀ ਸੀ ਕਿ ਆਪਾਂ ਖੁੱਲ੍ਹ ਕੇ ਉਸ ਗੱਲ ਦਾ ਜ਼ਿਕਰ ਕਰੀਏ ਤੇ ਆਪਾਂ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਜਾ ਕੇ ਖਿਮਾ ਜਾਚਨਾ ਕਰੀਏ। ਗਏ ਜ਼ਰੂਰ, ਪਰ ਉਸ ਦੀ ਗੱਲ ਨਹੀਂ ਹੋਈ। ਤੇ ਹੁਣ ਫੇਰ ਤੋਂ ਮੁਆਫੀ ਦੀ ਗੱਲ ਕੀਤੀ ਹੈ ਕਿ ਮੈਂ ਮੁਆਫੀ ਮੰਗਣ ਲਈ ਤਿਆਰ ਹਾਂ, ਜੇ ਕੋਈ ਗਲਤੀ ਹੋਈ ਹੈ ਤਾਂ ਮੈਂ ਮੁਆਫੀ ਮੰਗ ਲੈਣਾ ਜੀ। ਔਰ ਇਸ ਤੋਂ ਵੀ ਪਹਿਲਾਂ ਇੱਕ ਸਵਾਲ ਇਹ ਵੀ ਪੈਦਾ ਹੋ ਜਾਂਦਾ ਹੈ ਕੁਲਦੀਪ, ਕਿ ਜੇ ਤੁਸੀਂ ਸ਼ਬਦ ਲਾਉਨੇ ਹੋ ਕਿ ਜੇ ਮੈਂ ਗਲਤੀ ਕੀਤੀ ਹੈ, ਕਿ ਹਲੇ ਵੀ ਕੋਈ ਗਿਲਾ ਜਾਂ ਹਲੇ ਵੀ ਕੋਈ ਸ਼ੱਕ ਹੈ ਉਸ ਚੀਜ਼ ਦੇ ਵਿੱਚ ਕਿ ਗਲਤੀ ਹੋਈ ਹੈ ਜਾਂ ਨਹੀਂ ਹੋਈ, ਕਿਉਂਕਿ ਜਿਹੜੀ ਇਹ ਫਹਿਰਿਸਤ ਹੈ ਨਾ ਛੱਡ ਕੇ ਜਾਣ ਵਾਲਿਆਂ ਦੀ, ਇਹ ਫਹਿਰਿਸਤ ਕੋਈ ਛੋਟੀ ਨਹੀਂ ਹੈ। ਇਹ ਸ਼ੁਰੂ ਆਪਣੇ ਘਰਦਿਆਂ ਤੋਂ ਹੁੰਦੀ ਹੈ। ਇਹ ਸ਼ੁਰੂ ਜਿਹੜੀ ਹੈ ਉਹ ਤਾਏ ਦੇ ਪੁੱਤ ਤੋਂ ਹੁੰਦੀ ਹੈ। ਜਦੋਂ ਮਨਪ੍ਰੀਤ ਬਾਦਲ ਛੱਡ ਕੇ ਜਾਂਦੇ ਆ, ਫਿਰ ਗੁਆਂਢੀ ਕੰਸਟੀਚੁਐਂਸੀ ਤੋਂ ਸਰੂਪ ਚੰਦ ਸਿੰਗਲਾ ਛੱਡ ਕੇ ਜਾਂਦੇ ਆ, ਸੁਖਦੇਵ ਢੀਂਡਸਾ ਛੱਡ ਕੇ ਜਾਂਦੇ ਆ, ਪਰਮਿੰਦਰ ਢੀਂਡਸਾ ਛੱਡ ਕੇ ਜਾਂਦੇ ਆ, ਔਰ ਪੰਜਾਬ ਦੀ ਆਵਾਜ਼ੇ ਆਵਾਮ ਨਾਲ ਨਵਾਜ਼ੇ ਗਏ ਜਗਮੀਤ ਬਰਾੜ ਹੋਰੀ ਪੱਲਾ ਝਾੜ ਜਾਂਦੇ ਆ, ਜਗੀਰ ਕੌਰ ਹੋਰੀ ਛੱਡ ਜਾਂਦੇ ਆ, ਇਹ ਕਰਨੈਲ ਸਿੰਘ ਪੰਜੌਲੀ ਹੋਰੀ ਬਾਹਰ ਹੋ ਜਾਂਦੇ ਆ, ਔਰ ਬਹੁਤ ਸਾਰੀ ਇਸ ਤਰੀਕੇ ਦੀ ਲੰਬੀ ਫਹਿਰਿਸਤ ਹੈ ਕਿ ਜਿਹੜੇ ਅਕਾਲੀ ਦਲ ਤੋਂ ਕਿਨਾਰਾ ਕਰ ਗਏ। ਈਵਨ ਕਿ ਮੁੱਖ ਮੰਤਰੀ 2 ਵਾਰ ਪੰਜਾਬ ਦੇ ਰਹੇ ਅਮਰਿੰਦਰ ਸਿੰਘ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ, ਉਹ ਵੀ ਜਿਹੜੇ ਅਕਾਲੀ ਦਲ ਦੇ ਵਿੱਚ ਰਹੇ ਗਏ ਆ। ਕੀ ਇਹ ਜਿਹੜੀ ਅਪੀਲ ਕੀਤੀ ਗਈ ਹੈ, ਕਿ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਵੀ ਮੁੜ ਤੋਂ ਬਾਹਰ ਆ ਜਾਓ? ਕਿਉਂਕਿ ਇਹ ਗੱਲ ਕਹੀ ਗਈ ਆ ਕਿ ਅਸੀਂ ਸਾਰਿਆਂ ਨੂੰ ਕਹਿੰਦੇ ਆ ਕਿ ਆਪਣੀ ਪਾਰਟੀ ਦੇ ਵਿੱਚ ਵਾਪਸ ਆਓ, ਤੁਹਾਡੀ ਮਾਂ ਪਾਰਟੀ ਹੈ। ਯਕੀਨਨ ਪਾਰਟੀ ਦੇ ਉੱਤੇ ਕੋਈ ਸ਼ੱਕ ਨਹੀਂ, ਕਿਉਂਕਿ ਪਾਰਟੀ ਨੇ ਜਿਸ ਤਰੀਕੇ ਦੇ ਨਾਲ, ਇਸ ਪਾਰਟੀ ਦਾ ਇਤਿਹਾਸ ਹੈ, ਇਸ ਨੇ ਜਿਵੇਂ ਲੜਾਈਆਂ ਲੜੀਆਂ, ਜਿਵੇਂ ਮੋਰਚਾਬੰਦੀ ਕੀਤੀ, ਔਰ ਜਿਵੇਂ ਪੰਜਾਬ ਦੇ ਹੱਕ ਹਕੂਕ ਦੀ ਬਾਤ ਪਾਈ, ਕਿਸੇ ਪਾਰਟੀ ਨੇ ਸ਼ਾਇਦ ਨਾ ਹੀ ਪਾਈ ਹੋਵੇ। ਪਰ ਜਿਹੜੀ ਇਸ ਦੇ ਵਿੱਚ ਗਿਰਾਵਟ ਆਈ, ਜਿਹੜੀ ਇਹਦੀ ਸਿਧਾਂਤ ਦੇ ਵਿੱਚ ਗਿਰਾਵਟ ਆਈ, ਜਿਹੜੀ ਇਹਦੀ ਲੀਡਰਸ਼ਿਪ ਦੇ ਵਿੱਚ ਗਿਰਾਵਟ ਆਈ, ਉਸ ਦੀ ਜ਼ਿੰਮੇਵਾਰੀ ਕੌਣ ਤੈਅ ਕਰੇਗਾ? 100 ਦਾ ਅੰਕੜਾ ਛੂਣ ਵਾਲੀ, ਟ੍ਰਿਪਲ ਡਿਜਿਟ ਛੂਣ ਵਾਲੀ ਪਾਰਟੀ ਅੱਜ ਮਹਿਜ ਸਿੰਗਲ ਡਿਜਿਟ ਤੇ ਸਿਮਟ ਕੇ ਰਹਿ ਗਈ ਹੈ। ਜਦੋਂ ਲੋਕ ਸਭਾ ਦੇ ਵਿੱਚ 2 ਨੁਮਾਇੰਦੇ ਹੋਣ ਤੇ ਵਿਧਾਨ ਸਭਾ ਦੇ ਵਿੱਚ ਮਹਿਜ 3 ਨੁਮਾਇੰਦੇ ਹੋਣ, ਔਰ ਉਹ ਨੁਮਾਇੰਦੇ ਕੋਈ ਇਹ ਤਾਂ ਹੈ ਨਹੀਂ ਕਿ ਕੋਈ ਗੇਮ ਸੀਗੀ ਜਿਹੜੀ ਕਿ ਉਹ ਪਲਟ ਗਈ, ਜਾਂ ਕੋਈ ਤਾਸ਼ ਦੀ ਬਾਜ਼ੀ ਸੀ, ਜਾਂ ਕੋਈ ਹੋਰ ਇਦਾਂ ਦੀ ਬਾਜ਼ੀ ਸੀ, ਤੁਸੀਂ ਹਾਰ ਗਏ। ਲੋਕਤੰਤਰ ਸੀ, ਲੋਕਤੰਤਰ ਦੇ ਵਿੱਚ ਲੋਕਾਂ ਨੇ ਵੋਟਾਂ ਪਾਈਆਂ, ਲਗਾਤਾਰ ਤੁਹਾਨੂੰ ਹਾਰ ਦਾ ਜਿਹੜਾ ਹੈ ਮੂੰਹ ਦੇਖਣਾ ਪਿਆ। ਔਰ ਇਸ ਵਾਰ ਤੋਂ ਨਹੀਂ, ਤੁਸੀਂ 2017 ਦੀ ਚੋਣ ਵੀ ਜਿਹੜਾ ਹੈ ਉਹ ਹਾਰ ਜਾਂਦੇ ਹੋ ਬੁਰੀ ਤਰ੍ਹਾਂ, 2022 ਦੀ ਚੋਣ ਵੀ ਹਾਰ ਜਾਂਦੇ ਹੋ, 2019 ਦੇ ਵਿੱਚ ਵੀ ਤੁਹਾਨੂੰ ਬੜੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ। ਗੱਲ ਤਾਂ ਇਹ ਆ ਕਿ ਹੁਣ ਤੁਸੀਂ ਜਿਹੜੇ ਛੱਡ ਕੇ ਗਏ ਆ ਉਹਨਾਂ ਤਾਂ ਅਪੀਲ ਕਰਕੇ ਵਾਪਸ ਬੁਲਾ ਰਹੇ ਹੋ, ਕਿ ਉਹਨਾਂ ਨੂੰ ਬੁਲਾਓਗੇ ਜਿਨ੍ਹਾਂ ਨੂੰ ਤੁਸੀਂ ਆਪ ਕੱਢਿਆ, ਜਿਨ੍ਹਾਂ ਨੂੰ ਤੁਸੀਂ ਆਪ ਫਤਵਾ ਦੇ ਕੇ ਤੋੜ ਦਿੱਤਾ, ਕੋਈ ਨਾ ਕੋਈ ਟੈਗ ਲਾ ਕੇ ਤੋੜ ਦਿੱਤਾ, ਕਿ ਉਹਨਾਂ ਨੂੰ ਵੀ ਬੁਲਾਓਗੇ? ਔਰ ਸਵਾਲ ਇਹ ਵੀ ਕਰਨਾ ਬਣਦਾ ਤੇ ਜਵਾਬ ਇਹ ਵੀ ਆਉਣਾ ਚਾਹੀਦਾ ਹੈ ਕਿ ਇਹ ਜਿਹੜਾ ਅੱਜ ਅਪੀਲ ਕਰਨੀ ਪਈ, ਇਹ ਅਪੀਲ ਕਰਨੀ ਕਿਉਂ ਪਈ? ਕਿਉਂਕਿ ਲੰਘੇ ਕੁਝ ਦਿਨ ਪਹਿਲਾਂ 3 ਜੂਨ ਨੂੰ
ਬੀਬੀ ਜਗੀਰ ਕੌਰ ਹੋਰਾਂ ਨੇ ਇੱਕ ਐਲਾਨ ਕੀਤਾ ਸੀ। ਉਸ ਐਲਾਨ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਧੜਾ, ਇੱਕ ਫਰੰਟ ਖੜਾ ਕੀਤਾ, ਜਿਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਦੇ ਵਿੱਚ ਇਹ ਪੰਥਕ ਧੜਾ ਜਿਹੜਾ ਹੈ ਉਹ ਪੂਰੀ ਜ਼ੋਰ ਸ਼ੋਰ ਦੇ ਨਾਲ ਸ਼ਮੂਲੀਅਤ ਕਰੇਗਾ। ਔਰ ਯਕੀਨਨ ਤੁਹਾਨੂੰ ਯਾਦ ਹੋਏਗਾ ਜਦੋਂ VOTING ਹੋਈ ਸੀ ਤੇ ਕਈ ਮੈਂਬਰ ਜਿਹੜੇ ਆ ਜਗੀਰ ਕੌਰ ਹੋਰਾਂ ਦੇ ਨਾਲ ਭੁਗਤੇ ਸੀ ਤੇ ਕਈ ਢੀਂਡਸਾ ਪਰਿਵਾਰ ਦੇ ਨਾਲ ਵੀ ਖੜੇ ਆ। ਤੇ ਅਸਲ ਸੱਚਾਈ ਤਾਂ ਇਹ ਹੈ ਕਿ ਇਦੋਂ ਪਹਿਲਾਂ ਕਿਤੇ ਹੋਰ ਕੋਈ ਵੱਡਾ ਖੌਰਾ ਲੱਗ ਜੇ, ਜਿਸ ਤਰੀਕੇ ਨਾਲ ਸਾਰੋ ਸਾਹਿਬ ਨੇ ਚਿੱਠੀ ਕੱਢ ਕੇ DC ਦਫ਼ਤਰਾਂ ਨੂੰ ਭੇਜੇ, ਜਿਸ ਤਰੀਕੇ ਦੇ ਨਾਲ ਇਹ ਆਦੇਸ਼ ਹੋਏ ਕਿ ਜਿਹੜਾ ਵੋਟਰ ਸੂਚੀ ਬਣਾਈ ਜਾਵੇ SGPC ਚੋਣਾਂ ਲਈ, ਉਸ ਤੋਂ ਬਾਅਦ ਲੱਗ ਰਿਹਾ ਹੈ ਕਿ ਅਖੀਰਲਾ ਦਾ ਜੇਕਰ ਹੁਣ ਕਮੇਟੀ ਵੀ ਸਾਡੇ ਹੱਥੋਂ ਨਿਕਲ ਜਾਂਦੀ ਹੈ ਤੇ ਗੱਲ ਜਿਹੜੀ ਹੈ ਉਹ ਵਸੋਂ ਬਾਹਰ ਹੋ ਸਕਦੀ ਹੈ। ਮੁੜ ਸੱਤਾ ਦੇ ਵਿੱਚ ਵਾਪਸੀ ਦਾ ਰਾਹ ਜਿਹੜਾ ਹੈ ਉਹ ਔਖਾ ਹੋ ਸਕਦਾ ਹੈ। ਔਰ ਇਸੇ ਕਰਕੇ ਕਿਤੇ ਨਾ ਕਿਤੇ ਇਹ ਅਪੀਲ ਕਰਕੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਗਿਲੇ ਸ਼ਿਕਵੇ ਬਹੁਤ ਵੱਡੇ ਨੇ ਕਿ ਉਹ ਗਿਲੇ ਸ਼ਿਕਵੇ ਦੂਰ ਹੋਣਗੇ। ਔਰ ਇਹ ਵੀ ਗੱਲ ਹੈ ਕਿ ਇਸ ਬਹਾਨੇ ਪਿਛਲੇ ਦਿਨੀ ਜਿਹੜੀ ਜਫੀ ਸਿੱਧੂ ਤੇ ਮਜੀਠੀਆ ਹੋਰਾਂ ਨੇ ਪਾਈ ਸੀ ਤੇ ਇਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਉਹਨਾਂ ਨੇ ਵਾਪਸੀ ਜਿਹੜਾ ਸੁਨੇਹਾ ਦੇ ਦਿੱਤਾ ਹੈ, ਕਿਉਂਕਿ ਅਕਾਲੀ ਭਾਜਪਾ ਦੇ ਗੱਠਜੋੜ 'ਚ ਇਕੱਠੇ ਰਿਹਾ ਕਰਦੇ ਸੀਗੇ। ਕੋਈ ਜਿਹੜੇ ਉਦਘਾਟਨ ਵਾਲੇ ਚਿੰਨ੍ਹ ਸੀ ਉਹਨਾਂ ਨੂੰ ਲੈ ਕੇ ਰੌਲਾ ਪੈ ਗਿਆ ਸੀ। ਉਸ ਤੋਂ ਬਾਅਦ ਨਵਜੋਤ ਸਿੱਧੂ BJP ਤੋਂ ਵੀ ਬਾਹਰ ਹੋ ਗਏ ਸੀ ਤੇ ਅਕਾਲੀਆਂ ਤੋਂ ਵੀ ਬਾਹਰ ਹੋ ਗਏ ਸੀ। ਉਹ ਕਹਿੰਦੇ ਸੀ ਸਾਡੀ ਉਸ ਤਰੀਕੇ ਨਾਲ ਕਦਰ ਨਹੀਂ ਕੀਤੀ ਜਾਂਦੀ ਜਿਸ ਤਰੀਕੇ ਨਾਲ ਇੱਕ ਸੀਨੀਅਰ ਕੱਦ-ਬੁੱਤ ਵਾਲੇ ਆਗੂ ਦੀ ਹੋਣੀ ਚਾਹੀਦੀ ਹੈ। ਕਿ ਹੁਣ ਉਸ ਜੱਫੀ ਤੋਂ ਬਾਅਦ ਇਹ ਜਿਹੜਾ ਸੁਨੇਹਾ ਉਸ ਤੋਂ ਬਾਅਦ ਕਈ ਜਿਹੜੇ ਟਵੀਟ ਆਏ ਹੈ ਕਿ ਇਹ ਸਾਰਿਆਂ ਨੂੰ ਬੁਲਾ ਰਹੇ ਹੈ ਤੇ ਉਹਨਾਂ ਦਾ ਕੀ ਬਣੂਗਾ, ਖਾਸ ਤੌਰ ਤੇ ਜਿਨ੍ਹਾਂ ਨੂੰ ਤੁਸੀਂ ਹੱਥੀ ਕੱਢ ਦਿੱਤਾ, ਜਿਨ੍ਹਾਂ ਨੂੰ ਤੁਸੀਂ ਹੱਥੀ ਬੇਦਾਵਾ ਦੇ ਦਿੱਤਾ। ਧਾਲੀਵਾਲ ਸਾਹਿਬ ਸਾਡੇ ਨਾਲ ਟਕਸਾਲੀ ਲੀਡਰ ਜਗਮੀਤ ਸਿੰਘ ਬਰਾੜ ਜੁੜ ਚੁੱਕੇ ਨੇ। ਬਰਾੜ ਸਾਹਿਬ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਤੁਸੀਂ ਵਾਪਸ ਮੁੜ ਆਓ, ਜਿਹੜੇ ਪਾਰਟੀ ਤੋਂ ਲੀਡਰ ਬਾਗੀ ਹੋਏ ਸੀ, ਕਹਿੰਦੇ ਮੈਂ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਨੂੰ ਤਿਆਰ ਹਾਂ। आवाज नहीं आ रही थोड़ी क्लियर? हेलो जी बराड़ साहब, ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ, ਉਹ ਕਹਿੰਦੇ ਕਿ ਮੈਂ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਦੇ ਲਈ ਤਿਆਰ ਹਾਂ। ਜਿਹੜੇ ਪਾਰਟੀ ਛੱਡ ਕੇ ਗਏ ਨੇ ਲੀਡਰ, ਚਾਹ ਫਿਰ ਬਾਗੀ ਹੋਏ ਨੇ, ਉਹਨਾਂ ਨੂੰ ਵਾਪਸ ਆਉਣਾ ਚਾਹੀਦਾ, ਮੈਂ ਗਲਤੀ ਮੰਨ ਰਿਹਾ। ਦੇਖੋ ਅੱਜ ਹੀ ਸੰਯੁਕਤ ਅਕਾਲੀ ਦਲ ਦੀ ਮੀਟਿੰਗ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ, ਵੈਟਰਨ ਲੀਡਰ, ਸੀਨੀਅਰ ਮੋਸਟ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦੀ ਅਗਵਾਈ ਹੇਠ ਹੋਈ ਹੈ ਜੀ। ਸਾਰੇ ਜ਼ਿਲ੍ਹਿਆਂ ਦੇ ਜਥੇਦਾਰ ਸਹਿਬਾਨ ਔਰ 9 ਮੈਂਬਰਸ ਜਿਹੜੀ ਹਾਈ ਲੈਵਲ ਪਾਵਰਡ ਕੋਰ ਕਮੇਟੀ ਦਾ ਉਹਨਾਂ ਨੇ ਗਠਨ ਕੀਤਾ ਸੀ, ਜਾਂ ਉਹਨੂੰ ਕੋਆਰਡੀਨੇਸ਼ਨ ਕਮੇਟੀ ਕਹਿ ਲਓ, ਉਹਦਾ ਅੱਜ ਇੱਕ ਫੈਸਲਾ ਲਿਆ ਗਿਆ ਬਹੁਤ ਵੱਡਾ ਕਿ ਉਹਨਾਂ ਨੇ 2-3 ਕਮੇਟੀਆਂ ਜਿਹੜੀਆਂ ਹੈਗੀਆਂ ਫਾਰਮੂਲੇਟ ਕੀਤੀਆਂ SGPC ਦੀਆਂ ਇਲੈਕਸ਼ਨਸ ਦੇ ਪੇਸ਼ੇ ਨਜ਼ਰ। ਨਾਲ ਦੀ ਨਾਲ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਖਾਸ ਕਰਕੇ ਜਿਹੜਾ ਸਿੰਘ ਸਾਹਿਬ ਘੱਲੂਘਾਰਾ ਦਿਵਸ ਦੇ ਮੌਕੇ ਤੇ ਦੁਖਦਾਈ ਸਮੇਂ ਦੇ ਮੌਕੇ ਤੇ ਕੌਮ ਦੀ ਅਗਵਾਈ ਲਈ ਜੋ ਉਹਨਾਂ ਨੇ ਸ਼ਬਦ ਕਹੇ ਨੇ, ਉਹ ਕਿਉਂਕਿ ਸਾਰਿਆਂ ਲਈ ਸਰਵ ਪ੍ਰਵਾਨਿਤ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਦੇ ਇਸ ਫੈਸਲੇ ਨੂੰ ਭਰਪੂਰ ਇਕੱਲਾ ਸਮਰਥਨ ਹੀ ਨਹੀਂ ਕਿ ਉਹਨਾਂ ਦਾ ਇਨ ਬਿਨ ਕਹੇ ਹੋਏ ਸ਼ਬਦਾਂ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਉਸ 9 ਮੈਂਬਰੀ ਕਮੇਟੀ ਨੇ, ਜਿਹਦਾ ਮੈਨੂੰ ਅੱਜ ਉਹਨਾਂ ਨੇ ਮਾਣ ਬਖਸ਼ਿਆ ਚੇਅਰਮੈਨ ਉਸ ਕਮੇਟੀ ਦਾ ਹੋਣ ਦਾ, ਅਸੀਂ ਉਹਦਾ ਬਹੁਤ ਭਰਪੂਰ ਸਵਾਗਤ ਕੀਤਾ ਹੈ ਔਰ ਕੌਮ ਦੀ ਅਗਵਾਈ ਐਸੇ ਬਿਖਰੇ ਸਮੇਂ ਤੇ ਹੋਣੀ ਚਾਹੀਦੀ। ਜਿਹੜੀ ਇਹ ਡਿਵੈਲਪਮੈਂਟ ਤੁਸੀਂ ਪੁੱਛ ਰਹੇ ਹੋ ਕਿ ਅੱਜ ਸ਼ਾਇਦ ਸੁਖਬੀਰ ਸਿੰਘ ਜੀ ਬਾਦਲ ਨੇ ਕੋਈ ਸ਼ਬਦ ਅਖੰਡ ਪਾਠ ਸਾਹਿਬ, ਮੇਰੇ ਖਿਆਲ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦੀ ਉਹਨਾਂ ਦੀ ਯਾਦ ਜਾਂ ਵਿੱਚ ਰੱਖੇ ਗਏ ਸੀਗੇ, ਉਹਨਾਂ ਨੂੰ ਸਮਰਪਿਤ, ਤਾਂ ਉਹਨਾਂ ਨੇ ਕੋਈ ਗੱਲ ਕਹੀ, ਮੈਂ ਉਹਨਾਂ ਦੇ ਮੁਖਾਤਿਬ ਤੋਂ ਸੁਣਿਆ ਨਹੀਂ ਅਜੇ ਕਿ ਕੀ ਉਹਨਾਂ ਨੇ ਕਿਹਾ। ਲੇਕਿਨ ਇੱਕ ਗੱਲ ਚੇਤ ਕੇ ਰੱਖਣੀ ਬੜੀ ਜ਼ਰੂਰੀ ਹੈ ਕਿ ਕੁਝ ਐਸੇ ਲੀਡਰਸ ਨੇ ਜਿਹੜੇ ਛੱਡ ਗਏ ਸਨ, ਇਹ ਕਹਿਣਾ ਵਾਜਬ ਨਹੀਂ ਹੈ। ਬੀਬੀ ਜਾਗੀਰ ਕੌਰ ਦੇ ਖਿਲਾਫ ਔਰ ਮੇਰੇ ਖਿਲਾਫ ਏਕਤਾ, ਇੱਕ ਮੁੱਠਤਾ, ਇੱਕ ਸੁਰਤਾ ਔਰ ਆਪਦਾ ਸਭ ਕੁਝ ਤਿਆਗ ਕਰਕੇ ਕੋਈ ਅਪਸ਼ਬਦ ਨਾ ਕਹਿ ਕੇ ਕਿਹਾ ਗਿਆ ਸੀ ਕਿ ਆਓ ਆਪਾਂ ਇੱਕ ਸਾਂਝੀ ਪ੍ਰੈਜ਼ੀਡੀਅਮ ਦਾ ਗਠਨ ਕਰੀਏ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਐਜ਼ ਅ ਰੀਜਨਲ ਪਾਰਟੀ, ਜਿਹੜੀਆਂ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਤੇ ਚੁਣੌਤੀਆਂ ਹਨ, ਸਾਡੀ ਹੋਂਦ, ਸਾਡੀ ਭਾਸ਼ਾ, ਸਾਡਾ ਪ੍ਰਵਾਸ, ਸਾਡੇ ਨਸ਼ੇ, ਅਨੇਕਾਂ, ਇਹਨਾਂ ਨੂੰ ਆਪਾਂ ਜੁਆਇੰਟਲੀ ਲੜ ਸਕਦੇ ਹਾਂ। ਲੇਕਿਨ ਜਿਹੜਾ ਬਿਰਤਾਂਤ ਪੰਜਾਬ ਦੇ ਵਿੱਚ ਪਰਸਨਲ ਸ਼ੁਰੂ ਹੋ ਗਿਆ, ਇਹ ਇੰਨਾ ਅਨਫੋਰਚੂਨੇਟ ਹੈ ਕਿ ਇਹਨੇ ਸਾਡਾ ਡਿਸਕੋਰਸ ਹੈ ਜਿਹੜਾ ਉਹਨੂੰ ਦੁਨੀਆ ਹੱਸ ਰਹੀ ਹੈ। ਲੋਐਸਟ ਲੈਵਲ ਤੇ ਅਸੀਂ ਲੈ ਗਏ ਕਿ ਵੀ ਆਰ ਓਨਲੀ ਬੋਦਰਡ ਇੰਡੀਵਿਜੂਅਲਸ ਲਈ, ਪਰ ਅਗਰ
ਸੁਖਬੀਰ ਸਿੰਘ ਹੋਰਾਂ ਨੇ ਇਹ ਸ਼ਬਦ ਕਹੇ ਨੇ ਤਾਂ ਇਹ ਮਾਨਯੋਗ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਇਹਦੇ ਤੇ ਆਪਣਾ ਪ੍ਰਤੀਕਰਮ ਦੇ ਦੇਣਗੇ। ਬਰਾੜ ਸਾਹਿਬ, ਮੈਂ ਤੁਹਾਡਾ ਪ੍ਰਤੀਕਰਮ ਲੈਣਾ ਚਾਹੁੰਦਾ। ਜੇਕਰ ਹੁਣ ਸੁਖਬੀਰ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਕਿ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ, ਕਿ ਬਰਾੜ ਸਾਹਿਬ ਦੀ ਵਾਪਸੀ ਹੋ ਸਕਦੀ ਹੈ ਅਕਾਲੀ ਦਲ ਦੇ ਵਿੱਚ? ਨਹੀਂ, ਵਾਪਸੀ ਦਾ ਤਾਂ ਕੋਈ ਕੁਐਸਚਨ ਨਹੀਂ ਹੈ, ਕਿਉਂਕਿ ਉਹਨਾਂ ਨੇ ਤਾਂ ਜਗੀਰ ਕੌਰ ਜੀ ਦੇ ਮੇਰੇ ਖਿਲਾਫ ਡਿਸਪਲਿਨਰੀ ਕਮੇਟੀ ਨੇ ਐਕਸ਼ਨ ਲੈ ਕੇ ਔਰ ਉਸ ਤੋਂ ਬਾਅਦ ਆਪਣੇ 10 ਬੰਦਿਆਂ ਨੂੰ ਬਹੁਤ ਮਿਆਰ ਤੋਂ ਡਿੱਗੀ ਹੋਈ ਸ਼ਬਦਾਵਲੀ ਔਰ ਸਾਡੇ ਵੱਲੋਂ ਇੱਕ ਰਿਕਾਰਡ ਤੇ ਕੋਈ ਸ਼ਬਦ ਦਿਖਾ ਦੇ ਕਿ ਅਕਾਲੀ ਦਲ ਪ੍ਰਤੀ, ਵੱਡੇ ਬਾਦਲ ਸਾਹਿਬ ਪ੍ਰਤੀ, ਸੁਖਬੀਰ ਜੀ ਹੋਰੀ ਪ੍ਰਤੀ ਜਾਂ ਉਹਨਾਂ ਦੇ ਸੀਨੀਅਰ ਲੀਡਰਸ ਨੇ ਜਿਨ੍ਹਾਂ ਸਾਹਿਬ ਬਲਵਿੰਦਰ ਸਿੰਘ ਭੂਜਰ ਨੂੰ ਲਾਸਟ ਟਾਈਮ ਤੱਕ ਅਸੀਂ ਇਹ ਕਹਿੰਦੇ ਰਹੇ ਕਿ ਉਹਨਾਂ ਨੂੰ ਸਾਰੇ ਪ੍ਰਵਾਨ ਕਰਨ ਨੂੰ ਤਿਆਰ ਨੇ। ਅਸੀਂ ਕੋਈ ਕੰਟਰਡਿਕਟਰੀ ਗੱਲ ਨਹੀਂ ਕੀਤੀ। ਇਹ ਕੰਟਰਡਿਕਟਰੀ ਗੱਲ ਉਹਨਾਂ ਨੇ ਆਪਣੀ ਮੀਟਿੰਗ 'ਚ ਹੀ ਕੀਤੀ ਸੀ ਕਿ ਮੈਂ ਬਹੁਤ ਵੱਡੀ ਜ਼ਿੰਦਗੀ ਦੀ ਗਲਤੀ ਕੀਤੀ ਅਗਰ ਮੈਂ ਪੰਜਾਬ ਦੇ ਕੁਝ ਸੁਹਿਰਦ ਬੰਦਿਆਂ ਨੂੰ ਲਿਆਂਦਾ ਨਾਲ, ਜਾਂ ਬੀਬੀ ਜੀ ਹੋਰਾਂ ਨੇ ਜਿਹੜਾ ਕਿਹਾ ਕਿ ਮੈਂ ਐਸਜੀਪੀਸੀ ਦੀ ਚੋਣ ਲੜਨੀ ਹੈ, ਉਹ ਵਿਦਿਨ ਉਹਨਾਂ ਦੇ ਰਾਈਟ ਸੀਗਾ ਔਰ ਉਹ ਸੇਵਾ ਕਰਨਾ ਚਾਹੁੰਦੇ ਸੀ। ਉਹਨਾਂ ਨੂੰ ਜਿਸ ਪ੍ਰਕਾਰ ਵੂਮਨਹੁੱਡ ਤੇ ਅਟੈਕ ਹੋਇਆ, ਜਿਸ ਪ੍ਰਕਾਰ ਉਹਨਾਂ ਦੀ ਪਰਸਨਲ ਜ਼ਿੰਦਗੀ ਤੇ ਅਟੈਕ ਹੋਇਆ, ਔਰ ਫਿਰ 4 ਬੰਦੇ ਜਿਹੜੇ, ਚਲੋ ਮੈਂ ਕਿਸੇ ਦਾ ਕੋਈ ਨਹੀਂ, ਮੇਰੇ ਉਹ ਵੀ ਸਤਿਕਾਰਯੋਗ ਹੈ, ਉਹਨਾਂ ਨੂੰ ਬੜੇ ਮਤਲਬ ਮੀਡੀਆ ਰਾਹੀਂ ਬੜੀਆਂ ਹੌਲੀਆਂ, ਬੜੀਆਂ ਛੋਟੀਆਂ, ਸੋ ਉਹ ਗੱਲਾਂ ਹੁਣ ਇਹ ਗੱਲ ਕਰਨ ਦਾ ਇਸ ਕਰਕੇ ਬਹੁਤਾ ਮਹੱਤਵ ਨਹੀਂ ਰਹਿ ਜਾਂਦਾ ਕਿ ਜਦੋਂ ਐਵਰੀਥਿੰਗ ਇਜ਼ ਲੌਸਟ, ਜਦੋਂ ਹੁਣ ਕੋਈ ਮੰਨਣ ਨੂੰ ਤਿਆਰ ਨਹੀਂ ਹੈਗਾ ਔਰ ਉਦੋਂ ਇਹ ਗੱਲ ਕਹੀ ਜਾਣੀ। ਵੈਸੇ ਮੈਂ ਅਜੇ ਵੀ ਇਸ ਗੱਲ ਨੂੰ ਚੰਗੀ ਸਮਝਦਾ ਕਿ ਅਗਰ ਉਹਨਾਂ ਨੇ ਇਹ ਗੱਲ ਕਹੀ ਹੈਗੀ ਹੈ, ਲੇਕਿਨ ਵਾਪਸੀ ਦਾ ਨਹੀਂ ਕੁਐਸਚਨ ਹੈਗਾ ਕਿ ਇੱਕ ਜੁਆਇੰਟ ਇਹ ਤਿਆਗ ਕਰਨ, ਇਹ ਕੋਈ ਤਿਆਗ ਪੱਤਰ ਨਹੀਂ ਮੈਂ ਤੋਂ ਮੰਗਿਆ ਸੀ ਵੀ ਤੁਹਾਨੂੰ ਹਮੇਸ਼ਾ ਲਈ ਪਾਸੇ ਕਰ ਦੇਣਾ। ਇਹ ਕਿਹਾ ਗਿਆ ਸੀ ਕਿ ਇੱਕ ਵਾਰ, ਕਿਉਂਕਿ ਲੋਕ ਅਸਵੀਕਾਰ ਕਰ ਚੁੱਕੇ ਹੈ ਤੁਹਾਨੂੰ, ਮੇਜਰ ਮੁੱਦਿਆਂ ਤੇ ਤੁਹਾਡੀ ਰਿਜੈਕਸ਼ਨ ਹੋ ਚੁੱਕੀ ਹੈ, ਧਾਰਮਿਕ ਮੁੱਦਿਆਂ ਤੇ, ਮਾਫੀਨਾਮੇ ਤੇ, ਕੌਮ ਇਹ ਚਾਹੁੰਦੀ ਹੈ ਕਿ ਨਿਊ ਸਿੱਖ ਪਾਰਲੀਮੈਂਟ ਆਵੇ, ਨਵੇਂ ਬੱਚੇ ਆਉਣ 25 ਤੋਂ 30-35 ਸਾਲ ਤੱਕ 90% ਹਾਊਸ, ਜਿਹਨੂੰ ਦੁਨੀਆ ਭਰ ਵਿੱਚ ਅਸੀਂ ਦੱਸ ਸਕੀਏ ਕਿ ਕਿਸ ਪ੍ਰਕਾਰ ਅਸੀਂ ਬਰਾੜ ਸਾਹਿਬ ਅਗਲਾ ਸਵਾਲ ਮੇਰੇ ਨਾਲ ਨਵਜੋਤ ਸਿੰਘ ਧਾਲੀਵਾਲ ਨੇ ਤੁਹਾਨੂੰ ਕਰਨਗੇ। ਬਰਾੜ ਸਾਹਿਬ, ਮਾਜ਼ਰਤ ਚਾਹੁੰਦਾ ਤੁਹਾਨੂੰ ਦਰਮਿਆਨ ਰੋਕਿਆ ਤੁਹਾਡੀ ਤਕਰੀਰ ਦੇ। ਤੁਸੀਂ ਬਹੁਤ ਸੋਹਣੀ ਗੱਲ ਕਰ ਰਹੇ ਸੀਗੇ, ਤਵਾਰੀਖ ਦੇ ਤਮਾਮ ਜਿਹੜੇ ਹਵਾਲੇ ਦੇ ਕੇ ਤੁਸੀਂ ਇਹ ਗੱਲਬਾਤ ਰੱਖ ਰਹੇ ਸੀ, ਪਰ ਸਵਾਲ ਇਹ ਹੈ ਸੁਖਦੇਵ ਸਿੰਘ ਢੀਂਡਸਾ ਹੋਰੀ ਜਦੋਂ ਵੱਖ ਹੋਏ ਸੀਗੇ ਤੇ ਉਸ ਤੋਂ ਬਾਅਦ ਹੁਣ ਤੱਕ ਦੇ ਇਸ ਸਮੇਂ ਦੇ ਦਰਮਿਆਨ ਇੱਕ ਗੱਲ ਦਾ ਜ਼ਿਕਰ ਕਰਦੇ ਰਹੇ ਆ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਵਾਲੀ ਕੁਰਸੀ ਤੋਂ ਲਾਂਭੇ ਕਰ ਦਿੱਤਾ ਜਾਊਗਾ ਤੇ ਫਿਰ ਵਾਪਸੀ ਦੀ ਗੱਲ ਤੁਰ ਸਕਦੀ ਹੈ। ਜੇਕਰ ਇਸ ਤਰੀਕੇ ਦੇ ਨਾਲ ਕੋਈ ਗੱਲਬਾਤ ਹੁੰਦੀ ਹੈ, ਜੇਕਰ ਅਕਾਲੀ ਦਲ ਦਾ ਪ੍ਰਧਾਨ ਬਾਦਲ ਪਰਿਵਾਰ ਤੋਂ ਬਾਹਰ ਹੁੰਦਾ ਹੈ ਤੇ ਫਿਰ ਵਾਪਸੀ ਦਾ ਕੋਈ ਰਾਹ ਪੱਧਰਾ ਹੋ ਸਕਦਾ? ਦੇਖੋ, ਮਿੱਠੀ ਔਰ ਠੰਡੀ ਗੱਲ ਸ਼ੋਭਨੀय ਹੁੰਦੀ ਹੈ। ਮੈਂ ਇਸ ਵਰਤਾਂਤ 'ਚ ਨਹੀਂ ਰਹਿਣਾ ਚਾਹੁੰਦਾ ਕਿ ਉਹ ਛੱਡ ਦੇਣ, ਕੁਰਸੀ ਛੱਡ ਦੇਣ, ਪਾਸੇ ਹੋ ਜਾਣ, ਲਾਂਭੇ ਹੋ ਜਾਣ। ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਸਿੱਖ ਇਥੋਸ ਦੇ ਮੁਤਾਬਕ ਉਹਨਾਂ ਨੂੰ ਤਿਆਗ ਕਰਨਾ ਚਾਹੀਦਾ ਹੈ ਔਰ ਯੂਨਿਟੀ ਦੀ ਕਾਲ ਜਿਹੜੀ ਹੈ ਉਹ ਸਾਰੇ ਪਾਸੋਂ ਆ ਰਹੀ ਹੈਗੀ ਹੈ ਔਰ ਆਪਦੀ ਈਗੋ ਛੱਡਣੀ ਤਾਂ ਪਏਗੀ ਨਾ। ਜਦੋਂ ਬਾਕੀ ਸਾਰੇ ਲੀਡਰ ਛੱਡਣ ਨੂੰ ਤਿਆਰ ਹੈ ਤੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਜਿਹੜਾ ਲੇਟੈਸਟ ਉਹਨਾਂ ਦਾ ਮਹਾਨ ਇੱਕ ਪ੍ਰਵਚਨ ਹੈ ਉਸ ਪਵਿੱਤਰ ਸਥਾਨ ਤੋਂ, ਉਹਨੂੰ ਮੈਂ ਵੈਲਕਮ ਹੀ ਨਹੀਂ ਕਰਦਾ। ਮੈਂ ਇਨ ਬਿਨ ਸ਼ਬਦ ਉਹਨਾਂ ਦੇ, ਹਾਲਾਂਕਿ ਲੋਕ ਲੱਖਾਂ ਗੱਲਾਂ ਕਰ ਸਕਦੇ ਆ ਪੋਲੀਟੀਕਲ ਕਿ ਜੀ ਨਹੀਂ ਉਹ ਫਲਾਣੇ ਨੇ ਉਹ, ਲੇਕਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਕਮੈਂਟ ਕਰਨ ਲੱਗਿਆ ਸਾਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਇੰਡੀਵਿਜੂਅਲ ਲੀਡਰਸ ਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ। ਉਹ ਸਰਵਉੱਚ ਸੰਸਥਾ ਹੈ, ਉੱਥੇ ਸਮੇਂ ਪਰ ਸਮੇਂ ਬੜੇ ਮਹਾਨ ਲੋਕ ਬੈਠੇ ਹੈ। ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਮਣੇ ਉਹ ਪੇਸ਼ ਹੋ ਕੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਔਰ ਇੱਕ ਪੰਥ ਦੀ ਏਕਤਾ ਦੀ ਗੱਲ ਕਰਦੇ ਤਾਂ ਨੈਚੁਰਲੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਭੂਮਿਕਾ ਪ੍ਰਮੁੱਖ ਹੀ ਹੋਏਗੀ। ਇਹ ਜ਼ਰੂਰੀ ਨਹੀਂ ਹੈ ਕਿ ਇਕੱਲੇ ਬਰਾੜ ਸਾਹਿਬ ਜਿਹੜੀ ਮੁਆਫੀ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜੀ ਪੋਲਿਟਿਕਸ ਹੈਗੀ ਹੈ, ਜਿਹੜੀ ਰਾਜਨੀਤਿਕਰਨ ਹੈ ਇਹਨਾਂ ਮੁੱਦਿਆਂ ਦਾ, ਉਹ ਨਾ ਕਰਕੇ ਆਪਾਂ ਜਿਹੜਾ ਬ੍ਰਹਮੰਡੀ ਵਿਜ਼ਨ ਹੈ ਗੁਰੂ ਨਾਨਕ ਦੇਵ ਮਹਾਰਾਜ ਦਾ ਕਿ ਜਦੋਂ ਤੁਸੀਂ ਤਿਆਗ ਕਰਦੇ ਆ ਤਾਂ ਲੋਕ ਤੁਹਾਨੂੰ ਸਵੀਕਾਰ ਕਰਦੇ ਹੈ, ਇਹ ਬ੍ਰਹਮੰਡੀ ਵਿਜ਼ਨ ਨੂੰ ਫੋਲੋ ਕਰਨ। ਮੈਂ ਤਾਂ ਸਿਰਫ ਇਹੀ ਬੇਨਤੀ ਕਰ ਸਕਦਾ। ਨਹੀਂ, ਇੱਕ ਜਿਹੜੀ ਉਹਨਾਂ ਨੇ ਮੁਆਫੀ ਦੀ ਗੱਲ ਕੀਤੀ ਹੈ, ਉਹ ਕਿਹੜੀ ਮੁਆਫੀ ਦੀ ਗੱਲ ਕਰਦੇ ਆ? ਮਤਲਬ ਕੋਈ ਗਲਤੀ ਹੋਈ? ਮੈਨੂੰ ਨਹੀਂ ਪਤਾ, ਮੈਂ ਉਹਨਾਂ ਤੋਂ ਸੁਣਿਆ ਨਹੀਂ ਕਿਉਂਕਿ ਮੈਂ ਤਾਂ ਖੁਦ ਮੀਟਿੰਗ ਦੇ ਵਿੱਚ ਮੋਹਾਲੀ 4 ਘੰਟੇ ਲਗਾਤਾਰ ਬਹੁਤ ਵਿਸਥਾਰ ਪੂਰਵਕ ਮੀਟਿੰਗ ਚੱਲ ਰਹੀ ਸੀ। ਮੈਂ ਧੰਨਵਾਦੀ ਮੈਨੂੰ ਫੋਨ ਕੀਤਾ। ਜੇ ਤੁਸੀਂ ਸੁਣਨਾ ਚਾਹੁੰਦੇ ਹੋ ਅਸੀਂ ਤੁਹਾਨੂੰ ਸੁਣਵਾ ਵੀ ਸਕਦੇ ਹਾਂ ਉਹਨਾਂ ਦੇ ਹੂਬਹੂ। ਮੈਨੂੰ ਸੁਣਵਾ ਦਿਓ,
कोई गल नहीं, वेलकम करदा। मैं टीम ਨੂੰ ਕਹੂੰਗਾ ਕਿ ਇੱਕ ਵਾਰੀ ਕਾਈਂਡਲੀ ਇਹ ਜ਼ਰੂਰ ਪਲੇ ਕਰ ਦਿੱਤੇ ਜਾਣ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉਹ ਬੋਲ। ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਤੇ ਮੈਂ ਸਾਰੇ ਬਾਕੀ ਵੀ ਲੀਡਰ ਜੋ ਅਕਾਲੀ ਦਲ ਛੱਡ ਕੇ ਦੂਜੀਆਂ ਪਾਰਟੀਆਂ 'ਚ ਗਏ ਹੈ ਉਹਨਾਂ ਨੂੰ ਅਪੀਲ ਕਰਦਾ ਹੈ, ਆਓ ਵਾਪਸ ਘਰ ਆਓ। ਤੁਹਾਨੂੰ ਜੇ ਮੈਥੋਂ ਕੋਈ ਗਲਤੀ ਹੋਈ ਮੈਂ ਉਹਦੀ ਮਾਫੀ ਵੀ ਮੰਗ ਲੈਣਾ ਹੈ ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਤੇ ਮੈਂ ਸਾਰੇ ਬਾਕੀ ਵੀ ਲੀਡਰ ਜੋ ਅਕਾਲੀ ਦਲ ਛੱਡ ਕੇ ਦੂਜੀਆਂ ਪਾਰਟੀਆਂ 'ਚ ਗਏ ਹੈ ਉਹਨਾਂ ਨੂੰ ਅਪੀਲ ਕਰਦਾ ਹੈ, ਆਓ ਵਾਪਸ ਘਰ ਆਓ। ਤੁਹਾਨੂੰ ਜੇ ਮੈਥੋਂ ਕੋਈ ਗਲਤੀ ਹੋਈ ਮੈਂ ਉਹਦੀ ਮਾਫੀ ਵੀ ਮੰਗ ਲੈਣਾ ਹੈ। ਬਰਾੜ ਸਾਹਿਬ ਉਮੀਦ ਕਰਦਾ ਕਿ ਆਵਾਜ਼ ਤੁਹਾਡੇ ਤੱਕ ਹਾਂਜੀ ਪਹੁੰਚੀ। ਹਾਂਜੀ ਹਾਂ ਬਿਲਕੁਲ, ਬਹੁਤ ਮੈਂ ਧੰਨਵਾਦੀ ਹਾਂ ਤੁਹਾਡਾ। ਤੁਹਾਨੂੰ ਇਨ ਦਿਨ ਤੁਸੀਂ ਜੋ ਉਹਨਾਂ ਨੇ ਸ਼ਬਦ ਕਹੇ ਨੇ ਉਹ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਮੈਨੂੰ ਭੇਜਿਆ ਹੈਗਾ। ਮੈਂ ਇਸ ਬਿਆਨ ਦਾ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਸਾਹਿਬ ਜਿਹੜੇ ਪਾਰਟੀਆਂ ਛੱਡ ਕੇ ਦੂਜੀ ਪਾਰਟੀਆਂ 'ਚ ਗਏ ਉਹ ਇਹ ਗੱਲ ਕਹਿ ਰਹੇ ਆ ਜੀ ਉਹਨਾਂ ਤੋਂ ਇਹ ਗੱਲ ਸਾਡੇ ਤੇ ਕਿਸੇ ਤੇ ਲਾਗੂ ਨਹੀਂ ਹੁੰਦੀ, ਕਿਉਂਕਿ ਅਸੀਂ ਪੰਥਕ ਪਲੇਟਫਾਰਮ ਤੇ, ਕੌਮ ਦੇ ਪਲੇਟਫਾਰਮ ਤੇ, ਪੰਜਾਬ ਦੇ ਪਲੇਟਫਾਰਮ ਤੇ, ਪੰਜਾਬ ਦੇ ਓਵਰਆਲ ਕੰਟੈਕਸਟ ਦੇ ਵਿੱਚ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਮਿਆਰ ਤੋਂ ਡਿੱਗੀਆਂ ਗੱਲਾਂ ਈਵਨ ਮੇ ਵੀ ਜਿਹੜੇ 92 ਬੰਦੇ ਇਲੈਕਟ ਹੋ ਕੇ ਆਏ ਨੇ ਜਾਂ ਉਹਨਾਂ ਨੂੰ ਆਵਾਮ ਨੇ ਚੁਣਿਆ ਹੈ, ਸਾਨੂੰ ਇਹ ਕੋਈ ਅਧਿਕਾਰ ਨਹੀਂ ਕਿ ਅਸੀਂ ਇਹ ਕਹੀਏ कि ये क्यों आ गए, वो क्यों आ गए, ये क्या करते थे। ना ਅਸੀਂ ਉਹਨਾਂ ਪ੍ਰਤੀ ਵੀ, ਹਾਲਾਂਕਿ ਪੋਲੀਟੀਕਲ ਡਿਫਰੈਂਸਿਸ ਜਿਹੜੇ ਨੇ ਉਹ ਬਹੁਤ ਵੱਡੇ ਨੇ ਸਭ ਪਾਸੇ, ਕਿਉਂਕਿ ਸੁਖਬੀਰ ਜੀ ਨੇ ਇਹ ਕਿਹਾ ਹੈਗਾ ਕਿ ਅਸੀਂ ਵੈਲਕਮ ਕਰਾਂਗੇ। ਮੈਂ ਮਾਫੀ ਮੰਗਦਾ, ਇਹ ਉਹਨਾਂ ਦਾ ਵੱਡਾ ਸਾਹਿਬ ਇੱਕ ਤਾਂ ਗੱਲ ਇਹ ਗੱਲ ਉਹਨਾਂ ਨੇ ਕਹੀ ਹੈ ਕਿ ਜਿਹੜੇ ਛੱਡ ਕੇ ਗਏ ਆ, ਮੈਂ ਤਾਂ ਇਹ ਗੱਲ ਸਮਝਣੀ ਚਾਹੁੰਦਾ ਜਿਹੜੇ ਕੱਢੇ ਗਏ ਆ ਕਿ ਉਹਨਾਂ ਨੂੰ ਵੀ ਵੈਲਕਮ ਕੀਤਾ ਜਾਊਗਾ, ਜਿਨ੍ਹਾਂ ਨੂੰ ਖੂੰਜੇ ਲਾਈਨ ਲਾਤਾ ਉਹਨਾਂ ਨੂੰ ਵੀ ਬੁਲਾਇਆ ਜਾਊਗਾ। ਇਹਦੇ ਬਾਰੇ ਦੇਖੋ, ਇਹ ਤਾਂ ਉਹਨਾਂ ਨੇ ਆਪ ਸੋਚਣਾ ਹੈਗਾ ਨਾ, ਉਹਨਾਂ ਦੀ ਕਾਲ ਦਾ, ਕਿਉਂਕਿ ਅਕਾਲੀ ਦਲ FCPC ਦੀਆਂ ਚੋਣਾਂ ਚਲੋ ਆਉਣੀਆਂ, ਜਦੋਂ ਵੀ ਲੋਕ ਸਭਾ ਦੀਆਂ ਚੋਣਾਂ 'ਚ ਵੀ 10 ਮਹੀਨੇ ਰਹਿ ਗਏ ਨੇ। ਤੁਹਾਨੂੰ ਪਤਾ ਹੈ ਕਿ ਜਲੰਧਰ ਦੇ ਵਿੱਚ ਜਿਹੜਾ ਢੀਂਡਸਾ ਸਾਹਿਬ ਦਾ ਇੱਕ ਉਹਨਾਂ ਨੇ ਸਰਵ ਪ੍ਰਵਾਨਿਤ ਅਲਾਇੰਸ ਕੀਤਾ BJP ਨਾਲ, ਔਰ ਕੁਝ ਗੱਲਾਂ ਤੇ BJP ਨਾਲ ਟਾਕਸ ਚੱਲ ਰਹੀਆਂ ਹੈਗੀਆਂ ਕਿ ਕਿਵੇਂ ਅਸੀਂ ਵੱਧ ਤੋਂ ਵੱਧ ਸਪੇਸ ਕੌਮ ਤੇ ਆਈਆਂ ਹੋਈਆਂ ਵਿਪਤਾਵਾਂ ਦੀ ਉਹਨਾਂ ਤੋਂ ਪ੍ਰਾਪਤ ਕਰ। ਅਜੇ ਤੱਕ ਤਾਂ ਉਹਨਾਂ ਨਾਲ ਨੈਗੋਸ਼ੀਏਸ਼ਨ ਟੇਬਲ ਤੇ ਉਸ ਤਰੀਕੇ ਨਾਲ ਕੋਈ ਬੈਠਾ ਹੀ ਨਹੀਂ ਨਾ, ਔਰ ਮੈਨੂੰ ਲੱਗਦਾ ਬਹੁਤ ਛੇਤੀ ਨੈਗੋਸ਼ੀਏਸ਼ਨ ਟੇਬਲ ਤੇ ਇਹਨਾਂ ਮੁੱਦਿਆਂ ਤੇ ਜਿਹੜੇ ਪੰਜਾਬ ਦੇ, ਕੌਮ ਦੇ, ਸਿੱਖ ਕੌਮ ਦੇ, ਆਰਥਿਕ, ਪੰਜਾਬ ਦੇ ਪਾਣੀਆਂ ਦੇ ਜਿਹੜਾ ਰਿਵਰ ਵਾਟਰ ਲਿੰਕਿੰਗ ਦੇ ਨਵੇਂ ਰਾਜ ਸਭਾ ਦੇ ਵਿੱਚ ਬਿੱਲ ਆ ਰਹੇ ਨੇ, ਅਨੇਕਾਂ ਹੋਰ ਗੱਲਾਂ। ਯੂਨੀਵਰਸਿਟੀ ਦਾ ਮਾਮਲਾ ਹੈ, ਔਰ ਪੰਜਾਬ ਦੀ ਯੂਨੀਵਰਸਿਟੀ ਜਿਹੜੀ ਸਭ ਕੁਝ ਪੰਜਾਬੀਅਤ ਦੀ ਸਭ ਤੋਂ ਵੱਡਾ ਨਾਂ ਹੈ, ਜਿਸ ਯੂਨੀਵਰਸਿਟੀ ਦਾ ਕੀ ਹੁੰਦਾ 1000 ਕਰੋੜ ਅਸੀਂ ਆਪ ਖੁਦ ਪੰਜਾਬ ਦੇਾਂਗੇ, ਲੇਕਿਨ ਅਸੀਂ ਇਹਦੇ ਜਿਹੜੀ ਬੇਲੋੜੀ ਦਖਲ ਅੰਦਾਜ਼ੀ ਹੈਗੀ ਹੈ। ਸੋ ਇਹ ਕਈ ਮੁੱਦੇ ਨੇ ਜਿਹੜੇ ਉਹ ਸੋਲਵ ਵੀ ਕਰ ਸਕਦੇ ਹੈ। ਉਹਨਾਂ ਨੇ ਰਿਸਪੌਂਡ ਕੀਤਾ ਹੈਗਾ ਕਿ ਇਹ ਕੁਝ ਗੱਲਾਂ ਜਿਹੜੀਆਂ ਨੇ ਬੜੀਆਂ ਪੋਜ਼ਿਟਿਵ ਨੇ। ਇਸ ਕਰਕੇ ਮਤਲਬ ਕੱਟਾ ਵੱਡੀ ਜਾਂ ਮਿਆਰ ਤੋਂ ਡਿੱਗੀਆਂ ਗੱਲਾਂ ਜਾਂ ਆਪਦੇ ਭਾਸ਼ਣ, ਇਹ ਮੈਂ ਚੰਗੀ ਗੱਲ ਸਮਝਦਾ ਕਿ ਇੱਕ ਐਡੇ ਵੱਡੇ ਦਿੱਗਜ ਲੀਡਰ ਦੇ ਤੁਰ ਜਾਣ ਤੋਂ ਬਾਅਦ ਜਿਹੜੀ ਉਹਨਾਂ ਨੇ ਆਪਣੀ ਭਾਸ਼ਾ ਹੈਗੀ ਹੈ ਉਹਦੇ ਵਿੱਚ ਸੁਧਾਰ ਕੀਤਾ ਹੈਗਾ, ਔਰ ਉਹਨਾਂ ਨੇ ਅਗਰ ਇਹ ਆਪਦੇ ਵੱਲੋਂ ਆਫਰ ਕੀਤਾ ਜਿੰਨਾ ਵੀ ਫੋਰਸਿਸ ਨੂੰ ਕੀਤਾ, ਮੈਂ ਤਾਂ ਉਹਦੇ ਚ ਆਪਦੇ ਆਪ ਨੂੰ ਇੰਕਲੂਡ ਨਹੀਂ ਕੀਤਾ, ਕਿਉਂਕਿ ਮੇਰੇ ਤੇ ਤਾਂ ਉਹਨਾਂ ਨੇ ਐਕਸ਼ਨ ਲਿਆ ਹੈਗਾ, ਮੇਰੇ ਤੇ ਉਹਨਾਂ ਨੇ ਸਿਰਫ ਏਕਤਾ ਦੀ ਮੰਗ ਕਰਨ ਦਾ ਐਕਸ਼ਨ ਲਿਆ ਹੈ। ਬਿਲਕੁਲ, ਸਾਡਾ ਸਵਾਲ ਇਹ ਹੈ, ਮੈਂ ਵਾਹਿਗੁਰੂ ਨੂੰ ਸਾਖੀ ਮੰਨ ਕੇ ਆਣਾ ਕਿ ਮੇਰਾ ਮਨੋਰਥ ਇਹ ਨਹੀਂ ਸੀ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦਾ ਪਰਿਵਾਰ ਹਮੇਸ਼ਾ ਲਈ ਪੰਥ ਤੋਂ ਪਾਸੇ ਹੋ ਜਾਏ। ਮੇਰਾ ਮਨੋਰਥ ਇਹ ਸੀ ਕਿ ਜਿੱਡੀ ਵੱਡਾ ਕ੍ਰਾਈਸਿਸ ਹੈਗਾ, ਉਸ ਕ੍ਰਾਈਸਿਸ ਨੂੰ ਟੈਕਲ ਕਰਨ ਲਈ ਬਲਵਿੰਦਰ ਸਿੰਘ ਭੂੰਦੜ ਵਰਗਾ ਇੱਕ ਸੀਨੀਅਰ ਮੋਸਟ ਬੰਦਾ ਜਿਹੜਾ ਹੈਗਾ, ਉਹ ਕੋਈ ਨਾ ਕੋਈ, ਹੁਣ ਦੋ ਬੰਦੇ ਪੰਥ ਦੇ ਵਿੱਚ ਸੀਨੀਅਰ ਮੋਸਟ ਹੈ, ਸੁਖਦੇਵ ਸਿੰਘ ਢੀਂਡਸਾ ਤੇ ਬਲਵਿੰਦਰ ਸਿੰਘ ਭੂੰਦੜ ਪਹਿਲਾਂ ਬੈਠਣ ਇਕੱਠੇ ਨਹੀਂ, ਇਹ ਕੋਈ ਨਾ ਕੋਈ ਸੋਚਣ ਵਿਚਾਰਨ ਕਿ ਕੀ ਹੋਣਾ ਚਾਹੀਦਾ ਹੈਗਾ, ਕਿਉਂਕਿ ਇਤੋਂ ਵੱਡੀ ਜਿੱਤਾਂ ਦਾ ਸਮਾਂ ਮਾਰਜਨਲਾਈਜ਼ ਹੋ ਗਿਆ। ਅਕਾਲੀ ਦਲ 3 ਹਾਰਾਂ ਹੋ ਗਈਆਂ। ਹੁਣ ਮੈਂ ਅੱਜ ਵੀ ਇਹ ਗੱਲ ਕਹੀ ਹੈਗੀ ਹੈ ਕਿ ਸੁਖਵਿੰਦਰ ਸਿੰਘ ਸੁੱਖੀ ਇੱਕ ਚੰਗੇ ਕੈਂਡੀਡੇਟ ਸਨ, ਉਹਨਾਂ ਨੂੰ ਵੋਟ ਚਲੋ ਜਿਸ ਪ੍ਰਕਾਰ ਦੀ ਵੀ ਪਈ ਹੈਗੀ ਹੈ, ਲੇਕਿਨ ਅਗਰ ਇੱਕ ਮੁਕਤਾ ਤੇ ਏਕਤਾ ਦੇ ਨਾਲ ਫੋਰਸਿਸ ਚੱਲਣ ਇਸ਼ੂਜ਼ ਨੂੰ ਲੈ ਕੇ, ਕਿਉਂਕਿ ਜਿਹੜੇ ਇਸ਼ੂਜ਼ ਉਹਨਾਂ ਨੇ ਕਿਹਾ ਇੰਪਲੀਮੈਂਟ ਕਰਾਂਗੇ 13, ਤੁਹਾਨੂੰ ਯਾਦ ਹੋਣਾ ਹੈ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ, ਫੈਡਰੇਸ਼ਨ ਦਾ ਰਿਵਾਈਵਲ, ਨਾਲ ਦੀ ਨਾਲ ਅਕਾਲ ਤਖਤ ਸਾਹਿਬ ਤੇ ਜਾਣਾ, ਨਾਲ ਦੀ ਨਾਲ
ਉੱਥੇ ਜਾ ਕੇ ਮੁਆਫੀ ਮੰਗਣੀ, ਉਹ ਤਾਂ ਕੁਝ ਕੀਤਾ ਨਹੀਂ ਨਾ। ਜਿਹੜੀ ਝੁੰਡਾ ਕਮੇਟੀ ਰਿਪੋਰਟਸ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਗਿਆ, ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਕੌਮ ਕੁਐਸਚਨ ਆਨਸਰਸ ਉਹ ਮੰਗਦੀ ਹੈ, ਮਾਫੀ ਦੀ ਇਹ ਕੀ ਗੱਲ ਹੈ? ਕਿਸੇ ਤੋਂ ਇੰਡੀਵਿਜੂਅਲ ਮਾਫੀ ਮੰਗਣ ਦੀ ਤਾਂ ਲੋੜ ਹੀ ਨਹੀਂ। ਮਾਫੀ ਤਾਂ ਪੋਲੀਟੀਕਲ ਬੰਦੇ ਗਲਤੀਆਂ ਉਹ ਵੀ ਕਰ ਸਕਦੇ ਆ, ਅਸੀਂ ਵੀ ਕਰ ਸਕਦੇ ਆ, ਹਰ ਬੰਦਾ ਭੁੱਲਣਹਾਰ ਹੈ। ਲੇਕਿਨ ਇਸ਼ੂਜ਼ ਦੀ ਗੱਲ ਹੈ ਕਿ ਵਾਟ ਇਜ਼ ਯੋਰ ਰਿਐਕਸ਼ਨ ਔਨ ਦਾ ਇਸ਼ੂਜ਼ ਆਏਗਾ ਜੀ। ਠੀਕ ਹੈ ਬਰਾੜ ਸਾਹਿਬ, ਤੁਸੀਂ ਸਮਾਂ ਕੱਢਿਆ, ਸਾਡੇ ਨਾਲ ਗੱਲ ਕੀਤੀ, ਅਸੀਂ ਤੁਹਾਡੇ ਮਸ਼ਕੂਰ ਹਾਂ। ਆਵਾਜ਼ੇ ਪੰਜਾਬ ਦੇ ਖਿਤਾਬ ਨਾਲ ਜਾਣੇ ਜਾਂਦੇ ਆ ਜਗਮੀਤ ਬਰਾੜ ਸਾਡੇ ਨਾਲ ਇਸ ਵੇਲੇ ਜੁੜੇ ਸੀਗੇ, ਉਹ ਆਪਣੀ ਗੱਲਬਾਤ ਰੱਖ ਰਹੇ ਸੀ। ਧੰਨਵਾਦ ਜੀ। ਧਾਲੀਵਾਲ ਸਾਹਿਬ, ਜਗਮੀਤ ਸਿੰਘ ਬਰਾੜ ਦਾ ਤੁਸੀਂ ਨੇ ਸੁਣੀ ਆ ਬਿਆਨ। ਉਹ ਕਹਿੰਦੇ ਵੀ ਮੈਂ ਆਪਦੇ ਤੇ ਤਾਂ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਮਾਫੀ ਵਾਲੀ ਗੱਲ ਕਹੀ ਆ ਉਹ ਲਾਗੂ ਮੰਨਦਾ ਨਹੀਂ, ਕਿਉਂਕਿ ਮੈਂ ਕਿਹੜਾ ਕੋਈ ਕਿਸੇ ਪਾਰਟੀ ਦੇ ਵਿੱਚ ਗਿਆ, ਇਸ ਤਾਂ ਇੱਕ ਪੰਥਕ ਪਲੇਟਫਾਰਮ ਤੇ ਇਕੱਠੇ ਹੋਏ ਆ। ਤੇ ਦੂਜੀ ਗੱਲ ਇਹ ਵੀ ਕਹਿ ਰਹੇ ਨੇ ਉਹ ਕਿ ਜਿਸ ਤਰ੍ਹਾਂ ਪਹਿਲਾਂ ਵੀ ਪਾਰਟੀ ਪ੍ਰਧਾਨ ਨੂੰ ਕਿਹਾ ਗਿਆ ਸੀ ਕਿ ਤੁਸੀਂ ਅਸਤੀਫੇ ਦੇ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਤੇ ਆਪਣੀਆਂ ਗਲਤੀਆਂ ਮੰਨੋ, ਇਹ ਗੱਲ ਵੀ ਉਹ ਕਹਿੰਦੇ ਹੋਏ ਨਜ਼ਰ ਆਏ ਨੇ। ਬਿਲਕੁਲ, ਇਸ ਗੱਲ ਦਾ ਜ਼ਿਕਰ ਕੁਲਦੀਪ ਆਪਾਂ ਪਹਿਲਾਂ ਹੀ ਕਰ ਰਹੇ ਸੀਗੇ, ਜਿਹੜੀ ਗੱਲ ਦਾ ਇਸ਼ਾਰਾ ਜਗਮੀਤ ਬਰਾੜ ਹੋਰਾਂ ਨੇ ਕੀਤਾ। ਹਾਲਾਂਕਿ ਉਹਨਾਂ ਖੁੱਲ ਕੇ ਨਹੀਂ ਕੀਤਾ, ਪਰ ਉਹਨਾਂ ਨੇ ਕੀਤਾ। ਜ਼ੁਬਾਨ ਦੇ ਉੱਤੇ ਉਹਨਾਂ ਦਾ ਬਹੁਤ ਕੰਟਰੋਲ ਹੈ, ਲਫ਼ਜ਼ਾਂ ਨੂੰ ਬੜਾ ਨਾਪ ਤੋਲ ਕੇ ਬੋਲਦੇ ਆ। ਉਹਨਾਂ ਨੇ ਕਿਹਾ ਕਿ ਮੈਂ ਉਸ ਕੈਟਾਗਰੀ ਦੇ ਵਿੱਚ ਨਹੀਂ ਆਉਂਦਾ। ਤੁਸੀਂ ਸਮਝੋਗੇ ਉਹ ਕਿਹੜੀ ਕੈਟਾਗਰੀ ਹੈ, ਕਿਉਂਕਿ ਉਹ ਕੈਟਾਗਰੀ ਉਹ ਹੈ ਜਿਨ੍ਹਾਂ ਨੂੰ ਆਪ ਤੋਰਿਆ, ਜਿਨ੍ਹਾਂ ਨੂੰ ਧੱਕਾ ਦਿੱਤਾ, ਜਿਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ, ਇਹ ਉਸ ਕੈਟਾਗਰੀ ਦੇ ਵਿੱਚ ਆਉਂਦੇ ਆ। ਉਸ ਕੈਟਾਗਰੀ ਦੇ ਵਿੱਚ ਨਹੀਂ ਆਉਂਦੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦੇ ਵਿੱਚੋਂ ਚਲੇ ਜਾਂਦੇ ਆ, ਜਿਵੇਂ ਸੁਖਦੇਵ ਢੀਂਡਸਾ ਚਲੇ ਜਾਂਦੇ ਆ, ਜਿਵੇਂ ਹੁਣ ਇਸ ਜਹਾਨ ਤੋਂ ਰੁਖਸਤ ਹੋਏ ਬ੍ਰਹਮਪੁਰਾ ਸਾਹਿਬ ਕਦੇ ਚਲੇ ਗਏ ਸੀਗੇ, ਅਜਨਾਲਾ ਪਰਿਵਾਰ ਚਲਾ ਗਿਆ ਸੀਗਾ। ਬਹੁਤ ਸਾਰੇ ਪਰਿਵਾਰ ਉਹ ਹੈ। ਇੱਕ ਕੈਟਾਗਰੀ ਹੋਰ ਵੀ ਹੈ ਜਿਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ, ਜਿਨ੍ਹਾਂ ਨੂੰ ਅਣਦੇਖਿਆ ਕੀਤਾ ਗਿਆ, ਜਿਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ, ਜਿਹੜੇ ਘਰਾਂ ਦੇ ਵਿੱਚ ਟਿਕ ਕੇ ਬੈਠ ਗਏ। ਜਦੋਂ ਅਸੀਂ ਸੱਤਾ ਦੇ ਵਿੱਚ ਸੀ ਤਾਂ ਜਦੋਂ ਸਾਨੂੰ ਉਹ ਸਾਡੇ ਵੱਡੇ ਪੰਥਕ ਪਰਿਵਾਰ ਨਜ਼ਰ ਨਹੀਂ ਆਏ ਤੇ ਉਹਨਾਂ ਨੇ ਵੀ ਫਿਰ ਚੁੱਪੀ ਧਾਰਨੀ ਜਿਹੜੀ ਹੈ ਉਹ ਸਮਝੀ। ਬਾਅਦ ਚੋਂ ਭਾਵੇਂ ਉਹਨਾਂ ਨੂੰ ਜੋੜਨ ਦੀ ਗੱਲ ਹੋਈ, ਪਰ ਉਹ ਜੋੜ ਤੋੜ ਉਸ ਤਰੀਕੇ ਦਾ ਨਹੀਂ ਬੈਠਿਆ ਜਿਹੜਾ ਕਿ ਅਕਾਲੀ ਦਲ ਦੇ ਲਈ ਜਿਹੜਾ ਕੋਈ ਸਰਵਾਈਵਲ ਦੀ ਕੋਈ ਅਹਿਮ ਕੜੀ ਬਣ ਸਕਦਾ ਸੀਗਾ, ਅਕਾਲੀ ਦਲ ਦੇ ਰਿਵਾਈਵ ਦੇ ਲਈ ਕੋਈ ਅਹਿਮ ਕੜੀ ਬਣ ਸਕਦਾ ਸੀਗਾ, ਪਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਵਾਪਰੀਆਂ। ਜੀ ਨਵਜੋਤ, ਇੱਕ ਗੱਲ ਹੋਰ ਵੀ ਦੇਖਣੀ ਬਣਦੀ ਆ, ਜਿਹੜੀ ਪੰਥਕ ਪਾਰਟੀ ਆਪਣੇ ਆਪ ਨੂੰ ਅਕਾਲੀ ਦਲ ਕਹਾ ਰਹੀ ਆ ਤੇ ਉਹ ਦੋ ਚੀਜ਼ਾਂ ਦੇ ਉੱਤੇ ਡਿਪੈਂਡ ਕਰਦੀ ਸੀ, ਕਿਸਾਨੀ ਦੀ ਵੋਟ ਬੈਂਕ ਤੇ ਦੂਜੀ ਪੰਥ ਦੀ। ਦੋਨੇ ਚੀਜ਼ਾਂ ਜਿਹੜੀਆਂ ਅਕਾਲੀ ਦਲ ਤੋਂ ਵਿਸਰ ਚੁੱਕੀਆਂ ਨੇ। ਪੰਥਕ ਜਿਹੜੀ ਵੋਟ ਬੈਂਕ ਸੀ ਉਹ ਅਕਾਲੀ ਦਲ ਤੋਂ ਪਾਸੇ ਹੋ ਗਈ ਆ, ਕਿ ਦੂਜੀ ਜਿਹੜੀ ਕਿਸਾਨੀ ਦਾ ਵੋਟ ਬੈਂਕ ਸੀ ਉਹ ਵੀ ਪਾਸੇ ਹੋ ਗਿਆ। ਹਾਲਾਂਕਿ ਖੇਤੀ ਕਾਨੂੰਨਾਂ ਦੇ ਦੌਰਾਨ ਜਿਹੜਾ ਅਕਾਲੀ ਦਲ ਨੇ ਗੱਠਜੋੜ ਵੀ ਤੋੜਿਆ, ਬੀਜੇਪੀ ਦੇ ਨਾਲੋਂ ਮੰਤਰੀ ਦਾ ਅਹੁਦਾ ਵੀ ਛੱਡਿਆ, ਪਰ ਫਿਰ ਵੀ ਜਿਹੜੇ ਕਿਸਾਨ ਨੇ ਹਜੇ ਵੀ ਕਿਤੇ ਨਾ ਕਿਤੇ ਨਾਰਾਜ਼ ਨੇ, ਪੰਥਕ ਵੋਟ ਹਜੇ ਵੀ ਇਹਨਾਂ ਤੋਂ ਪਾਸੇ ਆ। ਬਿਲਕੁਲ, ਕਈ ਫੈਕਟਰ ਨੇ ਔਰ ਇਹਦੇ ਵਿੱਚ ਜਿਹੜੀ ਸਾਰੀਆਂ ਗੱਲਾਂ ਤੁਸੀਂ ਕਹੀਆਂ ਨੇ ਇਹ ਤਾਂ ਗੱਲਾਂ ਹੈ ਹੀ ਨੇ। ਮੈਂ ਰੈਪੀਟੀਸ਼ਨ ਨਹੀਂ ਕਰੂੰਗਾ, ਇਹਨਾਂ ਦਾ ਦੁਹਰਾਓ ਨਹੀਂ ਕਰੂੰਗਾ, ਕਿਉਂਕਿ ਗੱਲ ਇਹ ਹੈ ਕਿ ਇਸ ਤੋਂ ਅੱਗੇ ਵੀ ਕੜੀ ਤੁਰਦੀ ਹੈ ਨਾ। ਹੁਣ ਜਦੋਂ ਪੰਥਕ ਧਿਰ ਦੇ ਵਿੱਚ ਵੀ ਖੋਰਾ ਲੱਗਣਾ ਹੈ, ਜਦੋਂ ਢੀਂਡਸਾ ਪਰਿਵਾਰ ਦੇ ਨਾਲ ਵੀ ਐਸਜੀਪੀਸੀ ਮੈਂਬਰ ਖੜੇ ਆ, ਜਦੋਂ ਜਗੀਰ ਕੌਰ ਹੋਰਾਂ ਦੇ ਨਾਲ ਐਸਜੀਪੀਸੀ ਮੈਂਬਰ ਖੜੇ ਆ, ਤੇ ਜਦੋਂ ਉਹਨਾਂ ਨਾਲ ਇੱਕ ਵੱਡਾ ਜਿਹੜਾ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈ, ਇੱਕ ਵੱਡਾ ਧੜਾ ਜਿਹੜਾ ਕਿ ਪਿੰਡੂ ਇਕਾਈ ਦੇ ਵਿੱਚੋਂ ਖੜਾ ਹੈ, ਤੇ ਜ਼ਰੂਰੀ ਇਹ ਅੰਦਰ ਧੁੜਕੂ ਤਾਂ ਲੱਗਿਆ ਹੋਊਗਾ। ਪਰ ਅੱਜ ਇਹ ਯਾਦ ਆਈ ਹੈ, ਪਰ ਸਵਾਲ ਇਹ ਹੈ ਕਿ ਯਾਦ ਪਹਿਲਾਂ ਕਿਉਂ ਨਹੀਂ ਆਈ? ਰੁੱਸ ਕੇ ਗਿਆ ਨੂੰ ਪਹਿਲਾਂ ਕਿਉਂ ਨਹੀਂ ਜਿਹੜਾ ਹੈ ਮਨਾਉਣ ਦੀ ਕੋਈ ਕਵਾਇਦ ਛੇੜੀ ਗਈ, ਕੋਈ ਪਹਿਲਾਂ ਕੋਈ ਗੱਲ ਨਹੀਂ ਕੀਤੀ ਗਈ? ਇਸ ਦਰਮਿਆਨ ਬੀਬੀ ਜਗੀਰ ਕੌਰ ਹੋਰੀ ਸਾਡੇ ਨਾਲ ਜੁੜ ਰਿਹਾ, ਉਹਨਾਂ ਤੋਂ ਜ਼ਰੂਰ ਜਾਣਨ ਦੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਗੀਰ ਕੌਰ ਜੀ, ਪਹਿਲਾਂ ਤੁਹਾਡਾ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ। ਇਸ ਅਪੀਲ ਨੂੰ ਕੀ ਕਹੋਗੇ? ਤੁਸੀਂ ਸੁਖਬੀਰ ਬਾਦਲ ਨੂੰ ਛੋਟਾ ਭਰਾ ਕਹਿ ਕੇ ਸੰਬੋਧਿਤ ਹੁੰਨੇ ਹੋ, ਅੱਜ ਛੋਟੇ ਭਰਾ ਨੇ ਆਵਾਜ਼ ਮਾਰੀ ਹੈ, ਰੁੱਸ ਕੇ ਗਏ, ਦੂਸਰੀ ਪਾਰਟੀਆਂ 'ਚ ਗਏ, ਵਾਪਸ ਆਉਣ, ਕੀ ਆਵਾਜ਼ ਤੁਹਾਡੇ ਤੱਕ ਵੀ ਪਹੁੰਚੀ ਹੈ? ਦੇਖੋ, ਬੜੀ ਵੱਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਜਿਸ ਦਾ ਇਤਿਹਾਸ ਬੜਾ ਕੁਰਬਾਨੀਆਂ ਭਰਿਆ। ਉਹਦੇ ਪ੍ਰਧਾਨ ਨੇ, ਉਹਨਾਂ ਦਾ ਫਰਜ਼ ਬਣਦਾ ਕਿ ਆਪਣੀ ਪਾਰਟੀ ਦੇ ਨਾਲ ਜਿਹੜੇ ਕੋਈ ਵਿਅਕਤੀ ਉਹਨਾਂ ਦੇ ਨਾਲ ਕੋਈ ਗੁੱਸੇ ਗਿਲੇ ਨਹੀਂ, ਉਹ ਆ ਜਾਣ ਵਾਪਸ। ਉਹਨਾਂ ਨੇ ਕਿਹਾ ਜਿਹੜਾ ਵੀ ਰੁੱਸ ਕੇ ਗਏ ਹੈ, ਤੇ ਇਹ ਤਾਂ ਜਿਹੜੇ ਗਏ ਨੇ ਉਹਨਾਂ ਦਾ ਹੈਗਾ ਕੀ ਉਹਨਾਂ ਨੇ ਕਰਨਾ ਕੀ ਨਹੀਂ ਕਰਨਾ, ਮੈਂ ਤਾਂ ਕੁਛ ਨਹੀਂ ਕਹਿ ਸਕਦੀ। ਮਤਲਬ ਕਹਿਣ ਤੋਂ ਭਾਵ ਇਹ ਹੈ ਵੀ ਇਹ ਤਾਂ ਉਹਨਾਂ ਨੂੰ ਬੁਲਾਇਆ ਜਿਹੜੇ ਗਏ ਆ, ਜਿਨ੍ਹਾਂ ਨੂੰ ਆਪ ਤੋਰਿਆ, ਮਤਲਬ ਉਹਨਾਂ ਨੂੰ ਨਹੀਂ। ਸਾਡੇ ਤੇ ਢੁਕਦਾ ਨਹੀਂ ਨਾ ਗਏ ਜੀ, ਬੁਲਾਈ ਨਹੀਂ ਹੁੰਦਾ। ਪਰ ਕੀ ਲੱਗਦਾ ਕੀ ਹੈ ਕਿ ਜਿਹੜੇ ਪਰਿਵਾਰ ਰੁੱਸ ਕੇ ਵੀ ਗਏ ਹੈ, ਕੀ ਉਹ ਵਾਪਸੀ ਦਾ ਰਾਹ ਅਖਤਿਆਰ ਕਰਨਗੇ ਜਾਂ ਨਹੀਂ ਕਰਨਗੇ? ਤੁਹਾਡਾ ਸਫ਼ਰ ਬਹੁਤ ਲੰਬਾ ਹੈ। ਮੈਂ ਤੇ ਇਹ ਸੋਚਦੀ ਹਾਂ
कि उसके क्यों गए ਜਾਂ ਇਕੱਲੇ ਕਿਉਂ ਗਏ। ਉਹ ਕਾਰਨ ਪਹਿਲਾਂ ਉਹ ਦੇਖਣਗੇ ਕਿ ਉਹ ਕਾਰਨ ਜਿਹੜੇ ਸੀ ਬਣੇ ਉਹ ਠੀਕ ਹੋ ਗਏ। ਇਹਨਾਂ ਕਾਰਨਾਂ ਕਰਕੇ ਕੋਈ ਰੁੱਸ ਕੇ ਗਿਆ ਹੋਊਗਾ, ਇਹ ਤਾਂ ਉਹੀ ਦੱਸ ਸਕਦੇ ਨਾ ਵੀ ਕਿਹੜੇ ਕਾਰਨ ਕਰਕੇ ਕੋਈ ਗਿਆ ਸੀ। ਬਿਲਕੁਲ। ਮੰਨ ਲਓ ਕਿ ਸਾਡੀ ਤੇ ਬਾਦਲ ਸਾਹਿਬ ਨਾਲ ਕੋਈ ਮੇਰੀ ਨਿੱਜੀ ਲੜਾਈ ਕੋਈ ਨਹੀਂ ਸੀ, ਮੇਰੀ ਅੱਜ ਵੀ ਕੋਈ ਨਿੱਜੀ ਉਹਨਾਂ ਨਾਲ ਕੋਈ ਗੁੱਸਾ ਗਿਲਾ ਨਹੀਂ ਹੈ। ਤੇ ਸਾਨੂੰ ਤੇ ਸਿਧਾਂਤਾਂ ਦੀਆਂ ਅਸੀਂ ਗੱਲਾਂ ਕਰਦੇ ਸੀਗੇ, ਉਹ ਸਿਧਾਂਤਾਂ ਕਰਕੇ ਉਹਨਾਂ ਨੂੰ ਨਹੀਂ ਚੰਗਾ ਲੱਗਾ ਹੋਏਗਾ ਤੇ ਉਹਨਾਂ ਨੇ ਛੁੱਟੀ ਕਰਤੀ ਸਾਡੀ। ਠੀਕ ਹੈ, ਸਮਾਂ ਕੱਢਿਆ, ਤੁਸੀਂ ਗੱਲਬਾਤ ਕੀਤੀ, ਤੁਹਾਡਾ ਸ਼ੁਕਰੀਆ। ਮਿਹਰਬਾਨੀ ਜੀ। ਸਾਡੇ ਨਾਲ ਬੀਬੀ ਜਗੀਰ ਕੌਰ ਵੀ ਜੁੜੇ ਸੀ, ਉਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਮੇਰੇ ਤੇ ਪੈਰਾਮੀਟਰ ਜਿਹੜਾ ਲਾਗੂ ਨਹੀਂ ਹੁੰਦਾ, ਉਹ ਵੀ ਨਹੀਂ ਇਹ ਗੱਲ ਦੇ ਵਿੱਚ ਮੰਨ ਰਹੇ। ਉਹ ਕਹਿੰਦੇ ਵੀ ਹੁਣ ਉਹਨਾਂ ਨੇ ਦੇਖਣਾ, ਪਾਰਟੀ ਪ੍ਰਧਾਨ ਨੇ ਗੱਲ ਕਰਨੀ ਹੁੰਦੀ ਹੈ, ਜਿਹੜੇ ਬਾਗੀ ਹੋਏ ਨੇ ਲੀਡਰ। ਬੀਬੀ ਵੀ ਗੋਲ ਮੋਲ ਜੀ ਗੱਲ ਕਰ ਗਏ ਨੇ, ਉਹ ਵੀ ਮੈਨੂੰ ਲੱਗਦਾ ਵਾਪਸੀ ਦੇ ਵੱਲ ਕੋਈ ਵੀ ਉਹਨਾਂ ਦਾ ਸੰਕੇਤ ਨਹੀਂ, ਉਹ ਤਾਂ ਖੁੱਲ੍ਹ ਕੇ ਹੀ ਐਲਾਨ ਕਰ ਚੁੱਕੇ ਨੇ। ਨਹੀਂ ਦੇਖੋ ਕੁਲਦੀਪ, ਇਸ ਤਰੀਕੇ ਦੀ ਗੱਲ ਨਹੀਂ, ਕਿਉਂਕਿ ਉਹ ਉਸ ਕੈਟਾਗਰੀ 'ਚ ਨੇ ਜਿਨ੍ਹਾਂ ਨੂੰ ਆਪ ਤੋਰਿਆ ਉਹਨਾਂ ਦੀ ਕਿਉਂਕਿ ਗੱਲ ਵੀ ਨਹੀਂ ਨਾ ਹੋਈ। ਗੱਲ ਇਹ ਹੈ ਕਿ ਤਾਂ ਹੀ ਇਸੇ ਕਰਕੇ ਸਵਾਲ ਪੈਦਾ ਹੁੰਦਾ ਕਿ ਉਹਨਾਂ ਲਈ ਅਪੀਲ ਕੋਈ ਵੱਖਰੀ ਹੋਏਗੀ ਜਾਂ ਉਹਨਾਂ ਲਈ ਹਲੇ ਵੀ ਰਾਹ ਬੰਦ ਨੇ ਜਿਨ੍ਹਾਂ ਦੇ ਉੱਤੇ ਆਪਾਂ ਆਪ ਲਕੀਰ ਮਾਰੀ ਹੈ, ਜਿਨ੍ਹਾਂ ਦੇ ਉੱਤੇ ਆਪਾਂ ਆਪ ਘਾਟਾ ਮਾਰਿਆ। ਸੋ ਗੱਲ ਇਹ ਆ ਕਿਉਂਕਿ ਜਿਨ੍ਹਾਂ ਨਾਲ ਸਾਡੀ ਗੱਲ ਹੋਈ ਹੈ, ਦੋਵੇਂ ਲੀਡਰ ਉਹ ਨੇ ਜਿਨ੍ਹਾਂ ਨੂੰ ਆਪ ਰਸਤਾ ਵਿਖਾਇਆ ਗਿਆ ਬਾਹਰ ਦਾ, ਜਿਹੜੇ ਕਿ ਆਪ ਨਹੀਂ ਗਏ, ਜਿਨ੍ਹਾਂ ਨੂੰ ਬਾਗੀ ਕਿਹਾ ਗਿਆ, ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੇ तमाम ਇਲਜ਼ਾਮਾਤ ਇਹਨਾਂ ਦੇ ਉੱਤੇ ਜਿਹੜੇ ਪਾਰਟੀ ਨੇ ਲਾ ਕੇ ਇਹਨਾਂ ਨੂੰ ਰੁਖਸਤ ਕੀਤਾ ਸੀ। ਜੀ ਜੀ ਨਵਜੋਤ, ਤੁਸੀਂ ਇਹ ਵੀ ਬਿਆਨ ਅਕਸਰ ਸੁਖਬੀਰ ਬਾਦਲ ਦਾ ਸੁਣਿਆ ਹੋਣਾ, ਚਾਹੇ ਉਹ ਰਤਨ ਸਿੰਘ ਅਜਨਾਲਾ ਪਰਿਵਾਰ ਹੋਵੇ, ਟੌੜਾ ਪਰਿਵਾਰ ਹੋਵੇ, ਢੀਂਡਸਾ ਪਰਿਵਾਰ ਹੋਵੇ, ਸੇਖਵਾਂ ਪਰਿਵਾਰ ਹੋਵੇ, ਜਗਮੀਤ ਸਿੰਘ ਬਰਾੜ ਗਏ ਹੋਣ, ਬੀਬੀ ਜਗੀਰ ਕੌਰ ਗਏ ਹੋਣ। ਉਹ ਕਹਿੰਦੇ ਵੀ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਹੁਣ ਉਹ ਇੱਕ ਤਰ੍ਹਾਂ ਜਿਹੜੀ ਕਮੀ ਆ ਉਹ ਮਹਿਸੂਸ ਹੋਣ ਲੱਗ ਪਈ ਆ। ਅਕਸਰ ਬਿਆਨ ਸੁਖਬੀਰ ਬਾਦਲ ਦੇ ਇਹੀ ਹੁੰਦੇ ਸੀ ਕਿ ਸਾਨੂੰ ਕੋਈ ਨਹੀਂ ਫਰਕ ਪੈਣਾ, ਸਾਡੇ ਲਈ ਹੋਰ ਬਹੁਤ ਲੀਡਰ ਨੇ। ਯਕੀਨਨ ਤੌਰ ਦੇ ਉੱਤੇ ਜਦੋਂ ਇੱਕ ਤੋਂ ਬਾਅਦ ਇੱਕ ਚੋਣਾਂ ਆਉਂਦੀਆਂ ਨੇ ਤੇ ਉਹਨਾਂ ਦੇ ਵਿੱਚ ਜਿਹੜੇ ਨਤੀਜੇ ਆਉਂਦੇ ਆ ਉਹ ਫਰਕ ਪਾਉਂਦੇ ਆ। ਹਾਲਾਂਕਿ ਇੱਕ ਜਦੋਂ ਤੁਸੀਂ ਮਜ਼ਬੂਤੀ ਦੇ ਨਾਲ ਕੁਰਸੀ ਦੇ ਉੱਤੇ ਬੈਠੇ ਹੋਏ ਹੁੰਦੇ ਹੋ, ਜਦੋਂ ਕਿਸੇ ਤਖਤ ਦੇ ਉੱਤੇ ਬੈਠੇ ਹੁੰਦੇ ਹੋ, ਕਿਸੇ ਪਾਰਟੀ ਦੀ ਪ੍ਰਧਾਨਗੀ ਕਰ ਰਹੇ ਹੁੰਦੇ ਹੋ, ਉਦੋਂ ਸ਼ਾਇਦ ਤੁਹਾਨੂੰ ਲੱਗਦਾ ਹੋਊਗਾ ਕਿ ਤੁਹਾਨੂੰ ਫਰਕ ਨਹੀਂ ਪੈ ਰਿਹਾ ਸੀ ਜਾਂ ਫਰਕ ਪੈਣ ਦੀਆਂ ਕੋਈ ਸੰਭਾਵਨਾਵਾਂ ਵੀ ਨਜ਼ਰ ਨਹੀਂ ਸੀ ਆ ਰਹੀਆਂ। ਪਰ ਫਰਕ ਕਦੋਂ ਪੈਣਾ ਸ਼ੁਰੂ ਹੋਇਆ? ਫਰਕ 2014 ਤੋਂ ਬਾਅਦ ਪੈਣਾ ਸ਼ੁਰੂ ਹੋਇਆ, ਜਦੋਂ 2014 ਚ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਡੀਆਂ ਸੀਟਾਂ ਘਟੀਆਂ। ਫਰਕ 2017 ਦੇ ਵਿੱਚ ਪਿਆ ਜਦੋਂ ਅੰਕੜਾ 20 ਤੱਕ ਰਹਿ ਗਿਆ। ਫਰਕ 2022 ਚ ਪਿਆ, ਅੰਕੜਾ 3 ਤੱਕ ਰਹਿ ਗਿਆ। ਫਰਕ 2019 ਚ ਪਿਆ, ਫਿਗਰ ਸਿਰਫ 2 ਤੱਕ ਸਿਮਟ ਕੇ ਰਹਿ ਗਈ। ਸੋ ਫਰਕ ਪੈਣ ਦੇ ਅੰਦੇਸ਼ੇ ਉਦੋਂ ਹੋਏ ਕਿ ਜਦੋਂ ਵੋਟ ਬੈਂਕ ਵੀ ਵੱਡਾ ਖੋਰਾ ਲੱਗਣਾ ਜਿਹੜਾ ਹੈ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਆਪਣੇ ਹੋਰ ਵੱਡੀ ਪੱਧਰ ਤੇ ਛੱਡ ਕੇ ਜਾਣ ਲਈ ਮਜਬੂਰ ਹੋਏ ਜਾਂ ਉਹਨਾਂ ਨੂੰ ਕਰ ਦਿੱਤਾ ਗਿਆ, ਉਹ ਜਾਣੇ ਸ਼ੁਰੂ ਹੋ ਗਏ ਜਿਨ੍ਹਾਂ ਬਾਰੇ ਕਦੇ ਕਿਆਸ ਵੀ ਨਹੀਂ ਸੀ ਲਾਇਆ, ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਕਿ ਖੱਬੀਆਂ ਸੱਜੀਆਂ ਬਾਹਾਂ ਵੀ ਕਦੇ ਸਾਨੂੰ ਛੱਡ ਕੇ ਜਾਣਗੀਆਂ। ਸੋ ਉਸ ਤੋਂ ਬਾਅਦ ਉਹਨਾਂ ਨੇ ਵਾਪਸ ਆਉਣ ਦੀ ਬਜਾਏ ਇੱਕ ਪਾਰਟੀ ਤੋਂ ਅਗਲੀ ਪਾਰਟੀ ਦਾ ਰਾਹ ਅਖਤਿਆਰ ਕੀਤਾ। ਉਹਨਾਂ ਨੇ ਘਰ ਵਾਪਸੀ ਦੇ ਬਾਰੇ ਨਹੀਂ ਸੋਚਿਆ, ਭਾਵੇਂ ਕਿ ਤੁਸੀਂ ਹੁਣ ਇਸ ਮੌਕੇ ਦੇ ਉੱਤੇ ਅਪੀਲ ਕਰ ਰਹੇ ਹੋ। ਤੇ ਅੱਗੇ ਚੋਣਾਂ ਕਿਹੜੀਆਂ ਆਉਣੀਆਂ ਨੇ? ਹੁਣ ਤੋਂ 8-10 ਮਹੀਨਿਆਂ ਬਾਅਦ ਲੋਕ ਸਭਾ ਦੀ ਚੋਣਾਂ ਆਉਣੀਆਂ ਨੇ। ਉਸ ਤੋਂ ਬਾਅਦ ਪੰਚਾਇਤੀ ਸਿਸਟਮ ਵਾਲਾ ਵੀ ਕਾਰਜਕਾਲ ਪੂਰਾ ਹੋ ਰਿਹਾ ਹੈ। ਸਭ ਤੋਂ ਛੋਟੀ ਇਕਾਈ ਹੈ ਪਰ ਸਭ ਤੋਂ ਮਜ਼ਬੂਤ ਇਕਾਈ ਹੈ, ਉਹਦੇ ਵੀ ਚੋਣਾਂ ਆਉਣੀਆਂ ਨੇ। ਮਿਊਨਿਸਪਲ ਕਾਰਪੋਰੇਸ਼ਨ ਦੀਆਂ, ਨਗਰ ਨਿਗਮ ਦੀਆਂ ਚੋਣਾਂ ਵੀ ਆਉਣੀਆਂ ਨੇ। ਸੋ ਉਸ ਤੋਂ ਪਹਿਲਾਂ ਇਹ ਤਰਲਾ ਕਰ ਲੈਣਾ ਜ਼ਰੂਰੀ ਹੈ ਕਿ ਸ਼ਾਇਦ ਕੋਈ ਨਾ ਕੋਈ ਵਾਪਸ ਆ ਜਾਵੇ। ਪਰ ਮੁਆਫੀ ਜਿਹੜੀ ਹੈ ਉਹ ਕਿਸ ਗੱਲ ਦੀ ਮੰਗਣੀ ਹੈ, ਉਹਦਾ ਵੀ ਖੁੱਲ੍ਹ ਕੇ ਜ਼ਿਕਰ ਕਰ ਦੇਣਾ ਚਾਹੀਦਾ ਹੈ ਕਿ ਇਸ ਗੱਲ ਦੇ ਲਈ ਅਸੀਂ ਖਿਮਾ ਜਾਚਨਾ ਕਰਦੇ ਹਾਂ, ਇਸ ਗੱਲ ਦੀ ਅਸੀਂ ਮੁਆਫੀ ਮੰਗਦੇ ਹਾਂ, ਤਾਂ ਜੋ ਕਿ ਪਾਰਟੀ ਦਾ ਜਿਹੜਾ ਇੱਕ ਰੁਤਬਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਜਿਹੜਾ ਹੈ ਕਿਤੇ ਨਾ ਕਿਤੇ ਬਹਾਲ ਹੋ ਸਕੇ। ਇਸ ਦਰਮਿਆਨ ਸਾਡੇ ਨਾਲ ਕੁਲਦੀਪ ਬਲਵੰਤ ਸਿੰਘ ਰਾਮੂਵਾਲੀਆ ਸਾਹਿਬ ਜੁੜ ਰਿਹਾ। ਰਾਮੂਵਾਲੀਆ ਸਾਹਿਬ, ਤੁਹਾਡਾ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਹੈ। ਮੈਂ ਵੀ ਤੁਹਾਨੂੰ ਵਧਾਈ ਦਿੰਦਾ ਤੇ ਸਿਰ ਝੁਕਾ ਕੇ ਤੁਹਾਡੇ ਅਦਾਰੇ ਡੇਲੀ ਰੋਜ਼ਾਨਾ ਸਪੋਕਸਮੈਨ ਨੂੰ ਸ਼ਾਬਾਸ਼ ਕਹਿੰਦਾ। ਮੈਂ ਫਰਜ਼ ਤੇ ਫਿਕਰਮੰਦੀ ਦੀ ਸਿਆਸਤ ਕੀਤੀ ਸਾਰੀ ਉਮਰ, ਆ ਤੁਸੀਂ ਫਿਕਰਮੰਦੀ ਤੇ ਫਰਜ਼ ਦੀ ਗੱਲ ਕਰ ਰਹੇ ਹੋ। ਸ਼ਾਬਾਸ਼। ਰਾਮੂਵਾਲੀਆ ਸਾਹਿਬ, ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਕੋਈ ਉਹ ਸ਼ਾਇਦ ਪੰਜਾਬੀ ਹੋਵੇਗਾ, ਕੋਈ ਸਿੱਖ ਹੋਵੇਗਾ ਜਿਹੜਾ ਨਾ ਲੋਚਦਾ ਹੋਵੇ, ਪਰ ਗੱਲ ਇਹ ਹੈ ਲੀਡਰਸ਼ਿਪ ਦੀ। ਅੱਜ ਸੁਖਬੀਰ ਬਾਦਲ ਹੋਰਾਂ ਦੇ ਮੁਖਾਰਬਿੰਦ ਚੋਂ ਨਿਕਲੇ ਹੋਏ ਲਫ਼ਜ਼ ਨੇ ਕਿ ਮੈਂ ਮੁਆਫੀ ਮੰਗਦਾ, ਜੇ ਕੋਈ ਗਲਤੀ ਹੋਈ ਹੈ ਤੇ ਪਾਰਟੀ ਛੱਡ ਕੇ ਘਰ ਨੂੰ ਵਾਪਸ ਆਉਣ। ਇਹ ਕਿਹਨਾਂ ਨੂੰ ਕਿਹਾ ਗਿਆ ਹੈ ਕਿ ਉਹਨਾਂ ਦੇ ਵਿੱਚ ਤੁਸੀਂ ਵੀ ਆਉਨੇ ਹੋ? ਦੇਖੋ ਮੈਂ ਤੁਹਾਨੂੰ ਗੱਲ ਦੱਸਾਂ, ਇਹ ਵਿਸ਼ਾ ਇੱਡਾ ਵੱਡਾ ਕਿ ਇਹਦੇ ਉੱਤੇ 2 ਦਿਨ ਰੋਜ਼ ਦਾ 8 ਘੰਟੇ ਪਾਰਲੀਮੈਂਟ ਦੇ ਇਜਲਾਸ ਵਾਂਗੂ
जी ਸਿਆਣੇ ਬੰਦਿਆਂ ਦੀਆਂ ਮੀਟਿੰਗਾਂ ਹੋਣ ਤੇ ਕੱਲੀ ਮੀਟਿੰਗ ਕਰਕੇ ਨਤੀਜਾ ਕੱਢੀਏ। ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ, ਸਰਦਾਰ ਸੁਖਬੀਰ ਸਿੰਘ ਜੀ, ਉਹ ਤੁਹਾਡੇ ਸ਼ਾਬਾਸ਼, ਮੈਂ ਤੁਹਾਨੂੰ ਹੱਥ ਜੋੜ ਕੇ ਤੁਹਾਨੂੰ ਸਿਰ ਝੁਕਾਉਣਾ, ਤੁਸੀਂ ਗੱਲ ਤਾਂ ਕੀਤੀ ਹੈ ਪਰ ਬਾਈ ਜੀ ਦੋਸਤੋ ਹੋਣੀ ਨਹੀਂ, ਕਿਉਂਕਿ ਪਹਿਲੀ ਗੱਲ ਹੈ ਤੁਸੀਂ ਅਕਾਲੀ ਦਲ ਵਿੱਚ ਇੱਕ ਨਵਾਂ ਕਿਰਕਰ ਚਿਹਰਾ ਲਿਆਂਦਾ ਅਕਾਲੀ ਦਲ ਦਾ। ਉਹ ਸੀ ਖੜਮਾਸੀਆਂ, ਬਦਮਾਸ਼ੀਆਂ, ਧੌਂਸਾਂ, ਧਾਕਾਂ ਤੇ ਸਿੱਖੀ ਦੇ ਅਸੂਲਾਂ ਨੂੰ ਜਿਹੜਾ ਅਪਣਾਉਂਦਾ ਉਹਦੀ ਬੇਇੱਜ਼ਤੀ ਕਰਨੀ। ਆ ਜਿਹੜਾ ਭਗਵੰਤ ਮਾਨ ਤੇ ਕੇਜਰੀਵਾਲ ਹੈ, ਇਹ ਤਾਂ ਚੰਡੀਗੜ੍ਹ ਦੀ ਕੁਰਸੀ ਕੋਲ ਦੀ ਨਹੀਂ ਲੰਘਣੇ ਜੇ ਤੁਸੀਂ ਖੜਮਾਸਤੀਆਂ ਨਾ ਕੀਤੀਆਂ ਹੁੰਦੀਆਂ। ਮੈਂ ਰੋਜ਼ ਕਹਿੰਦਾ ਅਕਾਲੀ ਦਲ ਦੀਆਂ ਖੜਮਾਸਤੀਆਂ ਬਣ ਗਈਆਂ ਭਗਵੰਤ ਮਾਨ ਤੇ ਕੇਜਰੀਵਾਲ ਤੁਹਾਡੀਆਂ ਮਸਤੀਆਂ। ਬਿਲਕੁਲ ਮੈਂ ਕਹਿੰਦਾ ਕੀ ਮਤਲਬ ਕਹਿਣ ਤੋਂ ਭਾਵ ਜਿਹੜੀ ਆਪਣੇ ਦੀ ਗਲਤੀ ਹੈ ਉਸ ਨੇ ਰਾਹ ਪੱਧਰਾ ਕੀਤਾ ਕਿ ਕੋਈ ਬਾਹਰੋਂ ਆ ਕੇ ਤੁਹਾਡੇ ਕੱਲੀ ਸਰਦਾਰ ਸ਼ਰਨਜੀਤ ਸਿੰਘ ਗਲਤੀਆਂ ਨਹੀਂ, ਗਲਤੇ ਹੈ, ਬਾਰੀਆਂ ਨਹੀਂ ਤਖਤੇ ਹੈ, ਗਲਤੇ ਹੈ। ਇਹ ਤਾਂ ਚੰਡੀਗੜ੍ਹ ਤੋਂ ਲੈ ਕੇ ਰੋਪੜ ਤਾਈਂ ਏਡੇ ਤਖਤੇ ਹੈ ਗਲਤੀਆਂ ਦੇ। ਔਰ ਮੈਂ ਲਿਖ ਕੇ ਦਿੰਨੇ ਇਹਨੇ ਤੋਂ ਠੀਕ ਵੀ ਨਹੀਂ ਹੋਣੀਆਂ ਜੀ। ਕੁੱਟਰ ਦੀ ਕੁੜੀ ਨੂੰ ਕਿਹਾ ਸੀਗੇ ਸੱਸ ਨੇ, ਉਹ ਕੜੀ ਉਹ ਕਹਿੰਦੀ ਧੀਏ ਨਾ ਤੈਨੂੰ ਕੜੀ ਬਣਾਉਣੀ ਆਉਣੀ ਹੈ, ਨਾ ਤੈਨੂੰ ਲਾਉਣੀ ਆਉਣੀ ਹੈ, ਤੇ ਨਾ ਤੈਨੂੰ ਡੋਲਣੀ ਆਉਣੀ ਹੈ। ਉਹ ਡੋਲਣ ਲੱਗੀ ਕਿ ਜਿੱਧਰ ਪੈਰ ਸੀ ਉਹ ਤੋਂ ਮੂੰਹ ਕਰਕੇ ਤੌੜੀ ਦਾ ਡੋਲਤੀ ਤੇ ਸਾਰੇ ਪੈਰਾਂ ਤੇ ਪੈ ਗਈ ਤੇ ਉਹਨੇ ਜਿਹੜੀ ਤੌੜੀ ਸੀ ਚੜੀ ਵਾਲੀ ਉਹ ਸੱਸ ਦੇ ਮਾਰੀ, ਦੋਨੇ ਹੀ ਜ਼ਖਮੀ ਜਿਹਾ ਕਰਤੀਆਂ। ਨਹੀਂ ਹੁਣ ਮੈਂ ਦੱਸਦਾ ਕੀ ਹੈ। ਨੰਬਰ 1 ਵੀਰੋ ਸੁਣ ਲਓ ਜੀ, ਕੁਕੜੀ ਦੇ ਚੂਚੇ ਕੇ ਰੱਖੇ ਆ। ਮੈਂ ਗਰੀਬ ਦੇ ਜੱਟ ਦਾ ਪੁੱਤ ਹੈ, ਜੱਟਾਂ ਦੇ ਸਾਰਿਆਂ ਦੇ ਰੱਖੇ ਹੁੰਦੇ ਸੀ 30-40 ਸਾਲ ਪਹਿਲਾਂ। ਬਿਲਕੁਲ ਕੁਕੜੀ ਦੇ ਚੂਚੇ ਆਂਡਿਆਂ ਤੋਂ ਕੱਢ ਕੇ 21 ਦਿਨ ਰੱਖ ਕੇ ਤੇ ਫਿਰ ਬੇਬੇ ਨੇ ਕਹਿਣਾ ਭਾਈ ਟੋਕਰੇ ਤੇ ਇੱਟਾਂ ਧਰਤੀਆਂ, ਰਾਤ ਨੂੰ ਦਾਦੀ ਨੇ ਕਹਿਣਾ ਮੈਂ ਟੋਕਰੇ ਕੋਲੇ ਪੈਣੀ ਬਿੱਲੀ ਨਾ ਖਾ ਜੇ। ਆਹ ਸਰਦਾਰ ਸੁਖਬੀਰ ਸਿੰਘ ਜਿਵੇਂ ਕੁਕੜੀ ਥੱਲਿਓ ਕੁੱਤੇ ਚੂਚੇ ਖਾ ਜਾਂਦੇ ਆ, ਆਹ ਪੰਜਾਬ ਦੀ ਜਵਾਨੀ ਟਰੈਵਲ ਏਜੰਟ ਖਾ ਗਏ। ਤੂੰ ਸਹੁੰ ਖਾ ਕੇ ਕਹਿ ਜੇ ਤੇਰੇ ਮੂੰਹੋਂ ਕਿਤੇ ਨਿਕਲਿਆ ਵੀ ਅਸੀਂ ਟਰੈਵਲ ਏਜੰਟਾਂ ਤੋਂ ਜਵਾਨੀ ਬਚਾਉਣੀ ਹੈ, ਇਹਦੇ ਉੱਤੇ 2 ਘੰਟੇ ਲੱਗ ਜਾਣ। 32 ਲੱਖ ਚ ਰਗੜੇ ਵੇ ਸਿੱਖ, ਅੰਮ੍ਰਿਤਧਾਰੀ ਸਿੱਖ ਤੇ ਸਿੱਖਾਂ ਦੀਆਂ ਕੁੜੀਆਂ ਮੈਨੂੰ ਰੋ ਕਹਿੰਦੀਆਂ ਮੈਂ ਹੀ ਲਿਆਉਣਾ ਬਾਹਰੋਂ ਬਚਾ ਕੇ। ਕਹਿੰਦੀਆਂ ਅੰਕਲ ਸਾਨੂੰ ਤਿੰਨ ਸ਼ਰਾਬੀਆਂ ਨੂੰ ਸਾਰੇ ਮੋਨਿਆਂ ਨੂੰ ਸਾਨੂੰ ਫੜਾ ਦਿੰਦੇ ਸੀ, ਉਹ ਸਾਡੇ ਸਰੀਰ ਵੀ ਲੁੱਟ ਕੇ ਲੈ ਗਏ, ਧਨ ਵੀ ਗਿਆ, ਧਰਮ ਵੀ ਗਿਆ। ਮੈਨੂੰ ਇੱਕ ਦਿਨ ਦੱਸ ਦੇ ਸੁਖਬੀਰ ਸਿੰਘ ਜਿੱਦਣ ਤੂੰ ਪਾਰਲੀਮੈਂਟ ਚ ਅਸੈਂਬਲੀ ਚ ਆਹ ਮੁੱਦਾ ਉਠਾਇਆ ਹੋਵੇ ਜੀ। ਇਹ ਛੋਟੀਆਂ ਗੱਲਾਂ। ਬਿਲਕੁਲ ਦੂਜੀ ਗੱਲ ਇਹ ਹੈ ਧਰਮ ਦਾ ਗਿਆਨ ਡੱਕਾ ਨਹੀਂ ਕਿਸੇ ਨੂੰ, ਧਰਮ ਦਾ ਗਿਆਨ ਹੀ ਹੈ ਨਹੀਂ ਕਿਸੇ ਨੂੰ। 5 ਪਿਆਰਿਆਂ ਦੇ ਸਿਸਟਮਾਈਜ਼ਡ ਨਾਂ ਨਹੀਂ ਆਉਂਦੇ। ਤੀਜਾ ਫਿਕਰਮੰਦੀ ਤੇ ਫਰਜ਼ ਇੰਨਾ ਸੀ ਗੁਰੂ ਸਾਹਿਬ ਦਾ। ਡਾਕਟਰ ਇਕਬਾਲ ਲਿਖਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਅੰਦਰ ਫਰਜ਼ ਤੇ ਫਿਕਰਮੰਦੀ ਪੰਜਾਬ ਤੇ ਪੰਜਾਬੀ ਤੇ ਸਿੱਖੀ ਦੀ ਇੰਨੀ ਸੀ, ਉਹਨੇ ਫਿਕਰ ਤੇ ਫਰਜ਼ਮੰਦੀ ਤੇ ਫਰਜ਼ੰਦ ਕੁਰਬਾਨ ਕਰਤੇ ਜੀ। ਤੇ ਤੁਹਾਡਾ ਸਾਰਾ ਜ਼ੋਰ ਲੱਗਿਆ ਫਰਜ਼ੰਦਾਂ ਨੂੰ ਬੱਸਾਂ ਪਾਉਣੀਆਂ ਤੇ ਕਿਵੇਂ ਕੰਮ ਚੱਲ ਜੂ। ਇਸੇ ਤਰ੍ਹਾਂ ਮੈਂ ਹੋਰ ਕਹਿਣਾ ਕਹਿੰਦੇ ਤੁਸੀਂ ਸਾਧੂ ਬਾਬਿਆਂ ਦੇ ਜਾਂਦੇ ਆ ਜੀ, ਫਲਾਨੀ ਟਕਸਾਲ ਤੇ ਗਏ ਲਿਆਓ ਸੁਖਬੀਰ ਸਿੰਘ ਮੈਨੂੰ ਦੱਸ ਦੇ ਤੁਸੀਂ ਕਦੇ ਇੱਕ ਮੀਟਿੰਗ ਬੁਲਾਈ ਹੈ ਵੀ ਸਾਧੂ ਬਾਬਿਓ ਤੁਸੀਂ ਮਲਕ ਭਾਗੋ ਵਾਲੇ ਕੱਪੜੇ, ਮਲਕ ਭਾਗੋ ਵਾਲੀਆਂ ਖੁਰਾਕਾਂ, ਮਲਕ ਭਾਗੋ ਵਾਲੀਆਂ ਅਸਵਾਰੀਆਂ, ਮਲਕ ਭਾਗੋ ਵਾਲਾ ਜਲਵਾ ਜਲਾਓ, ਅਮੀਰੀ ਦਾ ਰੋਹ ਹਟ ਜੋ ਹੈ ਹੀ ਨਹੀਂ। ਮੈਂ ਪਰਸੋਂ ਉੱਥੇ ਇੱਕ ਮੈਂ ਕਦੇ ਕਿਹਾ ਸੀ ਮੈਂ ਮੱਛੀਆਂ ਪੀਏ, ਪਰਸੋਂ ਇੱਕ ਬਾਬਾ ਨਾਲ 6 ਚੇਲੇ 2 ਕਾਰਾਂ ਚ ਉਤਰਿਆ। ਪਹਿਲਾਂ ਤਾਂ ਉਤਰਦੇ ਨੇ ਖੜਾਵਾਂ ਜੀਆਂ ਪਾਈਆਂ, ਗੁਰਦੁਆਰੇ ਮੱਥਾ ਟੇਕਣ ਗਿਆ ਸੀ। 2 ਜਾਣਿਆਂ ਨੇ ਇੱਕ ਨੇ ਉਧਰ ਰੱਖੋ ਤੇ ਤੌਲੀਏ ਨਾਲ ਪੈਰ ਪੂੰਝੇ, ਫਿਰ ਉਹਨੇ ਚਵੱਚਾ ਸਾਹਿਬ ਚ ਪੈਰ ਧੋਤੇ, ਫਿਰ 2 ਨਵੇਂ ਤੌਲੀਏ ਵਾਲੇ ਨਵੇਂ ਬੰਦੇ ਉਹਨਾਂ ਨੇ ਪੈਰ ਪੂੰਝੇ। ਫਿਰ ਉਹ ਜਾ ਕੇ ਮਹਾਰਾਜ ਜੀ ਜਿੱਥੇ ਕਿਸੇ ਪਿੰਡ ਚ ਹੋਣਾ ਮਹਾਰਾਜ ਜੀ ਦੇ ਕੋਲ ਬਹਿਣ ਲੱਗਾ, ਉੱਥੇ ਸਪੈਸ਼ਲ ਬਣਾ ਵਿਛਾ ਕੇ ਗਦੇਲਾ ਜਿਹਾ ਉੱਤੇ ਚਾਦਰ ਪਾ ਕੇ ਉੱਥੇ ਉਹ ਬੈਠਾ 6 ਮਿੰਟ ਬਾਹਰ ਮੱਥਾ ਟੇਕ ਕੇ ਨਿਕਲਿਆ। ਆਉਣ ਲੱਗੇ ਤੇ ਫਿਰ ਪੈਰ ਪੂੰਝੇ ਤੇ 3 ਜਾਣਿਆਂ ਨੇ ਕਾਰ ਦਾ ਸ਼ੀਸ਼ਾ ਪੂੰਝਿਆ। ਇਹ ਮਾਲਕ ਇਹ ਭਾਈ ਲਾਲੋ ਹੈ
ਠੀਕ ਹੈ ਗੁਰੂ ਨਾਨਕ ਦੇਵ ਦੀ ਸਿੱਖੀ ਹੈ। ਗੁਰੂ ਨਾਨਕ ਦੇਵ ਦੇ ਪਿਤਾ ਮਹਿਤਾ ਕਾਨੂੰ ਨੇ, ਖੁਸ਼ਵੰਤ ਸਿੰਘ ਨੇ ਲਿਖਿਆ, ਉਹਨੇ ਇੱਕ ਮਣ ਕੱਚਾ ਦਾਣੇ ਦੇ ਕੇ 4 ਖੜਾਵਾਂ ਬਣਵਾਈਆਂ ਸੀ ਤੇ 4 ਖੜਾਵਾਂ ਨਾਲ ਗੁਰੂ ਨਾਨਕ ਦੇਵ ਨੇ 5 ਉਦਾਸੀਆਂ ਕੀਤੀਆਂ। ਕਿੱਥੇ ਰਹੀ ਗੱਲ? ਆ ਮੇਰੇ ਕੋਲ ਇੱਕ ਕਾਗਜ਼ ਪਿਆ। ਨਹੀਂ ਰਾਮੋਏ ਸਾਹਿਬ, ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ ਗੱਲਾਂ ਜਾਇਜ਼ ਨੇ, ਪਰ ਇਹ ਜਿਹੜੀ ਤੁਸੀਂ ਸੰਜੀਦਗੀ ਲਿਆਉਣ ਦੀ ਗੱਲ ਕਰ ਰਹੇ ਹੋ, ਇਹ ਸੰਜੀਦਗੀ ਪਿਛਲੇ 2-2.5 ਦਹਾਕਿਆਂ ਤੋਂ ਪੰਜਾਬ ਦੇ ਅੰਦਰ ਨਜ਼ਰ ਨਹੀਂ ਆਈ। ਖਾਸ ਤੌਰ ਤੇ ਮੈਂ ਬਹੁਤਾ ਪਿੱਛੇ ਮੈਂ ਇੱਕ ਗੱਲ ਦਾ ਹਵਾਲਾ ਦੇ ਕੇ ਗੱਲ ਕਰਨੀ ਚਾਹੁੰਦਾ ਤੇ ਤੁਹਾਡੇ ਦਾ ਉਹਤੇ ਜਵਾਬ ਲੈਣਾ ਚਾਹੁੰਦਾ ਕਿ ਕਿਸੇ ਵੀ ਸੰਜੀਦਾ ਮਸਲੇ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੀਡਰਾਂ ਦੀ ਸੰਜੀਦਗੀ ਨਜ਼ਰ ਨਹੀਂ ਆਈ। ਹਾਲ ਹੀ ਦੇ ਵਿੱਚ ਇੱਕ ਇਕੱਠ ਹੋਇਆ, ਇਕੱਠ ਹੁੰਦਾ ਮੀਡੀਆ ਦੀ ਆਜ਼ਾਦੀ ਦੇ ਨਾਂ ਤੇ। ਮੈਂ ਕਹਿੰਦਾ ਕਿ ਹੋਣਾ ਚਾਹੀਦਾ ਹੈ ਤੇ ਸਾਨੂੰ ਜਮ ਕੇ ਕਰਨਾ ਚਾਹੀਦਾ ਹੈ, ਸਾਨੂੰ ਚਾਈ ਕਰਨਾ ਚਾਹੀਦਾ ਹੈ। ਪਰ ਕੀ ਜਦੋਂ ਮੀਡੀਆ ਦੀ ਆਜ਼ਾਦੀ ਦੇ ਨਾਂ ਤੇ ਇਕੱਠ ਹੋਇਆ ਸੀ, ਉੱਥੇ ਸੰਜੀਦਗੀ ਦੇਖੀ ਗਈ ਸੀਗੀ? ਉੱਥੇ ਵੀ ਉਹ ਜਿਹੜੀ ਖਰਮਸਤੀਆਂ ਦੀ ਗੱਲ ਤੁਸੀਂ ਕੀਤੀ, ਉੱਥੇ ਵੀ ਉਹ ਖਰਮਸਤੀਆਂ ਹੋਈਆਂ ਨੇ। ਉੱਥੇ ਤਕਰੀਰਾਂ ਦੇ ਵਿੱਚ ਚੁਟਕਲੇਬਾਜ਼ੀ ਜ਼ਿਆਦਾ ਹੋਈ ਹੈ। ਉੱਥੇ ਨਾ ਮੀਡੀਆ ਦਾ ਤੇ ਗੱਲਾਂ ਆਪਣੀਆਂ ਕਰ ਲੀਆਂ, ਮਿਹਣੋ ਮਿਹਣੀਆਂ ਸਿੱਠਣੀਆਂ ਲਾਂਭੇ ਆਪਣੇ ਦੇ ਤੇ। ਨਹੀਂ, ਉਹ ਇਸ ਤਰ੍ਹਾਂ ਹੈ, ਮੇਰਾ ਖਿਆਲ ਹੈ ਸਾਰਿਆਂ ਨੇ ਤਾਂ ਨਹੀਂ ਦਿੱਤੇ। ਨਹੀਂ, ਸਾਰਿਆਂ ਨੇ ਨਹੀਂ, ਪਰ ਗੱਲ ਇਹ ਹੈ ਨਾ ਕਿ ਚੀਜ਼ ਦੀ ਅਟਰੈਕਸ਼ਨ, ਸਾਰਿਆਂ ਦਾ ਧਿਆਨ ਇੱਕ ਜਗ੍ਹਾ ਦੇ ਉੱਤੇ ਫਿਰ ਕੇਂਦਰਿਤ ਹੋ ਜਾਂਦਾ। ਨਹੀਂ, ਇਹ ਤੁਹਾਡੀ ਗੱਲ ਠੀਕ ਹੈ ਵੀ ਜਿੱਡੀ ਵੱਡੀ ਫਿਕਰਮੰਦੀ ਦਾ ਵਿਸ਼ਾ ਸੀ, ਉਨੀ ਫਿਕਰਮੰਦੀ ਭਾਸ਼ਣਾਂ 'ਚ ਹੈ ਨਹੀਂ ਸੀ। ਇਹ ਠੀਕ ਹੈ, ਠੀਕ ਹੈ, ਇਹ ਠੀਕ ਹੈ। ਮੈਂ ਤੁਹਾਨੂੰ ਬੇਨਤੀ ਕਰੂੰ ਕਿਤੇ ਅੱਧਾ ਘੰਟਾ ਆਪਾਂ ਇਕੱਠੇ ਲਾ ਲਈਏ। ਹੁਣ ਮੈਂ ਇੱਕ ਗੱਲ ਦੀ ਦੱਸਣ ਲੱਗਿਆ ਪਰਸੋਂ ਦੀ ਅੰਗਰੇਜ਼ੀ ਦੇ ਅਖਬਾਰ ਟਾਈਮਜ਼ ਆਫ ਇੰਡੀਆ 'ਚ ਖਬਰ ਹੈ, ਪੰਜਾਬ ਪੇਜ ਤੇ ਜੀ, UPSC finalists out, 63 from Haryana selected, 10 from top 10, 10 ਬੰਦੇ ਟੌਪ 100 ਤੇ ਪੰਜਾਬ ਓਨਲੀ 2। ਬਿਲਕੁਲ, ਕਿੱਧਰ ਗਏ IAS IPS? ਸਾਰੇ ਜਣੇ ਚਿੱਟਾ ਪੀਣ ਲਾਤੇ ਆ ਤੇ ਨਕਲਾਂ ਲਾਉਣ ਤੇ ਜਿੰਦਾਬਾਦ ਮੁਰਦਾਬਾਦ। ਕਦੇ ਮੈਂ ਕਹਿੰਦਾ ਨਾ, ਮੈਨੂੰ ਉਹ ਬੰਦੇ ਦਾ ਨਾਂ ਲੈ ਦਿਓ, ਚਾਹੇ ਸੰਤ ਮਹਾਤਮਾ ਹੈ ਤੇ ਚਾਹੇ ਕੋਈ ਵੀ ਹੈ, ਜਿਹੜਾ ਇਹਦੇ ਉੱਤੇ ਮੈਨੂੰ ਦੱਸ ਦਿਓ। ਜੇ ਖੜਮਾਸਤੀ ਨਾ ਹੁੰਦੀ ਤੇ ਸਰਸੇ ਵਾਲੇ ਨੂੰ ਗੁਰੂ ਗੋਬਿੰਦ ਸਿੰਘ ਤੋਂ ਵੱਡਾ ਕਿਹਨੇ ਬਣਾਇਆ ਸੀ? ਬਿਲਕੁਲ, ਤੁਸੀਂ ਹੋਰ ਦੱਸ ਦਿਓ। ਤੇ 300 ਤੋਂ 514 ਮੁੰਡੇ ਮੈਂ ਦਿੱਲੀ ਦੀ ਪੁਲਿਸ 'ਚ ਮੈਂ ਇਕੱਲੇ ਨੇ ਭਰਤੀ ਕਰਾਏ ਜੀ, ਤੇ ਬਾਦਲ ਨੇ 300 ਮੁੰਡਾ ਹਰਿਆਣਿਓਂ ਲਿਆ ਕੇ ਭਰਤੀ ਕਰਾਇਆ। ਆ ਦਿੱਲੀ ਦੇ ਪੰਜਾਬ ਭਵਨ 'ਚ ਜਾਓ, 40% ਮੁੰਡੇ ਹਰਿਆਣੇ ਦੇ ਆ ਪੰਜਾਬ ਪੁਲਿਸ ਦੇ। ਮੈਂ ਬੇਨਤੀ ਕਰਨਾ ਚਾਹੁੰਦਾ, ਅੱਜ ਨਨਕਾਣਾ ਸਾਹਿਬ ਵੇਲੇ ਜਿਹੜੀਆਂ ਗੁਰਬਾਣੀ ਦਾ ਪ੍ਰਚਾਰ ਹੋਇਆ, ਸ਼੍ਰੋਮਣੀ ਕਮੇਟੀ ਵਿੱਚੋਂ 50 ਬੰਦੇ ਵੀ ਏਜੰਟਾਂ ਦੇ ਫਸਾਏ। ਇੱਕ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਦਾ ਨਾਂ ਲੈ ਦਿਓ ਜਿਹੜਾ ਏਜੰਟਾਂ ਤੋਂ ਪੈਸੇ ਬਣਾਉਂਦਾ। ਤੇ ਮੈਨੂੰ 6 ਕੁੜੀਆਂ ਦੇ, ਬੁੜੀਆਂ ਦੇ, ਬੀਬੀਆਂ ਦੇ ਪੁੱਤ ਮਰੇ ਆ ਮੇਰੇ ਕੋਲੇ। ਮੈਂ ਤੁਸੀਂ ਕੀ ਅਰਦਾਸ ਕਰਦੀ ਹੈ? ਕਹਿੰਦੀ ਅਸੀਂ ਅਰਦਾਸ ਕਰਦੀਆਂ, ਹੇ ਵਾਹਿਗੁਰੂ, ਜਿਹੜੇ ਲੀਡਰ ਚਾਹੇ ਕਾਂਗਰਸੀ ਚਾਹੇ ਅਕਾਲੀ, ਜਿਹੜੇ ਸਾਡੇ ਪੁੱਤਾਂ ਧੀਆਂ ਨੂੰ ਨਹੀਂ ਬਚਾਉਂਦੇ, ਉਹਨਾਂ ਦੇ ਪੁੱਤ ਮਰ ਜਾਣ, ਫੇਰ ਅਸੀਂ ਦੇਖੀਆ ਰੌਲਾ ਪਾਇਆ ਉਹਨਾਂ ਨੇ ਜੀ। ਤੁਸੀਂ ਕਿੱਥੇ ਗਰੀਬ ਨਾਲ ਹੈ? ਬਾਕੀ ਮੈਂ ਇੱਕ ਹੋਰ ਗੱਲ ਚਾਹੁੰਦਾ ਕਿ ਸਿੱਖਿਆ ਖੇਤਰ ਡਾਊਨ। ਪ੍ਰਿਯੰਕਾ ਚੋਪੜਾ ਸੱਜੀ ਗਾਉਣ ਵਾਲੀ ਲੁਧਿਆਣੇ, ਬਾਦਲ ਆਪ ਖੜਾ ਸੀ ਵੱਡਾ, 3.25 ਕਰੋੜ ਰੁਪਈਆ ਨਾਚ ਨੂੰ ਦਿੱਤਾ। ਦ੍ਰੋਪਦੀ ਦੇ ਕੱਪੜੇ ਤਾਂ ਲਾਏ ਸੀ ਦੁਰਯੋਧਨ ਨੇ, ਗੁੱਸੇ ਚ ਹੋ ਗਏ। ਇਹ ਜਿਹੜੀ ਪ੍ਰਿਯੰਕਾ ਚੋਪੜਾ ਬਾਦਲ ਨੇ ਛੱਡੀ ਸੀ 3.25 ਕਰੋੜ ਦੇ ਕੇ, ਉਹ 70% ਸਰੀਰ ਆਪ ਹੀ ਜਿਹੜੀ ਸੀ ਨਿਰਵਸਤਰ ਹੋ ਕੇ ਆਈ ਸੀ। ਹਾਂਜੀ, ਇਹ ਪੰਜਾਬੀ ਤੇ ਢਾਡੀਆਂ ਦਾ। ਬਿਲਕੁਲ, ਮੈਂ ਕਿਹਾ ਸੀ ਬਿਲਕੁਲ ਰਾਮੋਲੇ ਸਾਹਿਬ, ਇਹ ਖੋਰਾ ਤਾਂ ਫਿਰ ਲੀਡਰਸ਼ਿਪ ਨੂੰ ਲੱਗਣਾ ਸੀ ਨਾ, ਜਿਨ੍ਹਾਂ ਦੀਆਂ ਸਟੇਜਾਂ ਦੇ ਉੱਤੇ, ਜਿਨ੍ਹਾਂ ਦੇ ਮੰਚਾਂ ਦੇ ਉੱਤੇ ਕਦੇ ਢਾਡੀ ਗੱਜਦੇ ਸੀ, ਫਿਰ ਜਦੋਂ ਠੁਮਕੇ ਲੱਗਣ ਲੱਗੇ ਤੇ ਫਿਰ ਇਹ ਗਿਰਾਵਟ ਤਾਂ ਆਉਣੀ ਸੁਭਾਵਿਕ ਸੀ। ਸਰਦਾਰ ਬਹਾਦਰ, ਮੈਂ ਇਸੇ ਨੂੰ ਖੜਮਾਸਤੀ ਕਹਿੰਦਾ ਜੀ, ਖੜਮਾਸਤੀਆਂ। ਅੱਗੇ ਹੋਰ ਸੁਣਿਓ, ਤੁਸੀਂ ਪ੍ਰਚਾਰ ਦੇ ਵਿੱਚ ਮੈਨੂੰ ਅੱਜ ਤਾਈਂ ਦਿਖਾ ਦਿਓ ਵੀ ਕਦੇ ਬਹੁਤ ਗਿਆਨ ਦੀ ਗੱਲ ਹੋਵੇ, ਕਦੇ ਨਹੀਂ। ਫਿਰ ਕਦੇ ਸਰਬ ਪਾਰਟੀ ਮੀਟਿੰਗ ਕੀਤੀ ਹੈ ਵੀ ਸਿੱਖੀ ਨੂੰ ਸਾਰੇ ਪਾਸੇ ਤੋਂ ਘਾਟਾ, ਉਹ ਕੁੜੀਆਂ ਖਾਣ ਲੱਗ ਜਾਣ ਚਿੱਟਾ, ਮੁੰਡੇ ਖਾਣ ਲੱਗਣ ਚਿੱਟਾ। ਅੱਜ ਭਰਤੀ 1% ਦੀ ਸਿੱਖ ਭਰਤੀ ਹੋ ਰਹੇ ਆ। ਮੈਨੂੰ ਲਖਨਊ ਦੱਸਿਆ ਸਿੱਖਾਂ ਨੇ
ਜਿੱਦਾਂ ਕੋਈ 15-20 ਸਾਲ ਪਹਿਲਾਂ ਸਮਾਂ ਹੁੰਦਾ ਸੀ, ਡੱਬੇ ਆਉਣੇ ਸਿੱਖ ਮੁੰਡਿਆਂ ਦੇ 4-4 ਡੱਬੇ ਫੌਜੀਆਂ ਦੇ ਭਰੇ ਹੋਏ, ਹੁਣ ਖਿਆਉਂਦਾ ਕੋਈ ਨਹੀਂ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਪੰਜਾਬੀ ਹੁਣ ਮੈਂ ਸੁਖਵੀਰ ਨੂੰ ਕਹਿੰਦਾ ਮੈਂ ਤੇਰੇ ਨਾਲ ਹੈ ਸਰਦਾਰਾ, ਪਰ ਮੈਨੂੰ ਇੱਕ ਪਤਾ ਕਿ ਇਹਨਾਂ ਤਿਲਾਂ 'ਚ ਨਹੀਂ ਤੇਲ ਤੇ ਟੀਂਡਿਆਂ 'ਚ ਨਹੀਂ ਕਪਾਹ। ਠੀਕ ਹੈ, ਇਹ ਹੋਣਾ ਨਹੀਂ। ਮੈਂ ਇੱਥੇ ਖੜਾ ਗਰੀਬ ਜੱਟ ਦਾ ਪੁੱਤ ਹੈ, ਤੁਹਾਡੀ ਤੂੰਬੀ ਵਜਾ ਕੇ ਗਾਉਂਦਾ ਰਿਹਾ, ਤੂੰਬੀ ਨਾਲ ਗਾਉਂਦਾ ਰਿਹਾ ਜੋ ਕਿ ਘਰ ਦੀ ਪੈੜੀ ਸਾਰੀ ਗਹਿਣੇ ਸੀ। ਨਾਲੇ ਅੱਜ ਉਰਦੂ, ਹਿੰਦੀ, ਅੰਗਰੇਜ਼ੀ, ਪੰਜਾਬੀ ਤੇ ਮਾੜੀ ਮਾੜੀ ਸੰਸਕ੍ਰਿਤ ਤੇ ਫਾਰਸੀ 6 ਜ਼ਬਾਨਾਂ ਪੜ੍ਹ ਲੈਣਾ। ਮੁਸਲਮਾਨਾਂ ਦਾ ਧਰਮ ਪੂਰਾ ਪੜ੍ਹ ਕੇ ਨਤੀਜੇ ਕੱਢੇ, ਅੱਜ ਤਰਕੂ ਹਦੀਸ ਬਾਰੇ, ਨਮਾਜ਼, ਰੋਜ਼ਾ, ਜ਼ਕਾਤ, ਅਬੂ ਬਕਰ, ਉਮਰ, ਉਸਮਾਨ, ਅਲੀ, ਸਭ ਕੁਛ ਕਿਵੇਂ ਹੋਇਆ। ਸਾਡੇ ਤਾਂ ਰੱਟੇ ਲਾਏ ਪਏ ਆ। 4 ਕਿਤਾਬਾਂ ਪੜ੍ਹੇ ਤੇ ਇੰਜੀਲ, ਜ਼ਬੂਰ, ਕੁਰਾਨ ਚਾਰੇ ਮੈਂ ਪੜ੍ਹੇ। ਇਹਨਾਂ ਨੂੰ ਇਹ ਗੁਰਮੁਖੀ ਨਹੀਂ ਪੜ੍ਹੇ, ਤੁਸੀਂ ਗੱਲ ਕੀ ਕਰਦੇ ਹੋ? ਇਹ ਕਿਵੇਂ ਠੀਕ ਕਰ ਲੈਣਗੇ? ਠੀਕ ਹੈ, ਇੱਕ ਨਾ ਜਦੋਂ ਅਯਾਸ਼ ਹੋ ਜਾਏ ਕੌਮ ਤੇ ਉਹ ਸੰਤ ਬਾਬਿਓ, ਉਹ ਸੰਤ ਕਿੰਨੀਆਂ ਤੁਹਾਡੇ ਪਤਾ ਨਹੀਂ, ਮੈਨੂੰ ਗਾਲਾਂ ਕੱਢੋ। ਉਹ ਤੁਸੀਂ ਭਾਈ ਲਾਲੋ ਵਾਲੇ ਕੱਪੜੇ ਪਾ ਲਓ ਜੇ ਸਿੱਖੀ ਬਚਾਉਣੀ ਹੈ। ਤੁਸੀਂ ਭਾਈ ਫਿਰਦੇ ਆ ਗੱਡੀਆਂ ਤੇ ਖੁਰਾਕਾਂ ਸਾਰੀਆਂ ਮਾਲਕ ਭਾਗੋ ਵਾਲੀਆਂ। ਠੀਕ ਹੈ ਰਾਮੂਵਾਲ ਸਾਹਿਬ, ਸਮਾਂ ਕੱਢਿਆ, ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੁਲਦੀਪ ਜੀ, ਧਾਲੀਵਾਲ ਸਾਹਿਬ ਜੀ ਸਾਡੇ ਨਾਲ ਬਲਵੰਤ ਸਿੰਘ ਰਾਮੂਵਾਲੀਆ ਜੁੜੇ ਸੀ ਲਾਈਵ। ਉਹਨਾਂ ਨੇ 2 ਗੱਲਾਂ ਅਹਿਮ ਕਹੀਆਂ ਨੇ ਵੀ ਜਿਹੜੇ ਸਿੱਖੀ ਸਿਧਾਂਤਾਂ ਨੂੰ ਅਣਗੌਲਿਆ ਕੀਤਾ ਗਿਆ, ਡੇਰਾ ਸੌਦਾ ਸਾਧ ਦਾ ਵੀ ਜ਼ਿਕਰ ਕਰ ਗਏ ਨੇ, ਉਹਦਾ ਵੀ ਜ਼ਿਕਰ ਕਰ ਗਏ ਨੇ। ਜਿਹੜੀਆਂ ਅਕਾਲੀ ਦਲ ਦੀਆਂ ਸਟੇਜਾਂ ਤੇ ਠੁਮਕੇ ਲੱਗਦੇ ਰਹੇ ਨੇ, ਢਾਡੀ ਵਾਰਾਂ ਨੂੰ ਜਿਹੜਾ ਦੇਖਿਆ ਕੀਤਾ ਗਿਆ, ਉਹਨਾਂ ਦਾ ਵੀ ਜ਼ਿਕਰ ਕਰ ਗਏ ਨੇ। ਉਹ ਕਹਿੰਦੇ ਤਾਂ ਹੀ ਅੱਜ ਇਹ ਹਾਲਾਤ ਨੇ। ਪਰ ਦੂਜੇ ਪਾਸੇ ਸੁਖਬੀਰ ਬਾਦਲ ਦੇ ਲਈ ਹਾਮੀ ਵੀ ਭਰ ਗਏ ਨੇ, ਕਹਿੰਦੇ ਮੈਂ ਤਿਆਰ ਹਾਂ, ਪਰ ਕਹਿੰਦੇ ਉਹਨਾਂ ਦੇ ਤਿਲਾਂ 'ਚ ਜ਼ੋਰ ਨਹੀਂ ਹੈਗਾ। ਬਿਲਕੁਲ ਠੀਕ ਹੈ, ਉਹ ਸਾਰੀਆਂ ਗੱਲਾਂ ਉਹ ਕਹਿੰਦੇ ਕਿ ਨਾਲ ਚੱਲਣ ਨੂੰ ਤਿਆਰ ਹਾਂ, ਪਰ ਜਿਹੜੇ ਸਿਧਾਂਤ ਦੇ ਉੱਤੇ ਪਾਰਟੀ ਦੀ ਨੀਂਹ ਰੱਖੀ ਹੋਈ ਹੈ, ਉਸ ਸਿਧਾਂਤ ਦੇ ਉੱਤੇ ਤੁਹਾਨੂੰ ਪੈਰਵੀ ਕਰਨੀ ਪਏਗੀ, ਉਸ ਸਿਧਾਂਤ ਦੇ ਉੱਤੇ ਖਰਾ ਉਤਰਨਾ ਪਏਗਾ, ਉਸ ਸਿਧਾਂਤ ਦੇ ਤੁਹਾਨੂੰ ਪਾਰਖੂ ਤੇ ਪਰਪੱਕ ਹੋਣਾ ਪਵੇਗਾ, ਤੇ ਫਿਰ ਹੀ ਲੀਡਰਸ਼ਿਪ ਤੁਹਾਡੇ ਨਾਲ ਚੱਲ ਸਕਦੀ ਹੈ। ਜਿਸ ਤਿਆਗ ਦੀ ਗੱਲ ਜਗਮੀਤ ਬਰਾੜ ਹੋਰਾਂ ਨੇ ਕੀਤੀ ਸੀ, ਉਹ ਤਿਆਗ ਦੀ ਝਲਕ ਰਾਮੂਵਾਲੀਆ ਹੋਰਾਂ ਦੀ ਤਕਰੀਰ 'ਚੋਂ ਵੀ ਨਜ਼ਰ ਆਉਂਦੀ ਹੈ ਕਿ ਉਹ ਤਿਆਗ ਦੀ ਭਾਵਨਾ ਲੈ ਕੇ ਚੱਲਣਾ ਪਏਗਾ। ਜਿਹੜੀਆਂ ਸਾਡੀਆਂ ਆਪਣੀਆਂ ਕੁਝ ਗੱਲਾਂ ਨੇ, ਜਿਹੜੇ ਕੁਝ ਆਪਣੇ ਮਸਲੇ ਮਿਸਾਇਲ ਹੈ, ਉਹਨਾਂ ਨੂੰ ਛੋਟਾ ਕਰਕੇ, ਉਹਨਾਂ ਨੂੰ ਪਾਸੇ ਰੱਖ ਕੇ ਸਾਨੂੰ ਕੌਮ ਦੀ, ਪੰਜਾਬ ਦੀ, ਪੰਥ ਦੀ ਗੱਲ ਨੂੰ ਵੱਡੀ ਕਰਕੇ, ਵੱਡਾ ਹੋ ਕੇ ਫਰਾਖ ਦਿਲੀ ਨਾਲ ਸੋਚਣਾ ਹੋਵੇਗਾ। ਜੀ ਨਵਜੋਤ, ਜਿਹੜੇ ਸੁਖਬੀਰ ਸਿੰਘ ਬਾਦਲ ਨੇ ਅਕਸਰ ਹੀ ਉਹ ਮਾਫੀ ਮੰਗਦੇ ਰਹਿੰਦੇ ਨੇ। ਪਹਿਲਾਂ ਵੱਡੇ ਬਾਦਲ ਦੀ ਅੰਤਮ ਅਰਦਾਸ ਤੇ ਉਹਨਾਂ ਦੇ ਵੱਲੋਂ ਕੌਮ ਤੋਂ ਮਾਫੀ ਮੰਗੀ ਗਈ, ਅੱਜ ਫੇਰ ਮਾਫੀ ਮੰਗੀ ਗਈ। ਟਕਸਾਲੀ ਲੀਡਰ ਜਿਹੜੇ ਬਾਗੀ ਹੋਏ ਨੇ ਉਹਨਾਂ ਨੂੰ ਵਾਪਸ ਆਵਾਜ਼ ਮਾਰੀ ਗਈ, ਪਰ ਜਿਹੜੇ ਟਕਸਾਲੀ ਲੀਡਰ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਤਿਆਗ ਕਰਨ, ਆਪਣਾ ਅਸਤੀਫਾ ਦੇਣ, ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਗਲਤੀ ਮੰਨਣ। ਤੇ ਦੂਜਾ ਜਿਹੜੀ ਕਮੇਟੀ ਬਣਾਈ ਗਈ ਸੀ ਇਕਬਾਲ ਸਿੰਘ ਝੁੰਦਾ, ਰਿਪੋਰਟ ਦਾ ਵੀ ਜ਼ਿਕਰ ਜਗਮੀਤ ਬਰਾੜ ਕਰ ਗਏ ਨੇ, ਕਹਿੰਦੇ ਉਹ ਰਿਪੋਰਟ ਵੀ ਵਿੱਚ ਵਿਚਾਲੇ ਹੀ ਦੱਬਤੀ, ਉਹਦਾ ਕੋਈ ਜ਼ਿਕਰ ਨਹੀਂ। ਜਦੋਂ ਕਮੇਟੀਆਂ ਬਣ ਜਾਂਦੀਆਂ ਨੇ, ਰਿਪੋਰਟਾਂ ਵਿੱਚ ਵਿਚਾਲੇ ਰਹਿ ਜਾਂਦੀਆਂ ਨੇ, ਫਿਰ ਲੋਕ ਯਕੀਨ ਨਹੀਂ ਕਰਦੇ। ਜਦੋਂ ਤੁਸੀਂ ਇਸ ਤਰ੍ਹਾਂ ਹੁਣ ਐਲਾਨ ਕਰ ਦਿੱਤਾ ਤਾਂ ਬਾਰ-ਬਾਰ ਜਦੋਂ ਬਿਆਨ ਬਦਲੀ ਗਏ ਜਾਂ ਉਹਨਾਂ ਰਿਪੋਰਟਾਂ ਤੇ ਕੋਈ ਗੌਰ ਨਾ ਹੋਈ ਤਾਂ ਫਿਰ ਇਸ ਤਰ੍ਹਾਂ ਲੋਕ ਪਿੱਛੇ ਹਟਦੇ ਨੇ। ਤਾਂ ਹੀ ਟਕਸਾਲੀ ਲੀਡਰ ਵੀ ਹੁਣ ਇਹ ਗੱਲ ਕਹਿ ਰਹੇ ਨੇ ਕਿ ਹੁਣ ਤਾਂ ਤਿਆਗ ਦਾ ਸਮਾਂ ਆ ਗਿਆ, ਹੁਣ ਮਾਫੀ ਮੰਗਣ ਦੇ ਨਾਲ ਕੰਮ ਨਹੀਂ ਸਰਨਾ ਹੈਗਾ। ਦੇਖੋ ਗੱਲ ਇਹ ਹੈ ਕਿ ਕੁਲਦੀਪ, ਮੁਆਫੀ ਮੰਗਣ ਨਾਲ ਕਦੇ ਕੋਈ ਵਿਅਕਤੀ, ਕੋਈ ਸ਼ਖਸ ਛੋਟਾ ਨਹੀਂ ਹੁੰਦਾ। ਮੁਆਫੀ ਬੰਦੇ ਨੂੰ ਵੱਡਿਆ ਹੀ ਕਰਦੀ ਹੈ, ਪਰ ਗੱਲ ਇਹ ਹੈ ਕਿ ਇੱਥੇ ਮੁਆਫੀ ਦੀ ਕਲੈਰਿਟੀ ਨਹੀਂ ਹੋ ਰਹੀ ਕਿ ਮੰਗੀ ਕਿਸ ਗੱਲ ਦੀ ਜਾ ਰਹੀ ਹੈ। ਜਿੱਥੋਂ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ, ਮੇਰਾ ਤਾਂ ਸਵਾਲ ਹਲੇ ਵੀ ਉਹ ਬਰਕਰਾਰ ਹੈ ਕਿ ਮੁਆਫੀ ਮੰਗੀ ਕਿਸ ਗੱਲ ਦੀ ਜਾ ਰਹੀ ਹੈ ਜਾਂ ਕਿਸ ਗੱਲ ਦੀ ਮੁਆਫੀ ਦਾ ਜ਼ਿਕਰ ਹੋ ਰਿਹਾ। ਇਹ ਗੱਲਾਂ ਮੈਂ ਨਹੀਂ ਗੱਲ ਕਹਿ ਰਿਹਾ, ਮੈਂ ਉਸ ਕੰਟੈਕਸਟ ਦੇ ਨਾਲ ਗੱਲ ਕਹਿ ਰਿਹਾ ਜਿਹੜੀ ਅਕਾਲੀ ਦਲ ਦੇ ਲੀਡਰ ਕਹਿ ਰਹੇ ਆ ਕਿ ਲੋਕਾਂ ਨੂੰ ਦੱਸਣਾ ਹੋਊਗਾ ਕਿ ਅਸੀਂ ਕਿਸ ਗੱਲ ਦੀ ਮਾਫੀ, ਕਿਉਂ, ਕਿਵੇਂ ਤੇ ਕਿਸ ਹਾਲਾਤ ਦੇ ਵਿੱਚ ਮੰਗ ਰਹੇ ਹਾਂ। ਜੀ ਬਿਲਕੁਲ, ਤੁਹਾਡੀ ਗੱਲ ਬਿਲਕੁਲ ਕਲੀਅਰ ਹੈ ਕਿ ਸੁਖਬੀਰ ਸਿੰਘ ਬਾਦਲ ਇਹ ਨਹੀਂ ਗੱਲ ਦੱਸ ਰਹੇ ਵੀ ਕਿਹੜੀਆਂ ਗੱਲਾਂ ਦੀ ਮਾਫੀ ਮੰਗ ਰਹੇ ਨੇ ਉਹ। ਅਸੀਂ ਤੁਹਾਨੂੰ ਫਿਰ ਦੱਸ ਦਿੰਦੇ ਹਾਂ ਕਿ ਅੱਜ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਉਹਨਾਂ ਲੀਡਰਾਂ ਨੂੰ ਆਵਾਜ਼ ਮਾਰੀ ਆ ਜਿਹੜੇ ਪਾਰਟੀ ਤੋਂ ਬਾਗੀ ਹੋ ਗਏ ਨੇ। ਉਹਨਾਂ ਨੇ ਕਿਹਾ ਕਿ ਮੈਂ ਗਲਤੀਆਂ ਮੰਨਣ ਨੂੰ ਤਿਆਰ ਹਾਂ, ਪਰ ਅਸੀਂ
ਜਿਹੜਾ ਉਹਨਾਂ ਲੀਡਰਾਂ ਨੂੰ ਮਨਾਵਾਂਗੇ, ਗਲਤੀਆਂ ਮੰਨਾਂਗੇ, ਤੁਸੀਂ ਵਾਪਸ ਆ ਜਾਓਗੇ, ਕਿਉਂਕਿ ਲਗਾਤਾਰ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ। ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ, ਕਰਾਰੀ ਹਾਰ ਜਿਹੜੀ ਚੱਲਣੀ ਪੈ ਰਹੀ ਆ, ਪੰਥਕ ਵੋਟ ਪਾਸੇ ਹਟ ਗਈ, ਕਿਸਾਨੀ ਵਾਲੀ ਵੋਟ ਬੈਂਕ ਪਾਸੇ ਹਟ ਗਈ। ਇਸ ਕਰਕੇ ਜਿਹੜੀ ਹੁਣ ਸੁਖਬੀਰ ਸਿੰਘ ਬਾਦਲ ਨੂੰ ਨਾ ਟਕਸਾਲੀ ਲੀਡਰਾਂ ਦੀ ਮੁੜ ਯਾਦ ਆਈ ਹੈ। ਇਹ ਵੀ ਚਰਚਾ ਹੈ ਕਿ ਜਦੋਂ ਪੰਥਕ ਦੀ ਸਰਕਾਰ ਰਹੀ, ਅਕਾਲੀ ਦਲ ਦੀ ਸਰਕਾਰ ਰਹੀ, ਤਾਂ ਉਹਨਾਂ ਲੀਡਰਾਂ ਨੂੰ ਵੀ ਅਣਗੌਲਿਆਂ ਕੀਤਾ ਗਿਆ, ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ, ਜਿਨ੍ਹਾਂ ਨੇ ਮੋਰਚੇ ਲਾਏ, ਉਹਨਾਂ ਨੂੰ ਵੀ ਅਣਦੇਖਿਆ ਕੀਤਾ ਗਿਆ। ਇਸ ਕਰਕੇ ਅਕਾਲੀ ਦਲ ਦਾ ਅੱਜ ਇਹ ਹਾਲ ਆ, ਸਿੱਖੀ ਸਿਧਾਂਤਾਂ ਤੋਂ ਭਟਕ ਜਾਣਾ। ਚਰਚਾ ਲੋਕਾਂ ਦੇ ਵਿੱਚ, ਜਿਹੜੇ ਪਿੰਡਾਂ ਦੇ ਵਿੱਚ ਲੋਕ ਬਜ਼ੁਰਗ ਬਹਿੰਦੇ ਨੇ, ਉਹ ਵੀ ਚਰਚਾ ਕਰਦੇ ਨੇ ਕਿ ਜਿਹੜਾ ਅਕਾਲੀ ਦਲ ਸੀ, ਜਦੋਂ ਉਹਨਾਂ ਦੀ ਸਰਕਾਰ ਸੀ, ਉਦੋਂ ਉਹਨਾਂ ਨੇ ਪੰਥ ਦੀ ਗੱਲ ਨਹੀਂ ਕੀਤੀ, ਪੰਥ ਨੂੰ ਵਿਸਾਰਿਆ, ਤਾਂ ਕਰਕੇ ਅੱਜ ਇਹ ਹਾਲ ਹੋ ਰਿਹਾ। ਧਾਲੀਵਾਲ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਲੱਗਦਾ ਕੋਈ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਅਪੀਲ ਹੈ ਇਹ ਕੋਈ ਅਸਰ ਕਰੇਗੀ? ਜਿਹੜੇ ਬਾਗੀ ਲੀਡਰ ਨੇ ਉਹ ਵਾਪਸੀ ਦਾ ਰੁਖ ਕਰਨਗੇ ਜਾਂ ਨਹੀਂ ਕਰਨਗੇ, ਕੀ ਲੱਗਦਾ ਹੈ? ਦੇਖੋ, ਗੱਲ ਇਹ ਹੈ ਕੁਲਦੀਪ, ਹੁਣ ਤੱਕ ਜਿੰਨੇ ਲੀਡਰ ਨਾਲ ਆਪਾਂ ਗੱਲ ਕੀਤੀ ਆ, ਉਹਨਾਂ ਨੇ ਤਾਂ ਸੰਕੇਤ ਦੇ ਹੀ ਦਿੱਤੇ ਆ, ਉਹਨਾਂ ਨੇ ਤਾਂ ਦੱਸ ਹੀ ਦਿੱਤਾ। ਹੁਣ ਉਹਦੇ ਵਿੱਚ ਤਾਂ ਕੋਈ ਵੱਖਰੀ ਸੁਣਨ ਵਾਲੀ ਗੱਲ ਨਹੀਂ ਬਚਦੀ। ਹੁਣ ਗੱਲ ਉਹਨਾਂ ਦੀ ਹੈ, ਜਿਹੜਾ ਢੀਂਡਸਾ ਪਰਿਵਾਰ ਹੈ ਜਾਂ ਜਿਹੜੇ ਹੋਰ ਪਰਿਵਾਰ ਨੇ, ਪੁਰਾਣੇ ਪਰਿਵਾਰ ਨੇ, ਕਿ ਉਹ ਵਾਪਸ ਆਉਂਦੇ ਆ ਜਾਂ ਨਹੀਂ ਆਉਂਦੇ। ਪਰ ਉਸ ਤੋਂ ਵੀ ਪਹਿਲੀ ਗੱਲ ਹੈ ਕਿ ਤੁਸੀਂ ਅਪੀਲ ਕਰ ਦਿੱਤੀ ਹੈ ਕਿ ਇਹ ਕਾਫੀ ਹੈ ਕਿ ਉਹਨਾਂ ਦੇ ਵਾਪਸ ਆਉਣ ਦੇ ਲਈ ਕੋਈ ਯੋਜਨਾ ਵੀ ਬਣਾਈ ਗਈ ਹੈ, ਕਿ ਉਹਨਾਂ ਦਾ ਕੋਈ ਕੰਸੈਂਟ ਦੀ ਵੀ ਗੱਲ ਕੀਤੀ ਹੈ, ਕਿ ਉਹਨਾਂ ਤੱਕ ਕੋਈ ਅਪਰੋਚ ਕੀਤੀ ਹੈ, ਕਿ ਉਹਨਾਂ ਨੂੰ ਕਦੇ ਤੁਸੀਂ ਮਿਲਣ ਗਏ ਹੋ, ਕਦੇ ਉਹਨਾਂ ਨਾਲ ਬਹਿ ਕੇ ਕਦੇ ਗੱਲਾਂ ਹੋਈਆਂ ਨੇ, ਕਿ ਉਹ ਕਦੇ ਲੋਕਾਚਾਰੀ ਸਾਹਮਣੇ ਆਈਆਂ ਨੇ, ਕਦੇ ਪਬਲਿਕ ਡੋਮੇਨ ਦੇ ਵਿੱਚ ਉਹਨਾਂ ਦਾ ਕਦੇ ਜ਼ਿਕਰ ਹੋਇਆ? ਮੈਨੂੰ ਲੱਗਦਾ ਕਿ ਸ਼ਾਇਦ ਇਸ ਤਰੀਕੇ ਦੇ ਨਾਲ ਨਹੀਂ ਹੋਇਆ, ਜੇਕਰ ਮੇਰੀ ਯਾਦਦਾਸ਼ਤ ਘੱਟ ਹੋਵੇ ਤਾਂ। ਉਸ ਤੋਂ ਬਾਅਦ ਗੱਲ ਇਹ ਹੈ ਕਿ ਜਿਹੜੇ ਲੀਡਰ ਨੂੰ ਤੁਸੀਂ ਵਾਪਸ ਬੁਲਾਉਣ ਦੀ ਗੱਲ ਕਰ ਰਹੇ ਹੋ, ਤੇ ਉਹਨਾਂ ਨੂੰ ਕਿਸ ਜ਼ਿੰਮੇਵਾਰੀ ਦੇ ਨਾਲ, ਕਿਸ ਭੂਮਿਕਾ ਦੇ ਵਿੱਚ, ਕਿਸ ਹੈਸੀਅਤ ਨਾਲ ਬੁਲਾਓਗੇ, ਇਹ ਬਹੁਤ ਅਹਿਮ ਹੈ। ਉਸ ਤੋਂ ਬਾਅਦ ਹਮੇਸ਼ਾ ਸਵਾਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਉੱਠਦੇ ਰਹੇ, ਸੁਖਬੀਰ ਬਾਦਲ ਦੀ ਅਗਵਾਈ ਨੂੰ ਲੈ ਕੇ ਉੱਠਦੇ ਰਹੇ। ਜਦੋਂ ਲੀਡਰ ਇੱਕ ਜਿਹੜੀ ਮੀਟਿੰਗ ਹੋ ਰਹੀ ਸੀ, ਉਸ ਮੀਟਿੰਗ 'ਚ ਉੱਠ ਕੇ ਬਾਹਰ ਆਏ ਸੀਗੇ, ਉਸ ਮੀਟਿੰਗ ਦਾ ਹਰ ਕਿਸੇ ਨੂੰ ਪਤਾ, ਕਈ ਸਾਲ ਪਹਿਲਾਂ ਮੀਟਿੰਗ ਹੋਈ ਸੀਗੀ। ਕਈ ਜਿਹੜੇ ਪੁਰਾਣੇ ਪੰਥਕ ਲੀਡਰ ਸੀ, ਉਹਨਾਂ ਦੇ ਵਿੱਚੋਂ ਹੁਣ ਕਈ ਇਸ ਜਹਾਨ ਤੋਂ ਵੀ ਰੁਖਸਤ ਹੋ ਗਏ ਆ, ਉਹ ਵੀ ਉੱਠ ਕੇ ਬਾਹਰ ਆਏ ਸੀਗੇ ਕਿ ਉਹਨਾਂ ਨੂੰ ਉਹ ਲੀਡਰਸ਼ਿਪ ਜਿਹੜੀ ਹੈ ਉਹ ਨਹੀਂ ਸੀ ਮਨਜ਼ੂਰ। ਕਿ ਇਹ ਉਸੇ ਲੀਡਰਸ਼ਿਪ ਦੇ ਵਿੱਚ ਵਾਪਸ ਬੁਲਾਉਣ ਦੀ ਗੱਲ ਕਰ ਰਹੇ ਆ ਜਾਂ ਕੋਈ ਨਵੀਂ ਯੋਜਨਾ? ਦੂਸਰੇ ਪਾਸੇ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਮਨਪ੍ਰੀਤ ਬਾਦਲ ਹੋਰਾਂ ਨੂੰ ਸੱਦਾ ਨਹੀਂ ਦੇਣਾ ਚਾਹੀਦਾ, ਕਿ ਉੱਥੋਂ ਸ਼ੁਰੂਆਤ ਨਹੀਂ ਕਰਨੀ ਚਾਹੀਦੀ, ਕਿਉਂਕਿ ਮਨਪ੍ਰੀਤ ਬਾਦਲ ਹੋਰੀ ਵੀ ਬਹੁਤ ਸੋਹਣੀ ਤਕਰੀਰ ਕਰ ਲੈਂਦੇ ਆ, ਬਹੁਤ ਸੋਹਣੀਆਂ ਗੱਲਾਂ ਕਰ ਲੈਂਦੇ ਆ, ਲੋਕਾਂ ਨੂੰ ਜਚਾ ਵੀ ਲੈਂਦੇ ਆ, ਕਿ ਜੇਕਰ ਉੱਥੋਂ ਸ਼ੁਰੂਆਤ ਕਰਦੇ ਹੋ ਤੇ ਸ਼ਾਇਦ ਸੌਖਾ ਹੋ ਰਹੇਗਾ ਅਕਾਲੀ ਦਲ ਦੇ ਰਹੀ ਇਹ ਰਸਤਾ, ਉਹਨਾਂ ਪੈਂਡਿਆਂ ਦੇ ਉੱਤੇ ਜਿਹੜੇ ਵਿਖੜੇ ਸੀਗੇ ਉਹਨਾਂ ਨੂੰ ਨਾਲ ਜੋੜਨਾ ਤੇ ਘਰ ਬੁਲਾਉਣਾ। ਜੀ ਕੁਲਦੀਪ ਜੀ, ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਆਪਣੇ ਘਰ ਤੋਂ ਹੀ ਤੁਸੀਂ ਪਹਿਲਾਂ ਇਹ ਅਪੀਲ ਦੀ ਸ਼ੁਰੂਆਤ ਕਰੋ। ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਿੰਦਰ ਸਿੰਘ ਗਰੇਵਾਲ ਜੁੜ ਚੁੱਕੇ ਨੇ। ਗਰੇਵਾਲ ਸਾਹਿਬ, ਰੋਜ਼ਾਨਾ ਸਪੋਕਸਮੈਨ ਤੇ ਬਹੁਤ-ਬਹੁਤ ਸਵਾਗਤ ਹੈ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਰੁੱਸੇ ਹੋਏ ਲੀਡਰ ਨੇ ਉਹ ਵਾਪਸ ਆ ਜਾਣ ਤੇ ਅਸੀਂ ਜਿਹੜੀਆਂ ਗਲਤੀਆਂ ਮੇਰੇ ਤੋਂ ਹੋਈਆਂ ਨੇ ਮੈਂ ਮਾਫੀ ਮੰਗ ਰਿਹਾ। ਅਸੀਂ ਇਹ ਵੀ ਚਰਚਾ ਕਰ ਰਹੇ ਹਾਂ ਕਿ ਮਾਫੀ ਕਿਹੜੀਆਂ ਗੱਲਾਂ ਦੀ, ਕਿਹੜੀਆਂ ਗਲਤੀਆਂ ਉਹ ਹੋਈਆਂ ਨੇ? ਦੇਖੋ, ਗੱਲ ਇਹ ਹੈ ਕਿ ਕਿਸੇ ਨੂੰ ਬਾਦੀ, ਕਿਸੇ ਨੂੰ ਸਵਾਦੀ ਜੀ, ਕਿਸੇ ਨੂੰ ਕੋਈ ਕੰਮ ਗਲਤੀ ਲੱਗਦੀ ਹੈ ਤਾਂ ਉਹਦਾ ਮਤਲਬ ਇਹ ਨਹੀਂ ਕਿ ਕੋਈ ਗਲਤੀ ਹੋਈ ਕੀਤੀ ਹੈ। ਉਹ ਕਹਿੰਦਾ ਕਿ ਜਿਵੇਂ ਕਹਿੰਦੇ ਨਾ, ਪਿਛਲੇ ਔਕਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ, ਸ਼ਾਇਦ ਪੜ੍ਹਦੇ ਆ ਨਾ ਜੀ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਪਿੱਛੇ ਗੁਨਾਹ ਕੀਤੇ ਹੁੰਦਾ, ਪਰ ਕਿਉਂਕਿ ਮਨੁੱਖ ਪਰਫੈਕਟ ਨਹੀਂ ਗਾ, ਭੁੱਲਣਹਾਰ ਹੈ, ਘਰ ਵਿਚਰਦੇ ਆ, ਸੇਵਾ ਨਿਭਾਉਂਦੇ ਆ, ਕਈ ਦਫਾ ਹੋ ਜਾਂਦਾ ਕਿਸੇ ਨੂੰ ਉਹਦਾ ਬਣਦਾ ਮਾਣ ਨਾ ਦਿੱਤਾ ਜਾ ਸਕਦਾ, ਕਦੇ ਕਿਸੇ ਨੂੰ ਕਦੇ ਕੋਈ ਇਗਨੋਰ ਹੋ ਜਾਂਦਾ, ਚਾਹੁੰਦੇ ਹੋਏ ਵੀ, ਨਾ ਚਾਹੁੰਦੇ ਹੋਏ ਵੀ ਜੀ। ਤੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਕਿਹਾ ਕਿ ਜੇ ਕੋਈ ਮੇਰੀ ਗਲਤੀ ਕਰਕੇ ਵੀ ਗਿਆ ਹੋਇਆ, ਮੈਂ ਉਸ ਗੱਲ ਦੀ ਮਾਫੀ ਮੰਗਦਾ ਤੇ ਆ ਕੇ ਆਪਣੀ ਪੇਰੈਂਟ ਬੋਡੀ, ਮਾਂ ਬੋਡੀ ਵਿੱਚ ਸ਼ਾਮਲ ਹੋ। ਇਹ ਹੈ ਜੀ। ਸਾਡੇ ਨਾਲ ਟਕਸਾਲੀ ਲੀਡਰ ਜਗਮੀਤ ਸਿੰਘ ਬਰਾੜ ਵੀ ਜੁੜੇ ਸੀ। ਉਹ ਕਹਿੰਦੇ ਮਾਫੀ ਮੰਗ ਲਈ, ਬਹੁਤ ਵੱਡੀ ਗੱਲ ਆ, ਬਹੁਤ ਚੰਗੀ ਗੱਲ ਆ, ਮਾਫੀ ਮੰਗ ਲੈਣੀ ਚਾਹੀਦੀ ਆ, ਕਿਉਂਕਿ ਉਹਨਾਂ ਨੇ ਬੜੱਪਾਪਣ ਦਿਖਾਇਆ। ਤੇ ਨਾਲ ਦੀ ਨਾਲ ਉਹ ਇਹ ਵੀ ਗੱਲ ਕਹਿ ਰਹੇ ਕਿ ਹੁਣ ਪਾਰਟੀ ਪ੍ਰਧਾਨ ਨੂੰ ਤਿਆਗ ਦੇ ਦੇਣਾ ਚਾਹੀਦਾ ਤੇ ਅਸਤੀਫਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਦੇ ਦੇਣ ਤੇ ਉਸ ਤੋਂ ਬਾਅਦ ਇੱਕ ਪਲੇਟਫਾਰਮ ਤੇ ਸਾਰੇ ਲੀਡਰ ਸਾਰਿਆਂ ਨੂੰ ਸੱਦਾ ਦੇਣ, ਸਾਰੇ ਆਉਣ ਨੂੰ ਤਿਆਰ ਨੇ। ਸਰਦਾਰ ਜਗਮੀਤ ਸਿੰਘ ਬਰਾੜ ਉਹਨਾਂ ਦੇ ਆਪਣਾ ਵਿਚਾਰ ਹੋ ਸਕਦਾ ਹੈਗਾ ਜੀ, ਤੇ ਸਰਦਾਰ ਜਗਮੀਤ ਸਿੰਘ ਬਰਾੜ ਹੋਣ, ਕਿਉਂਕਿ ਅਕਸਰ ਕਦੇ ਸਟੇਬਿਲਿਟੀ ਨਹੀਂ ਦਿਖਾਈ ਉਹਨਾਂ ਨੇ, ਪੋਲੀਟੀਕਲ ਥਾਟ ਵਿੱਚ ਆਪਣੀ ਸਮਾਂ ਬਦਲਦੇ ਰਹਿੰਦੇ ਆ,
ਉਹਨਾਂ ਨੂੰ ਇਹ ਚਾਹੀਦਾ ਕਿ ਉਹ ਆਪਣਾ ਜੋ ਉਹਨਾਂ ਦਾ ਬਣਦਾ ਉਹ ਕਰ ਲੈਣ। ਅਕਾਲੀ ਦਲ ਦੀ ਪਾਰਟੀ, ਅਕਾਲੀ ਦਲ ਦੇ ਪ੍ਰਧਾਨ ਸਾਹਿਬ ਫੈਸਲਾ ਲੈਣ 'ਚ ਸਮਰੱਥ ਨੇ, ਤੇ ਜੋ ਉਹਨਾਂ ਨੇ ਕਿਹਾ ਹੈਗਾ ਸਰਦਾਰ ਜਗਮੀਤ ਸਿੰਘ ਬਰਾੜ ਆਪਣੀ ਨਿਗਾਹ ਤੋਂ ਸੋਚਦੇ ਨੇ, ਪਰ ਮੈਂ ਸਮਝਦਾ ਕਿ ਇਦੋਂ ਵੱਡਾ ਪਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਹੀਂ ਹੋ ਸਕਦਾ ਕਿ ਉਹਨਾਂ ਨੇ ਬਾਦਲ ਸਾਹਿਬ ਦੇ ਭੋਗ ਤੇ ਵੀ ਤੇ ਅੱਜ ਵੀ ਫੇਰ, ਕਿਉਂਕਿ ਜਹਾਂ ਖਿਮਾ ਤਾਂ ਆਪ ਗੁਰੂ ਸਾਹਿਬ ਦੇ ਹੁਕਮ ਹੈ। ਤੇ ਉਸ ਤੋਂ ਬਾਅਦ ਮੈਨੂੰ ਇੱਕ ਅੱਜ ਤੱਕ ਸਰਦਾਰ ਜਗਮੀਤ ਸਿੰਘ ਬਰਾੜ ਇਹ ਸਪਸ਼ਟ ਕਰ ਦਿੱਤਾ ਕਿ ਉਹ ਚਾਹੁੰਦੇ ਕੀ ਹੈ ਜੀ, ਉਹ ਕਿਹਦੇ ਨਿਗਾਹ 'ਚ ਚਾਹੁੰਦੇ ਆ। ਉਹ ਤਾਂ ਜਦ ਪਾਰਟੀ ਵਿੱਚ ਸੀਗੇ ਕਹਿੰਦੇ ਸੀ ਪ੍ਰੈਸੀਡੀਅਮ ਬਣੇ, ਪ੍ਰੈਸੀਡੀਅਮ ਕਿਉਂ ਬਣੇ ਜੀ? ਜੇ ਕੋਈ ਪਾਰਟੀ ਦੇ ਵਿੱਚ ਕੋਈ ਕਮਜ਼ੋਰੀ ਆਈ, ਕਿਸੇ ਮੌਕੇ ਜਾਂ ਕੋਈ ਗੱਲ ਆਈ, ਉਹਦੇ 'ਚ ਇੱਕ ਬੰਦਾ ਨਹੀਂ ਨਾ ਰਿਸਪੌਂਸੀਬਲ ਹੁੰਦਾ, ਉਹ ਟੀਮ ਹੁੰਦੀ ਹੈ। ਤੇ ਜਦ ਟੀਮ ਦੇ ਜਰਨੈਲ ਨੇ ਇਸ ਗੱਲ 'ਚ ਆਪਣੇ ਆਪ ਦੇ ਵੱਲੋਂ ਖੇਤ ਪੇਰ ਪ੍ਰਗਟ ਕਰਤਾ, ਉਸ ਤੋਂ ਬਾਅਦ ਜਗਮੀਤ ਸਿੰਘ ਉਹਨਾਂ ਬਰਾੜ ਦੇ ਇਹਨਾਂ ਦੀ ਗੱਲ ਦੇ ਕੋਈ ਮਾਇਨੇ ਨਹੀਂ ਗਏ ਜੀ। ਉਹਨਾਂ ਦੀ ਥਾਟ ਉਹਨਾਂ ਨੂੰ ਮੁਬਾਰਕ, ਪਰ ਮੈਂ ਸਮਝਦਾ ਮੈਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ। ਨਾ ਉਹਨਾਂ ਦਾ ਕਹਿਣਾ ਬਣਦਾ, ਨਾ ਉਹਨਾਂ ਨੂੰ ਇਸ ਗੱਲ ਕਹਿਣ ਦਾ ਹੱਕ ਹੈ, ਕਿਉਂਕਿ ਜਦ ਆਪ ਹੀ ਨੇ ਪਾਰਟੀ ਨੂੰ ਕਦੇ ਲਾਇਰ ਪਾਰਟੀ ਵਿੱਚ ਰਹਿੰਦੇ ਵੀ ਪਾਰਟੀ ਦਾ ਵਿਰੋਧ ਕਰਦੇ ਰਹੇ, ਪਾਰਟੀ ਦੇ ਲੀਡਰਸ਼ਿਪ ਦੇ ਉਲਟ ਬਿਆਨ ਦਿੰਦੇ ਰਹੇ, ਉਹ ਉਹਨਾਂ ਨੂੰ ਤਾਂ ਮੈਂ ਰੋਕ ਨਹੀਂ ਸਕਦਾ। ਮੈਂ ਪਰ ਇੰਨੀ ਗੱਲ ਕਹਿ ਸਕਦਾ ਕਿ ਉਹਨਾਂ ਦੇ ਬਿਆਨ ਦਾ ਕੋਈ ਮਾਇਨਾ ਨਹੀਂ ਗਾ ਜੀ। ਉਹ ਆਪ ਕਦੇ ਕਿਸੇ ਪਾਰਟੀ 'ਚ ਵਫਾਦਾਰੀ ਨਾਲ ਲੈਵੇ ਨਹੀਂ ਗਏ, ਤੇ ਉਹਨਾਂ ਨੂੰ ਜੋ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਰ ਰਹੀ ਹੈ, ਪਾਰਟੀ ਯੂਨਾਈਟਿਡਲੀ ਸਟਰੋਂਗਲੀ ਪ੍ਰਧਾਨ ਸਾਹਿਬ ਦੀ ਪਿੱਛ ਤੇ, ਤੇ ਪਾਰਟੀ ਉਹਨਾਂ ਦੇ ਨਾਲ ਹੀ ਖੜੀ ਹੈ ਜੀ। ਅਗਲਾ ਸਵਾਲ ਹੈ ਨਵਜੋਤ ਸਿੰਘ ਧਾਲੀਵਾਲ ਵੀ ਮੇਰੇ ਨਾਲ ਮੌਜੂਦ ਨੇ, ਉਹ ਤੁਹਾਨੂੰ ਕਰਨਗੇ ਗਰੇਵਾਲ ਸਾਹਿਬ। ਬੇਟਾ ਜੀ ਨਵਜੋਤ ਸਿੰਘ ਧਾਲੀਵਾਲ ਮੇਰੇ ਨਾਲ ਮੌਜੂਦ ਨੇ, ਮੇਰੇ ਸਹਿਯੋਗੀ, ਉਹ ਤੁਹਾਨੂੰ ਅਗਲਾ ਸਵਾਲ ਕਰਨਗੇ। ਹਾਂ ਕਰੋ। ਗਰੇਵਾਲ ਸਾਹਿਬ, ਇਹ ਤਾਂ ਗੱਲ ਜਗਮੀਤ ਬਰਾੜ ਹੋਰਾਂ ਦੀ ਕੀਤੀ ਹੈ, ਕੁਲਦੀਪ ਹੋਰਾਂ ਨੇ। ਇਸ ਤੋਂ ਇਲਾਵਾ ਸਾਡੇ ਨਾਲ ਇੱਥੇ ਬਲਵੰਤ ਰਾਮੂ ਵਾਲੀ ਵੀ ਜੁੜੇ ਸੀ, ਉਹਨਾਂ ਨੇ ਗੱਲ ਕੀਤੀ ਹੈ ਕਿ ਸਾਨੂੰ ਜੋ ਅਕਾਲੀ ਦਲ ਦਾ ਸਿਧਾਂਤ ਸੀਗਾ ਉਹਦੇ ਉੱਤੇ ਵੀ ਪਰਪੱਕ ਹੋਣਾ ਪਵੇਗਾ, ਉਹਦੀ ਪਹਿਰੇਦਾਰੀ ਦੀ ਗੱਲ ਕਰਨੀ ਪਏਗੀ, ਕੌਮ ਦੀ ਗੱਲ ਕਰਨੀ ਪਏਗੀ। ਜਿਹੜੀ ਫਿਕਰਮੰਦੀ ਪਿਛਲੇ ਦਿਨਾਂ ਦੇ ਵਿੱਚ ਕੌਮ ਦੇ ਜਥੇਦਾਰ ਸਾਹਿਬ ਨੇ ਜ਼ਾਹਰ ਕੀਤੀ ਹੈ, ਉਹਨੂੰ ਵੀ ਸੰਜੀਦਾ ਤਰੀਕੇ ਨਾਲ ਲੈਣਾ ਪਵੇਗਾ, ਤੇ ਲੋਕ ਕਿਉਂ ਨਹੀਂ ਵਾਪਸ ਮੁੜਨਗੇ। ਮੈਂ ਇੱਕ ਬੇਨਤੀ ਕਰਾਂ, ਸਰਦਾਰ ਬਲਵੰਤ ਸਿੰਘ ਰਾਮੂ ਵਾਲੀ ਆਏ ਸੀ ਪਾਰਟੀ 'ਚ ਜੀ, ਆਪ ਦੇ ਜਾਣੇ ਤਾਂ ਉਹ ਪਾਰਟੀ ਵੱਲੋਂ ਇਹ ਆਗਿਆ ਲੈ ਕੇ ਗਏ ਸੀਗੇ ਕਿ ਮੈਨੂੰ ਯੂਪੀ ਜਾ ਕੇ ਮੁਲਾਇਮ ਸਿੰਘ ਯਾਦਵ ਉਹਨਾਂ ਨੂੰ ਮਿਲ ਲੈਣ ਦਿਓ, ਤਾਂ ਕਿ ਆਪਾਂ ਨੈਸ਼ਨਲ ਲੈਵਲ ਤੇ ਨੌਨ ਕਾਂਗਰਸ ਤੇ ਨੌਨ ਬੀਜੇਪੀ ਪਾਰਟੀ ਦਾ ਫਰੰਟ ਬਣਾਈਏ। ਤੇ ਪਤਾ ਲੱਗਿਆ ਟੀਵੀ ਤੋਂ ਵੀ ਉਹ ਸਹੁੰ ਚੁੱਕਦੇ ਪਏ ਆ ਹਾਂਜੀ ਜੀ। ਉਹ ਅਕਾਲੀ ਦਲ ਤੋਂ ਬਾਗੀ ਹੋ ਕੇ ਗੌਰਮੈਂਟ ਵਿੱਚ, ਯੂਪੀਏ ਦੀ ਗੌਰਮੈਂਟ ਵਿੱਚ ਜਿਹੜੀ ਉਹ ਦੇਵ ਗੌਡਾ ਦੀ ਗੌਰਮੈਂਟ ਬਣੀ, ਉਹਦੇ 'ਚ ਮੰਤਰੀ ਰਹਿ ਲਏ ਹਾਂਜੀ। ਉਹ ਆਪ ਨਹੀਂ ਅਕਾਲੀ ਦਲ ਤੇ ਪਰਪੱਕ ਰਹੇ ਜੀ। ਜਦ ਅਕਾਲੀ ਦਲ ਨੇ ਐਮਪੀ ਬਣਾਤਾ ਫਰੀਦਕੋਟ ਤੋਂ, ਤੇ ਸੰਗਰੂਰ ਤੋਂ ਅਕਾਲੀ ਸੀਗੇ, ਜਦ ਮੋਹਾਲੀ ਤੋਂ ਲੜਾਤਾ ਉਹ ਪਰਪੱਕ ਸੀਗੇ ਜੀ। ਤੇ ਉਹਨਾਂ ਨੂੰ ਤਾਂ ਪਹਿਲਾਂ ਆਪ ਪੱਕਾ ਹੋਣਾ ਚਾਹੀਦਾ ਅਕਾਲੀ, ਉਹ ਸਬਰ ਨਾਲ 5-7 ਸਾਲ ਇੱਕ ਵਾਰੀ ਅਕਾਲੀ ਦਲ 'ਚ ਟਿਕਣ ਤੇ ਫੇਰ ਉਹਨਾਂ ਨੂੰ ਕਹਿਣ ਦਾ ਹੱਕ ਆ ਕੋਈ। ਅਦਰਵਾਈਜ਼ ਮੈਂ ਸਰਦਾਰ ਬਲਵੰਤ ਸਿੰਘ ਰਾਮੂ ਵਾਲੀ ਦੇ ਮੈਂ ਇਕੱਠੇ ਪੜ੍ਹੇ ਹੋਏ ਗੌਰਮੈਂਟ ਕਾਲਜ ਜੀ, ਉਹਨਾਂ ਦਾ ਸਾਡੀ ਰਿਸ਼ਤੇਦਾਰੀ ਵੀ ਬੜੀ ਹੈ, ਪਿਆਰ ਹੈ। ਉਹਨਾਂ ਨੂੰ ਇਸ ਚੀਜ਼ ਦਾ ਜਿਹੜੇ ਬੰਦੇ ਨੇ ਆਪ ਹੀ ਕਦੇ ਪੋਲੀਟੀਕਲ ਸਟੇਬਿਲਿਟੀ ਨਹੀਂ ਦਿਖਾਈ, ਰੋਜ਼ ਦਰਵਾਜ਼ੇ ਵੱਖ-ਵੱਖ ਖੜਕਾਏ, ਉਹ ਬੰਦੇ ਨੂੰ ਦੂਸਰਿਆਂ ਨੂੰ ਜ਼ਰਾ ਇੰਨਾ ਕਹਿਣ ਤੋਂ ਪਹਿਲਾਂ ਆਪਣਾ ਸੋਚ ਲੈਣਾ ਚਾਹੀਦਾ। ਠੀਕ ਹੈ ਗਰੇਵਾਲ ਸਾਹਿਬ, ਸਮਾਂ ਕੱਢਿਆ, ਗੱਲਬਾਤ ਕੀਤੀ, ਤੁਹਾਡਾ ਬਹੁਤ-ਬਹੁਤ ਧੰਨਵਾਦ, ਸ਼ੁਕਰੀਆ ਜੀ। ਸਾਡੇ ਨਾਲ ਅਕਾਲੀ ਲੀਡਰ ਮਹੇਸ਼ਿੰਦਰ ਸਿੰਘ ਗਰੇਵਾਲ ਜੁੜੇ ਸੀ, ਉਹਨਾਂ ਦੇ ਵੱਲੋਂ ਇਹੀ ਗੱਲ ਕਹੀ ਗਈ ਆ, ਉਹ ਜਗਮੀਤ ਸਿੰਘ ਬਰਾੜ ਤੇ ਸਵਾਲ ਚੁੱਕ ਗਏ, ਉਹ ਬਲਵੰਤ ਸਿੰਘ ਰਾਮੂ ਵਾਲੀਆ ਤੇ ਸਵਾਲ ਚੁੱਕ ਗਏ, ਕਹਿੰਦੇ ਉਹਨਾਂ ਦਾ ਤਾਂ ਗੱਲ ਕਹਿਣ ਦਾ ਫਰਜ਼ ਹੀ ਨਹੀਂ ਬਣਦਾ। ਤੇ ਦੂਜੇ ਪਾਸੇ ਪਾਰਟੀ ਪ੍ਰਧਾਨ ਅਪੀਲਾਂ ਕਰ ਰਹੇ ਨੇ ਕਿ ਭਾਈ ਤੁਸੀਂ ਵਾਪਸ ਮੁੜ ਆਓ, ਮੈਂ ਤੁਹਾਡੇ ਤੋਂ ਗਲਤੀ ਮੰਗ ਲੈਣਾ ਜੀ। ਜੀ ਤੁਸੀਂ ਹੁਣੇ ਸੁਣਿਆ ਅਕਾਲੀ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਦਾ ਬਿਆਨ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਗਮੀਤ ਸਿੰਘ ਬਰਾੜ ਨੇ ਜੋ ਅਸਤੀਫਿਆਂ ਦੇਣ ਦੀ ਗੱਲ ਕੀਤੀ ਆ, ਪਾਰਟੀ ਪ੍ਰਧਾਨ ਤੋਂ ਅਸਤੀਫਾ ਮੰਗਿਆ, ਤੇ ਉਹਨਾਂ ਦਾ ਕੋਈ ਗੱਲ ਕਰਨ ਦਾ ਮਤਲਬ ਨਹੀਂ ਬਣਦਾ, ਉਹ ਇਸ ਬਿਆਨ ਦੇ ਵਿੱਚ ਨਹੀਂ ਕਹਿ ਸਕਦੇ, ਕਿਉਂਕਿ ਉਹ ਪਹਿਲਾਂ ਹੀ ਪਾਰਟੀ ਵਿਰੋਧੀ ਗਤੀਵਿਧੀਆਂ ਚਲਾ ਚੁੱਕੇ ਨੇ, ਪਾਰਟੀ ਦੇ ਖਿਲਾਫ ਬੋਲਦੇ ਰਹੇ ਨੇ। ਰਾਮੂਵਾਲੀਆ ਦੇ ਬਾਰੇ ਵੀ ਗਰੇਵਾਲ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਉਹ ਤਾਂ ਫਰੰਟ ਬਣਾਉਣ ਲਈ ਯੂਪੀ ਗਏ ਸੀ, ਪਰ ਉੱਥੇ ਜਾ ਕੇ ਮੰਤਰੀ ਦੀ ਸਹੁੰ ਚੁੱਕ ਰਹੇ ਨੇ। ਤੁਹਾਨੂੰ ਫਿਰ ਦੱਸ ਦਿੰਦੇ ਆ ਕਿ ਅੱਜ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਟਕਸਾਲੀ ਲੀਡਰਾਂ ਦੀ ਯਾਦ ਆਈ ਆ ਜੋ ਪਾਰਟੀ ਦੇ ਵਿੱਚ
ਛੱਡ ਕੇ ਚਲੇ ਗਏ ਨੇ, ਬਾਗੀ ਹੋ ਗਏ ਨੇ ਜਾਂ ਫਿਰ ਨਾਰਾਜ਼ ਹੋ ਕੇ ਚਲੇ ਗਏ ਨੇ, ਉਹਨਾਂ ਨੂੰ ਅਪੀਲ ਕੀਤੀ ਆ। ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਤੋਂ ਮਾਫੀ ਮੰਗਣ ਨੂੰ ਤਿਆਰ ਆ, ਮੈਂ ਮਾਫੀ ਮੰਗਦਾ, ਤਾਂ ਵਾਪਸ ਮੁੜ ਆਓ, ਆਪਾਂ ਪੰਥਕ ਪਾਰਟੀ ਨੂੰ ਮਜ਼ਬੂਤ ਕਰੀਏ, ਕਿਉਂਕਿ ਚੋਣਾਂ ਦੇ ਵਿੱਚ ਲਗਾਤਾਰ ਅਕਾਲੀ ਦਲ ਹਾਰ ਰਿਹਾ ਹੈ ਤੇ ਇਸ ਕਰਕੇ ਹੁਣ ਪਾਰਟੀ ਪ੍ਰਧਾਨ ਨੂੰ ਇਹ ਅਪੀਲ ਕਰਨੀ ਪਈ ਆ। ਤੇ ਦੂਜੇ ਪਾਸੇ ਜਿਹੜੀਆਂ ਇਹ ਬਾਗੀ ਹੋਏ ਲੀਡਰ ਨੇ, ਭਾਵੇਂ ਜਗਮੀਤ ਸਿੰਘ ਬਰਾੜ ਹੋਵੇ, ਬੀਬੀ ਜਗੀਰ ਕੌਰ ਹੋਣ ਤੇ ਹੋਰ ਕਈ ਲੀਡਰ ਨੇ, ਉਹ ਇਹ ਗੱਲ ਕਹਿ ਰਹੇ ਨੇ ਕਿ ਤੁਸੀਂ ਪਹਿਲਾਂ ਆਪਣੇ ਅੰਦਰ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕਰੋ, ਸਿੱਖੀ ਸਿਧਾਂਤਾਂ ਤੇ ਮੁੜ ਆਓ, ਤਾਂ ਕਰਕੇ ਪਾਰਟੀ ਜਿਹੜੀ ਮਜ਼ਬੂਤ ਹੋ ਸਕਦੀ ਆ। ਧਾਲੀਵਾਲ ਸਾਹਿਬ, ਤੁਸੀਂ ਗਰੇਵਾਲ ਦਾ ਬਿਆਨ ਸੁਣਿਆ, ਉਹਨਾਂ ਨੇ ਸਾਫ਼ ਕਿਹਾ ਕਿ ਜਗਮੀਤ ਬਰਾੜ ਤਾਂ ਇਹ ਗੱਲ ਕਹਿਣ ਦਾ ਹੱਕ ਹੀ ਨਹੀਂ ਰੱਖਦੇ, ਨਾਲੇ ਉਹ ਰਾਮੂ ਵਾਲੀਏ ਤੇ ਵੀ ਸਵਾਲ ਚੁੱਕ ਗਏ, ਤੇ ਦੂਜੇ ਪਾਸੇ ਪਾਰਟੀ ਪ੍ਰਧਾਨ ਅਪੀਲਾਂ ਕਰ ਰਹੇ ਨੇ ਕਿ ਤੁਸੀਂ ਵਾਪਸ ਮੁੜਿਓ, ਪਾਰਟੀ ਕਮਜ਼ੋਰ ਹੋਗੀ। ਨਹੀਂ ਚਲੋ ਠੀਕ ਹੈ, ਇਹ ਗੱਲ ਉਹਨਾਂ ਦੀ ਦਰੁਸਤ ਹੋ ਸਕਦੀ ਹੈ ਕੁਲਦੀਪ ਇਸ ਐਂਗਲ ਤੋਂ, ਕਿਉਂਕਿ ਉਹ ਕਦੇ ਸਟੇਬਲ ਨਹੀਂ ਰਹੇ, ਕਿਉਂਕਿ ਉਹ ਵੱਖ-ਵੱਖ ਪਾਰਟੀਆਂ ਚੋਂ ਆਏ ਤੇ ਵੱਖ-ਵੱਖ ਪਾਰਟੀਆਂ 'ਚ ਜਾਂਦੇ ਰਹੇ ਤੇ ਕਿਤੇ ਹੋਰ ਵੀ ਗੱਲ ਕਰਦੇ ਰਹੇ। ਚਾਹੇ ਜਗਮੀਤ ਬਰਾੜ ਹੋਰਾਂ ਦੀ ਗੱਲ ਕਰੀਏ, ਕਾਂਗਰਸ ਦੇ ਵਿੱਚ ਵੀ ਉਹ ਰਹਿੰਦੇ ਆ, ਮਮਤਾ ਬਨਰਜੀ ਵਾਲੀ ਪਾਰਟੀ ਦੇ ਨਾਲ ਵੀ ਉਹ ਰਹਿੰਦੇ ਆ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਮੁੜ ਤੋਂ ਗੱਲਬਾਤ ਦੀ ਵੀ ਗੱਲ ਤੁਰਦੀ ਆ, ਅਕਾਲੀ ਦਲ ਦੇ ਵਿੱਚ ਜਾਂਦੇ ਆ, ਅਕਾਲੀ ਦਲ ਤੋਂ ਬਾਹਰ ਆਉਂਦੇ ਆ। ਇਸ ਤਰੀਕੇ ਨਾਲ ਬਲਵੰਤ ਰਾਮੂ ਹੋਰੀ ਕਦੇ ਆਪਣੀ ਪਾਰਟੀ ਬਣਾਉਂਦੇ ਆ, ਅਕਾਲੀ ਦਲ ਦੇ ਬਾਹਰ ਆਉਂਦੇ ਆ ਤੇ ਫਿਰ ਜਾਂਦੇ ਆ ਤੇ ਫਿਰ ਬਾਹਰ ਆ ਜਾਂਦੇ। ਅੱਜ ਕੱਲ੍ਹ ਢੀਂਡਸਾ ਧੜੇ ਹੋਰਾਂ ਦੇ ਨਾਲ ਹੈ, ਪਰ ਸਵਾਲ ਉੱਥੇ ਹੈ ਕਿ ਜਿਹੜਾ ਮਨਪ੍ਰੀਤ ਬਾਦਲ ਹੋਰੀ ਨੇ, ਉਹਨਾਂ ਨੂੰ ਕੀ ਕਹੋਗੇ? ਉਹ ਤਾਂ ਜੰਮੇ ਅਕਾਲੀ ਸੀ ਨਾ। ਮਨਪ੍ਰੀਤ ਬਾਦਲ ਹੋਰਾਂ ਦੀ ਸਟੇਬਿਲਿਟੀ ਦੀ ਵੀ ਗੱਲ ਕਰਨੀ ਹੋਊਗੀ। ਮਨਪ੍ਰੀਤ ਬਾਦਲ ਹੋਰਾਂ ਨੇ ਜਦੋਂ ਅਕਾਲੀ ਦਲ ਛੱਡੀ, ਆਪਣੀ ਪਾਰਟੀ ਬਣਾਈ ਤੇ ਕਾਂਗਰਸ ਨਾਲ ਅਲਾਈਅੰਸ ਕੀਤਾ ਤੇ ਕਾਂਗਰਸ ਦੇ ਵਿੱਚ ਮਰਜ ਹੋ ਗਏ, ਤੇ ਹੁਣ ਜਦੋਂ ਉਹ ਉਸ ਤੋਂ ਵੀ ਅਗਾਂਹ ਦੀ ਪੌੜੀ ਜਿਹੜੀ ਹੈ ਕਮਲ ਦਾ ਫੁੱਲ ਲੈ ਕੇ ਬੀਜੇਪੀ ਦੀ ਚੜ੍ਹ ਗਏ ਆ, ਤੇ ਸਟੇਬਿਲਿਟੀ ਦੀ ਗੱਲ ਕਰਨੀ ਹੋਊਗੀ। ਤੇ ਇਹੀ ਗੱਲ ਪਹਿਲਾਂ ਵਾਲੇ ਲੀਡਰ ਕਰਕੇ ਗਏ ਆ ਕਿ ਗੱਲ ਸਾਨੂੰ ਥੋੜੀ ਜੀ ਦਾਇਰਾ ਮੌਕਲਾ ਕਰਕੇ ਕਰਨੀ ਹੋਵੇਗੀ, ਸਾਨੂੰ ਸਾਰਿਆਂ ਨੂੰ ਫਿਰ ਇੱਕੋ ਰੱਸੇ ਬੰਨ੍ਹ ਕੇ ਦੇਖਣਾ ਹੋਵੇਗਾ ਉਹਨਾਂ ਨੂੰ। ਧਾਲੀਵਾਲ ਸਾਹਿਬ, ਮੈਂ ਤੁਹਾਡੀ ਗੱਲ ਵਿੱਚ ਕੱਟ ਰਿਹਾ ਤੇ ਸਾਡੇ ਨਾਲ ਐਸਜੀਪੀਸੀ ਮੈਂਬਰ ਨੇ ਸਿੰਘ ਪੰਜੋਲੀ ਤੇ ਟਕਸਾਲੀ ਲੀਡਰ ਵੀ ਨੇ, ਉਹਨਾਂ ਨਾਲ ਸਾਡੇ ਨਾਲ ਜੁੜੇ ਨੇ ਲਾਈਵ। ਪੰਜੋਲੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਤੇ। ਜੀ ਮਿਹਰਬਾਨੀ, ਸ਼ੁਕਰੀਆ ਜੀ। ਪੰਜੋਲੀ ਸਾਹਿਬ, ਇੱਕ ਵਾਰ ਫਿਰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਟਕਸਾਲੀ ਲੀਡਰ ਯਾਦ ਆਏ ਨੇ। ਉਹਨਾਂ ਨੇ ਆਵਾਜ਼ ਮਾਰੀ ਆ, ਕਹਿੰਦੇ ਮੈਂ ਮਾਫੀ ਮੰਗਣ ਦੇ ਲਈ ਤਿਆਰ ਆ, ਮਾਫੀ ਵੀ ਮੰਗ ਰਿਹਾ ਕਿ ਤੁਸੀਂ ਵਾਪਸ ਆ ਜਾਓ, ਪੰਥ ਨੂੰ ਲੋੜ ਪੈ ਗਈ। ਦੇਖੋ, ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੇ ਇਸ ਕਿਸਮ ਦੇ ਸ਼ਬਦ ਵਰਤੇ ਨੇ, ਉਹ ਸ਼ਬਦ ਸਵਾਗਤਯੋਗ ਨੇ, ਮੈਂ ਸਵਾਗਤ ਕਰਦਾ ਜੀ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ 17 ਸਾਲ ਦੀ ਉਮਰ 'ਚ ਪਹਿਲੀ ਵਾਰੀ ਕੈਦ ਕੱਟੀ ਜਥੇਦਾਰ ਮੋਹਨ ਸਿੰਘ ਤੁੜ ਸਾਹਿਬ ਦੇ ਜਥੇ ਦੇ ਵਿੱਚ ਜੀ। 5 ਸਾਲ 7 ਮਹੀਨੇ ਮੈਂ 13 ਦਿਨ ਕੈਦ ਕੱਟ ਚੁੱਕਿਆ, ਤੇ ਮੇਰੀ ਧਰਮ ਪਤਨੀ ਤੇ ਮੈਂ ਅਸੀਂ ਬੀਕੋ ਇੰਟਰੋਗੇਸ਼ਨ ਸੈਂਟਰ ਦੇ ਵਿੱਚ ਤਸ਼ੱਦਦ ਸਹਾਰਿਆ ਗੋਬਿੰਦ ਰਾਮ ਦੇ ਇੰਟਰੋਗੇਸ਼ਨ ਸੈਂਟਰ ਦੇ ਵਿੱਚ ਜੀ। 50 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ 45 ਸਾਲ ਗੁਜ਼ਾਰੇ ਨੇ। ਮੇਰੇ ਬਾਬਾ ਜੀ, ਮੇਰੇ ਪਿਤਾ ਜੀ, ਮੇਰੇ ਨਾਨਾ ਜੀ ਤੇ ਮੈਂ ਤੇ ਗਾਹਾਂ ਮੇਰੇ ਬੱਚੇ, ਅਸੀਂ ਅਕਾਲੀ ਦਲ ਦੇ ਮੁੱਢਲੇ ਸਿਪਾਹੀ ਹੈ। ਲੇਕਿਨ ਜਦੋਂ ਸਾਨੂੰ ਕੱਢਿਆ ਤੇ ਉਹਨੇ ਐਂ ਵੀ ਨਹੀਂ ਪੁੱਛਿਆ ਵੀ ਤੁਹਾਡਾ ਕਸੂਰ ਕੀ ਹੈ, ਤੁਹਾਡਾ ਦੋਸ਼ ਕੀ ਹੈ। ਤੇ ਜੇ ਅੱਜ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿੰਦੇ ਨੇ ਕਿ ਅਕਾਲੀ ਦਲ ਕਮਜ਼ੋਰ ਹੋ ਗਿਆ, ਤੁਸੀਂ ਵਿੱਚ ਆ ਜਾਓ, ਮੈਂ ਕਹਿੰਦਾ ਵੀ ਸਾਡੇ ਸਾਰਿਆਂ ਦੇ ਵਿੱਚ ਆਉਣ ਨਾਲ ਵੀ ਅਕਾਲੀ ਦਲ ਮਜ਼ਬੂਤ ਨਹੀਂ ਹੋ ਸਕਦਾ। ਉਹਦਾ ਕਾਰਨ ਹੈ ਬੰਦੇ ਆਉਂਦੇ ਨੇ, ਚਲੇ ਜਾਂਦੇ ਨੇ, ਜੰਮਦੇ ਨੇ, ਮਰ ਜਾਂਦੇ ਨੇ। ਗੱਲ ਸੰਗਤ ਦੀ ਹੈ। ਸੰਗਤ ਅਕਾਲੀ ਦਲ ਤੋਂ ਕੋਹਾਂ ਦੂਰ ਚਲੀ ਗਈ ਹੈ, ਪੰਥ ਨਹੀਂ ਅਕਾਲੀ ਦਲ ਦੇ ਨਾਲ ਰਿਹਾ। ਲੋੜ ਇਸ ਗੱਲ ਦੀ ਹੈ ਕਿ ਸੰਗਤ ਤੇ ਗੁਰੂ ਕਾ ਪੰਥ ਸ਼੍ਰੋਮਣੀ ਅਕਾਲੀ ਦਲ ਨਾਲ ਕਿਵੇਂ ਜੁੜ ਸਕਦਾ ਹੈ। ਉਹ ਜੋੜਨ ਦੇ ਲਈ ਸੁਖਬੀਰ ਸਿੰਘ ਬਾਦਲ ਨੇ ਜਿਹੜੀਆਂ ਗਲਤੀਆਂ ਕੀਤੀਆਂ ਹੋਈਆਂ ਨੇ, ਸਰਸੇ ਵਾਲੇ ਸਾਧ ਨੂੰ ਮਾਫ ਕਰਨਾ ਤੇ ਸਰਸੇ ਵਾਲੇ ਸਾਧ ਦੀ ਸਪੋਰਟ ਕਰਨਾ, ਸਰਸੇ ਵਾਲੇ ਸਾਧ ਦੇ ਖਿਲਾਫ ਧਰਨਾ ਦੇਣ ਵਾਲੇ ਜਿਹੜੇ ਲੋਕ ਨੇ ਉਹਨਾਂ ਤੇ ਗੋਲੀ ਚਲਾ ਕੇ ਬੰਦੇ ਮਾਰ ਦੇਣੇ, ਕਿ ਫਿਰ ਸਵੇਦ ਸੈਣੀ ਵਰਗੇ ਕਾਤਲ ਪੁਲਿਸ ਅਫਸਰਾਂ ਨੂੰ ਡੀਜੀਪੀ ਲਾ ਕੇ ਸਿੱਖਾਂ ਨੂੰ ਕੁੱਟਣਾ ਤੇ ਸਿੱਖਾਂ ਦੇ ਮੁਕੱਦਮੇ ਦਰਜ ਕਰਾਉਣੇ, ਰਾਗੀ ਢਾਡੀ ਪ੍ਰਚਾਰਕ ਸੰਤ ਮਹਾਂਪੁਰਸ਼ ਉਹਨਾਂ ਨੂੰ ਅੰਦਰ ਕਰਨਾ, ਇਹ ਬਹੁਤ ਵੱਡੇ ਵੱਡੇ ਗੁਨਾਹ ਨੇ ਸੁਖਬੀਰ ਸਿੰਘ ਬਾਦਲ ਦੇ। ਮੈਂ ਸਮਝਦਾ ਜੇ ਸੁਖਬੀਰ ਸਿੰਘ ਬਾਦਲ ਇਮਾਨਦਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ, ਪੰਥ ਦੀ ਸਰਕਾਰ ਹੋਵੇ, ਤਾਂ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਉਹਦਾ ਛੱਡਣਾ ਚਾਹੀਦਾ, ਆਪ ਰਜਾਇਨ ਕਰਨਾ ਚਾਹੀਦਾ, ਅਕਾਲ ਤਖਤ ਤੇ ਪੇਸ਼ ਹੋ ਕੇ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ, ਨਵੀਂ ਲੀਡਰਸ਼ਿਪ ਕੌਮ ਨੂੰ ਦੇਣੀ ਚਾਹੀਦੀ ਹੈ।
ਤੇ ਤਾਂ ਜਾ ਕੇ ਅਕਾਲੀ ਦਲ ਮਜ਼ਬੂਤ ਹੋ ਸਕਦਾ ਹੈ। ਕਰਨੈਲ ਸਿੰਘ ਪੰਜੋਲੀ ਦੇ ਆਉਣ ਨਾਲ, ਜਗਮੀਤ ਬਰਾੜ ਦੇ ਆਉਣ ਨਾਲ, ਜਾਂ ਰਾਮੂਵਾਲੀਏ ਦੇ ਜਾਂ ਕਿਸੇ ਹੋਰ ਦੇ ਆਉਣ ਨਾਲ ਅਕਾਲੀ ਦਲ ਕਦਾਚਿਤ ਵੀ ਮਜ਼ਬੂਤ ਨਹੀਂ ਹੋ ਸਕਦਾ। ਨੰਬਰ 2 ਤੇ ਦੂਜੀ ਗੱਲ, ਜਿਹੜਾ ਤੁਸੀਂ ਇੱਥੇ ਜ਼ਿਕਰ ਕਰਦੇ ਸੀ, ਪਤਾ ਨਹੀਂ ਧਾਰੀਵਾਲ ਸਾਹਿਬ, ਕਿ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਦੇ ਯੋਗ ਹੀ ਨਹੀਂ। ਜਿਹੜਾ ਬੰਦਾ ਦਾੜੀ ਕੱਟਤਾ, ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਛਕ ਕੇ ਆਇਆ, ਦਾੜੀ ਉਹਨੇ ਕੱਟਤੀ, ਏਡਾ ਬੱਜਰ ਗੁਨਾਹ ਉਸ ਬੰਦੇ ਨੇ ਕੀਤਾ। ਅਕਾਲ ਤਖਤ ਤੇ ਅੰਮ੍ਰਿਤ ਛਕ ਕੇ ਦਾੜੀ ਕੱਟ ਕੇ ਉਹ ਕਿਹੜਾ ਅਕਾਲੀ ਹੈ ਜੀ? ਇਹੋ ਜਿਹੇ ਅਕਾਲੀਆਂ ਨੂੰ ਇਕੱਠੇ ਕਰਕੇ ਪੰਥ ਦੇ ਖਿਲਾਫ ਭੁਗਤਾਉਣਾ, ਮੈਂ ਸਮਝਦਾ ਇਹ ਗੁੱਸਾ ਹੈ, ਪੰਥ ਦੇ ਅੰਦਰ ਰੋਹ ਹੈ, ਤੇ ਜਿੰਨਾ ਚਿਰ ਇਹ ਗੁੱਸਾ ਤੇ ਰੋਹ ਪੰਥ ਵਿੱਚੋਂ ਠੰਡਾ ਨਹੀਂ ਹੁੰਦਾ, ਬੰਦਿਆਂ ਦੇ ਆਉਣ ਜਾਣ ਨਾਲ ਕੋਈ ਫਰਕ ਨਹੀਂ ਪੈਣਾ। ਜੀ ਪੰਜੋਲੀ ਸਾਹਿਬ, ਜੇਕਰ ਪਾਰਟੀ ਪ੍ਰਧਾਨ ਅਸਤੀਫਾ ਦਿੰਦੇ ਨੇ, ਕੀ ਪੰਜੋਲੀ ਸਾਹਿਬ ਚੱਲਣ ਨੂੰ ਫਿਰ ਅਕਾਲੀ ਦਲ ਦੇ ਨਾਲ ਤਿਆਰ ਨੇ? ਦੇਖੋ ਜੀ, ਬੜੀ ਸਪਸ਼ਟ ਗੱਲ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਤੇ ਪੇਸ਼ ਹੋ ਕੇ ਆਪਣਾ ਅਸਤੀਫਾ ਦੇਵੇ, ਪੰਥ ਤੋਂ ਮਾਫੀ ਮੰਗੇ, ਨਵੀਂ ਲੀਡਰਸ਼ਿਪ ਕੌਮ ਨੂੰ ਦਵੇ। ਕਰਨੈਲ ਸਿੰਘ ਪੰਜੋਲੀ ਅਕਾਲੀ ਦਲ ਦੇ ਨਾਲ। ਜੀ ਪੰਜੋਲੀ ਸਾਹਿਬ, ਅਗਲਾ ਸਵਾਲ ਨਵਜੋਤ ਸਿੰਘ ਧਾਲੀਵਾਲ ਵੀ ਮੇਰੇ ਨਾਲ ਮੌਜੂਦ ਨੇ, ਉਹ ਕਰਨਗੇ ਤੁਹਾਨੂੰ। ਵੈਸੇ ਤਾਂ ਕੁਲਦੀਪ ਸਾਰੇ ਸਵਾਲਾਂ ਦੇ ਜਵਾਬ ਦੇ ਹੀ ਦਿੱਤੇ, ਇਹਦੇ ਵਿੱਚੋਂ ਕੋਈ ਗੱਲ ਬਹੁਤੀ ਬਚਦੀ ਨਹੀਂ, ਪਰ ਫਿਰ ਵੀ ਮੈਂ ਇੱਕ ਗੱਲ ਜ਼ਰੂਰ ਇੱਥੇ ਇਹ ਚਰਚਾ ਜ਼ਰੂਰ ਕਰਨੀ ਚਾਹੂੰਗਾ, ਪੁੱਛਣਾ ਚਾਹੂੰਗਾ ਕਿ ਅਕਾਲੀ ਦਲ ਦੇ ਜਿਹੜੇ ਸਿਧਾਂਤ ਤੋਂ ਥਿੜਕ ਜਾਣ ਦੀ ਗੱਲ ਹੁੰਦੀ ਹੈ, ਜਿਸ ਦੇ ਉੱਤੇ ਪਰਪੱਕਤਾ ਦੇ ਨਾਲ ਪਹਿਰਾ ਦੇਣ ਤੋਂ ਖੁੰਝਾਈ ਦੀ ਗੱਲ ਹੁੰਦੀ ਹੈ, ਉਹ ਕਿਹੜੀ ਗੱਲ ਹੈ? ਉਸ ਚੀਜ਼ ਦਾ ਵੀ ਪੰਜੋਲੀ ਸਾਹਿਬ ਖੁੱਲ੍ਹ ਕੇ ਜ਼ਿਕਰ ਕਰ ਦੇਣ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਰਿਹਾ ਹੀ ਨਹੀਂ, ਕਿਉਂਕਿ ਉਹਨਾਂ ਨੇ ਆਪ ਮੋਗੇ ਦੇ ਵਿੱਚ ਮਤਾ ਪਾ ਕੇ ਕਿਹਾ ਕਿ ਸਾਡੀ ਇਹ ਪੰਜਾਬੀ ਪਾਰਟੀ ਹੈ। ਇਹ ਪੰਥ ਦੀ ਪ੍ਰਤੀਨਿਧਤਾ ਨਹੀਂ ਕਰਦੀ, ਤੇ ਜੇ ਪੰਥ ਦੀ ਪ੍ਰਤੀਨਿਧਤਾ ਨਹੀਂ ਕਰਦੀ ਫਿਰ ਸੁਖਬੀਰ ਸਿੰਘ ਬਾਦਲ ਨੂੰ ਕੀ ਅਧਿਕਾਰ ਹੈ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇਕੱਠੇ ਕਰਦਾ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਦਾ? ਕਿਸ ਅਧਿਕਾਰ ਨਾਲ ਕਰਦਾ? ਤੇ ਮੈਂ ਇਹ ਸਮਝਦਾ ਮੋਗੇ ਵਾਲਾ ਮਤਾ ਉਹ ਇਹਨਾਂ ਨੂੰ ਰੱਦ ਕਰਨਾ ਚਾਹੀਦਾ ਔਰ ਸਪਸ਼ਟ ਕਰਨਾ ਚਾਹੀਦਾ ਇਹ ਪੰਥ ਦੀ ਪਾਰਟੀ ਹੈ। ਪੰਥ ਜਿਉਂਦਾ ਗੁਰਾਂ ਦੇ ਨਾਂ ਉੱਤੇ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਪੰਥ ਔਰ ਪੰਜਾਬ ਮਤਲਬ ਦੋਹੇ ਇੱਕ ਦੂਸਰੇ ਦੇ ਪੂਰਕ ਨੇ। ਤੇ ਜੇ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਬਣੇਗੀ ਤਾਂ ਫਿਰ ਪੰਜਾਬ ਦੇ ਹਿੱਤਾਂ ਲਈ ਵੀ ਲੜੇਗੀ। ਫੈਡਰਲ ਢਾਂਚਾ ਉਸਾਰਨ ਦੀ ਗੱਲ ਹੈ, ਆਨੰਦਪੁਰ ਦੇ ਰੈਜੂਲੇਸ਼ਨ ਦੀ ਗੱਲ ਹੈ, ਅਕਾਲੀ ਦਲ ਦੇ ਸੰਵਿਧਾਨ ਨੂੰ ਲਾਗੂ ਕਰਨ ਦੀ ਲੋੜ ਹੈ, ਜਿਹਦੇ ਵਿੱਚ ਇੱਕ ਅੰਮ੍ਰਿਤਧਾਰੀ ਬੰਦਾ ਸਰਕਲ ਦਾ ਪ੍ਰਧਾਨ, ਜ਼ਿਲ੍ਹੇ ਦਾ ਪ੍ਰਧਾਨ, ਅਕਾਲੀ ਦਲ ਦਾ ਅਹੁਦੇਦਾਰ। ਇੱਥੇ ਦਾੜੀਆਂ ਕੱਟੇ ਤਾਂ ਯਾਰ ਸਿਰ ਮੂੰਹ ਮੁੰਨੇ ਤਾਂ ਅਹੁਦੇਦਾਰ ਬਣਾਤੇ। ਇਹ ਕਿਹੜੇ ਪੰਥ ਦੀ ਪਾਰਟੀ ਹੈ ਜੀ? ਜਿੰਨਾ ਚਿਰ ਇਹਦਾ ਰੂਪ ਨਹੀਂ ਠੀਕ ਕੀਤਾ ਜਾ ਸਕਦਾ ਪੰਥ ਭਰੋਸਾ ਨਹੀਂ ਕਰ ਸਕਦਾ। ਠੀਕ ਹੈ, ਸਮਾਂ ਕੱਢਿਆ, ਗੱਲਬਾਤ ਕੀਤੀ, ਸ਼ੁਕਰੀਆ ਜੀ। ਧਾਲੀਵਾਲ ਸਾਹਿਬ, ਪੰਜੋਲੀ ਸਾਹਿਬ ਦੀ ਗੱਲ ਦਾ ਉੱਥੇ ਹੀ ਆ ਕੇ ਘੁੰਮ ਗਿਆ, ਉਹ ਕਹਿੰਦੇ ਅਸਤੀਫਾ ਦੇਣ ਤਾਂ ਮੈਂ ਚੱਲਣ ਨੂੰ ਤਿਆਰ ਹਾਂ। ਦੂਜੀ ਗੱਲ, ਮੈਂ ਵੀ ਉਹ ਗੱਲ ਪਹਿਲਾਂ ਕਰਨ ਲੱਗਿਆ ਸੀ ਵੀ ਜਿਹੜਾ ਅਕਾਲੀ ਦਲ ਆ ਅੱਜ ਕੱਲ ਕੋਨੇ ਮੋਨਿਆਂ ਦੀ ਪਾਰਟੀ ਬਣ ਕੇ ਰਹਿ ਗਏ। ਚਰਚਾ ਹੁੰਦੀ ਆ, ਖੁੰਡ ਚਰਚਾ ਹੁੰਦੀ ਆ ਪਿੰਡਾਂ ਦੇ ਵਿੱਚ ਵੀ। ਸਿੱਖ ਚਿਹਰੇ ਨੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੇ ਸਮਾਂ ਦੇਖਿਆ, ਸੰਤਾਪ ਹੰਢਾਇਆ ਜਦੋਂ ਮੋਰਚੇ ਲੱਗਦੇ ਸੀ, ਤੇ ਉਹ ਵੀ ਇਹ ਗੱਲ ਕਰਦੇ ਨੇ, ਕਹਿੰਦੇ ਵੀ ਜਿਹੜੇ ਅੰਮ੍ਰਿਤਧਾਰੀ ਹੁੰਦੇ ਸੀ ਅਕਾਲੀ ਦਲ ਦੇ ਵਿੱਚ ਉਹ ਹੁਣ ਹੈ ਨਹੀਂ। ਜ਼ਿਲ੍ਹਾ ਪ੍ਰਧਾਨ ਉਹ ਵੀ ਰੋਡਾ, ਉਹਦੇ ਵੀ ਕਟਿੰਗ, ਜਾਂ ਫਿਰ ਕਈ ਐਸੇ ਨੇ ਜਿਹੜੇ ਐਮਐਲਏ ਦੀ ਚੋਣ ਲੜਦੇ ਨੇ ਉਹ ਵੀ ਕਟਿੰਗ ਵਾਲੇ ਹੁੰਦੇ ਨੇ। ਤੇ ਪੰਥਕ ਪਾਰਟੀ ਕਿਹੜੇ ਪਾਸਿਓਂ ਰਹਿ ਗਈ? ਉਹੀ ਗੱਲ ਹੁਣ ਕਰਨਾ ਜਿਹੜੇ ਪੰਜੋਲੀ ਸਾਹਿਬ ਕਰ ਗਏ ਨੇ। ਹਾਂ ਬਿਲਕੁਲ, ਮੈਂ ਉਹੀ ਗੱਲ ਇਸੇ ਕਰਕੇ ਛੇੜੀ ਸੀਗੀ ਕਿਉਂਕਿ ਜਿਹੜੀ ਸਿਧਾਂਤ ਦੀ ਗੱਲ ਹੁੰਦੀ ਹੈ ਉਸ ਸਿਧਾਂਤ ਨੂੰ ਫੋਲੋ ਕੌਣ ਕਰ ਰਿਹਾ ਇਹ ਗੱਲ ਵੇਖਣ ਵਾਲੀ ਹੈ। ਕਿਉਂਕਿ ਉਸ ਨੂੰ ਜਦੋਂ ਅਸੀਂ ਫੋਲੋ ਨਹੀਂ ਕਰਦੇ ਤੇ ਪਰ ਅਸੀਂ ਸਿਧਾਂਤ ਦਾ ਮੁੜ ਜ਼ਿਕਰ ਕਰਦੇ ਹਾਂ ਔਰ ਉਹਦੇ ਤੇ ਪਹਿਰਾ ਦੇਣ ਦੀ ਗੱਲ ਕਰਦੇ ਹਾਂ, ਤੇ ਪਹਿਰੀਦਾਰੀ ਦੇ ਬਾਵਜੂਦ ਜਦੋਂ ਚੋਰੀਆਂ ਹੁੰਦੀਆਂ ਨੇ, ਪਹਿਰੀਦਾਰੀ ਦੇ ਬਾਵਜੂਦ ਜਿਹੜੇ ਐ ਕਈ ਚੀਜ਼ਾਂ ਸਾਡੇ ਹੱਥ ਚੋਂ ਨਿਕਲ ਜਾਂਦੀਆਂ ਨੇ, ਤਾਂ ਫਿਰ ਸੁਭਾਵਿਕ ਤੌਰ ਤੇ ਅਜਿਹੇ ਅੰਜਾਮ ਅਤੇ ਅਜਿਹੇ ਨਤੀਜੇ ਆਉਣੇ ਜਿਹੜੇ ਆ ਉਹ ਯਕੀਨਨ ਹੁੰਦੇ ਆ ਕਿ ਇਹਦਾ ਇਹ ਹਸ਼ਰ ਜਿਹੜਾ ਹੈ ਉਹ ਹੋ ਕੇ ਹੀ ਰਹੇਗਾ। ਜੀ ਜੀ, ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ। ਜਦੋਂ ਕੋਈ ਵੀ ਚੀਜ਼ ਆਪਣੇ ਏਜੰਡੇ ਤੋਂ ਭੜਕ ਜਾਂਦੀ ਆ, ਪਾਰਟੀ ਪੰਥਕ ਪਾਰਟੀ ਆ ਪੰਜਾਬ ਦੀ ਆਪਣੇ ਆਪ ਨੂੰ ਹਨਾ ਕਹਾਉਂਦੀ ਆ, ਤੇ ਉਹ ਜਦੋਂ ਆਪਣੇ ਏਜੰਡੇ ਤੋਂ ਭੜਕ ਗਈ ਤਾਂ ਜਿਹੜਾ ਇਹ ਨੁਕਸਾਨ ਹੋਇਆ ਤਾਂ ਇਸ ਦਾ ਹੀ ਕਾਰਨ ਜਿਹੜਾ ਮੰਨਿਆ ਜਾ ਰਿਹਾ, ਜਿਹੜੇ ਟਕਸਾਲੀ ਲੀਡਰ ਨੇ ਉਹ ਵੀ ਮੰਨ ਰਹੇ ਨੇ। ਦੂਜੀ ਗੱਲ ਜਿਹੜੇ ਪੰਜੋਲੀ ਸਾਹਿਬ ਨੇ ਉਹ ਇੱਕ ਗੱਲ ਹੋਰ ਕਹਿ ਗਏ ਨੇ, ਉਹ ਕਹਿੰਦੇ ਟਕਸਾਲੀ ਲੀਡਰਾਂ ਦੇ ਪਾਰਟੀ ਦੇ ਵਿੱਚ ਆਉਣ ਨਾਲ ਕੋਈ ਫਰਕ ਨਹੀਂ ਪੈਣਾ। ਹੁਣ ਜਿਹੜੀ ਪੰਥਕ ਵੋਟ ਆ, ਜਿਹੜਾ
ਪੰਥਕ ਵੋਟ ਬੈਂਕ ਸੀ, ਜਿਹੜੇ ਪੰਥਕ ਲੋਕ ਸੀ, ਉਹ ਅਕਾਲੀ ਦਲ ਤੋਂ ਪਾਸੇ ਹਟ ਗਏ ਨੇ। ਸਾਨੂੰ ਸਭ ਤੋਂ ਪਹਿਲਾਂ ਉਹ ਚੀਜ਼ ਤੇ ਗੌਰ ਕਰਨਾ ਪਊਗਾ। ਡੇਰਾ ਸੱਚਾ ਸੌਦਾ ਜਿਹੜਾ ਸਾਧ ਸੀ ਰਾਮ ਰਹੀਮ, ਉਹਦਾ ਵੀ ਜ਼ਿਕਰ ਕਰ ਗਏ ਨੇ, ਕਹਿੰਦੇ ਉਹਨੂੰ ਸਪੋਰਟ ਕਰਦਾ ਰਿਹਾ, ਉਹਨਾਂ ਨੂੰ ਮਾਫੀ ਦਿੱਤੀ ਗਈ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਅਕਾਲੀ ਦਲ ਦੇ ਨੁਕਸਾਨ ਦੇ ਲਈ ਜ਼ਿੰਮੇਵਾਰ ਨੇ। ਹਾਂ ਬਿਲਕੁਲ, ਬਹੁਤ ਸਾਰੀਆਂ ਗੱਲਾਂ ਨੇ ਔਰ ਉਹਨਾਂ ਗੱਲਾਂ ਦੇ ਉੱਤੇ ਹੀ ਮੁੜ ਤੋਂ ਪਹਿਰੇਦਾਰੀ ਕਰਨ ਦੀ ਗੱਲ ਕਹਿ ਰਹੇ ਆ, ਪਰ ਉਹਦੇ ਵਿੱਚ ਬਹੁਤ ਸਾਰੇ ਲੀਡਰ, ਕੁਲਦੀਪ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਸੁਣਿਆ ਔਰ ਜਿਹੜੇ ਕਿ ਪਹਿਲਾਂ ਵੀ ਕਹਿੰਦੇ ਰਹਿੰਦੇ ਆ ਕਿ ਵਾਪਸੀ ਦੀ ਕੋਈ ਗੱਲ ਨਹੀਂ ਹੋ ਸਕਦੀ, ਪਰ ਕਈ ਕਹਿ ਰਹੇ ਕਿ ਜੇ ਵਾਪਸੀ ਹੋਊਗੀ ਤਾਂ ਇਸ ਬਿਨਾਹ ਦੇ ਉੱਤੇ ਜਿਹੜੀ ਆ ਵਾਪਸੀ ਹੋਏਗੀ। ਖੈਰ ਇਹ ਤਾਂ ਲੀਡਰਾਂ ਨੇ ਦੇਖਣਾ, ਰਾਜਸੀ ਲੋਕਾਂ ਨੇ ਦੇਖਣਾ, ਰਾਜ ਦੀ ਨੀਤੀ ਬਣਾਉਣ ਵਾਲੇ ਨੀਤੀ ਘਾੜਿਆਂ ਨੇ ਦੇਖਣਾ ਹੈ ਕਿ ਉਹਨਾਂ ਨੇ किस रूप ते किस स्वरूप नाल अपनी पार्टी नूं अगे लैके जाना ते उहदे अंदर किस तरीके की शमूलियत जिहड़ी अपनी दर्ज कराउणी है कि इस उत्ते मैनूं लगदा कि साडा किंतु परंतु करना तो कोई बहुता वाजिब नहीं होवेगा। पर गल ये है कि जिस पार्टी दा जन्म जिस मनसूबे मकसद मंतव लई होया होवे ते उस दे उहनां तो थिड़क जाण दी तड़क जाण दी उहदे अपने लीडर गल कहण ਤੇ ਮੇਰੇ ਤੁਹਾਡੇ ਕਹਿਣ ਦੇ ਨਾਲ ਕੋਈ ਬਹੁਤੇ ਗੱਲ ਮਾਇਨੇ ਨਹੀਂ ਰੱਖੇਗੀ, ਕਿਉਂਕਿ ਜਦੋਂ ਆਪਣੇ ਹੀ ਸਵਾਲ ਚੱਕ ਰਹੇ ਹੋਣ। ਜੀ ਅਸੀਂ ਲਗਾਤਾਰ ਚਰਚਾ ਕਰ ਰਹੇ ਸੀ ਜੋ ਅੱਜ ਪਾਰਟੀ ਦੇ ਪ੍ਰਧਾਨ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ। ਉਹਨਾਂ ਨੇ ਕਿਹਾ ਕਿ ਜਿਹੜੇ ਪਾਰਟੀ ਤੋਂ ਲੀਡਰ ਜਿਹੜੇ ਨਾਰਾਜ਼ ਹੋ ਕੇ ਚਲੇ ਗਏ ਨੇ ਉਹ ਵਾਪਸ ਮੁੜ ਆਉਣ, ਮੈਂ ਉਹਨਾਂ ਤੋਂ ਮਾਫੀ ਮੰਗਦਾ ਹਾਂ। ਪਰ ਇੱਕ ਸਵਾਲ ਹਜੇ ਵੀ ਬਰਕਰਾਰ ਹੈ ਕਿ ਸੁਖਬੀਰ ਸਿੰਘ ਬਾਦਲ ਕਿਹੜੀਆਂ ਗਲਤੀਆਂ ਦੀ ਮਾਫੀ ਮੰਗ ਰਹੇ ਨੇ। ਤੇ ਦੂਜੇ ਪਾਸੇ ਸਾਡੇ ਨਾਲ ਕਈ ਟਕਸਾਲੀ ਲੀਡਰ ਵੀ ਜੁੜੇ ਸੀ, ਚਾਹੇ ਜਗਮੀਤ ਸਿੰਘ ਬਰਾੜ ਹੋਣ, ਕਰਨੈਲ ਸਿੰਘ ਪੰਜੋਲੀ, ਬੀਬੀ ਜਗੀਰ ਕੌਰ, ਬਲਵੰਤ ਸਿੰਘ ਰਾਮੂਵਾਲੀਆ। ਉਹ ਕਹਿ ਰਹੇ ਨੇ ਕਿ ਜਦੋਂ ਕਿ ਪਾਰਟੀ ਹੈ ਜਿਹੜੀ ਉਹ ਪੰਥਕ ਏਜੰਡੇ ਤੋਂ ਭੜਕ ਗਈ ਆ, ਤਾਂ ਕਰਕੇ ਅੱਜ ਪਾਰਟੀ ਦਾ ਇਹ ਹਾਲ ਹੈ। ਤੇ ਦੂਜੇ ਪਾਸੇ ਪੰਜੋਲੀ, ਇਹ ਵੀ ਉਹਨਾਂ ਵੱਲੋਂ ਕਿਹਾ ਗਿਆ, ਕਰਨੈਲ ਸਿੰਘ ਪੰਜੋਲੀ ਨੇ, ਜਿਹੜੇ ਕਿ ਜਦੋਂ ਤੱਕ ਜਿਹੜੇ ਟਕਸਾਲੀ ਲੀਡਰਾਂ ਦੇ ਪਾਰਟੀ ਦੇ ਵਿੱਚ ਆਉਣ ਦੇ ਨਾਲ ਜ਼ਿਆਦਾ ਫਰਕ ਨਹੀਂ ਪੈਣਾ ਹੈਗਾ, ਤੇ ਜਦੋਂ ਤੱਕ ਪੰਥਕ ਵੋਟ ਬੈਂਕ ਨੂੰ ਪਾਸੇ ਤੋਂ ਜਿਹੜਾ ਮੋੜ ਕੇ ਨਾ ਲਿਆਂਦਾ ਜਾਵੇ, ਉਹਨਾਂ ਦੀ ਗੱਲ ਨਾ ਸੁਣੀ ਜਾਵੇ, ਉਹਨਾਂ ਦੇ ਜਿਹੜੇ ਗੁੱਸੇ ਗਿਲੇ ਉਹਨਾਂ ਨੂੰ ਹੱਲ ਨਾ ਕੀਤਾ ਜਾਵੇ, ਪੰਥਕ ਏਜੰਡੇ ਤੇ ਪਹਿਰਾ ਨਾ ਦਿੱਤਾ ਜਾਵੇ, ਹੋਰ ਜਿਹੜੇ ਸਿੱਖੀ ਸਿਧਾਂਤ ਦੇ ਜਿਹੜੇ ਰੋਲ ਸੀ ਪਹਿਲਾਂ ਅਕਾਲੀ ਦਲ ਦੇ ਵਿੱਚ, ਉਹਨਾਂ ਨੂੰ ਮੋੜ ਕੇ ਨਾ ਲਿਆਂਦਾ ਜਾਵੇ, ਉਦੋਂ ਤੱਕ ਪਾਰਟੀ ਸਰਵਾਈਵ ਨਹੀਂ ਕਰ ਸਕਦੀ। ਤੁਸੀਂ ਇੱਕ ਵਾਰ ਫਿਰ ਸੁਣੋ ਸੁਖਬੀਰ ਸਿੰਘ ਬਾਦਲ ਦਾ ਉਹ ਬਿਆਨ। ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ, ਤੇ ਮੈਂ ਸਾਰੇ ਬਾਕੀ ਵੀ ਲੀਡਰ ਜੋ ਅਕਾਲੀ ਦਲ ਛੱਡ ਕੇ ਦੂਜੀਆਂ ਪਾਰਟੀਆਂ 'ਚ ਗਏ ਹੈ, ਉਹਨਾਂ ਨੂੰ ਅਪੀਲ ਕਰਦਾ ਹੈ, ਆਓ ਵਾਪਸ ਘਰ ਆਓ। ਤੁਹਾਨੂੰ ਜੇ ਮੈਥੋਂ ਕੋਈ ਗਲਤੀ ਹੋਈ ਮੈਂ ਉਹਦੀ ਮਾਫੀ ਵੀ ਮੰਗ ਲੈਣਾ ਹੈ। ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ, ਤੇ ਮੈਂ ਸਾਰੇ ਬਾਕੀ ਵੀ ਲੀਡਰ ਜੋ ਅਕਾਲੀ ਦਲ ਛੱਡ ਕੇ ਦੂਜੀਆਂ ਪਾਰਟੀਆਂ 'ਚ ਗਏ ਹੈ, ਉਹਨਾਂ ਨੂੰ ਅਪੀਲ ਕਰਦਾ ਹੈ, ਆਓ ਵਾਪਸ ਘਰ ਆਓ। ਤੁਹਾਨੂੰ ਜੇ ਮੈਥੋਂ ਕੋਈ ਗਲਤੀ ਹੋਈ ਮੈਂ ਉਹਦੀ ਮਾਫੀ ਵੀ ਮੰਗ ਲੈਣਾ ਹੈ।